ਕਰਮਾਂ ਦੀ ਗਹਿਰੀ ਗਤੀ ਦੇ ਰਾਜ ਭਾਗ 2 ਦ ਸੀਕ੍ਰੇਟ ਆਫ ਕਰਮਾ ਪਾਰਟ 2। ਬੇਹੱਦ ਦੀ ਪਰਮ ਸ਼ਾਂਤੀ। ਬਾਪੂ ਜੀ ਦਸ਼ਰਥ ਭਾਈ ਪਟੇਲ ਦੇ YouTube ਚੈਨਲ ਤੇ ਆਪ ਜੀ ਸਾਰੇ ਸਰੋਤਿਆਂ ਦਾ ਸਵਾਗਤ ਹੈ। ਕਰਮਾਂ ਦੀ ਗਹਿਰੀ ਗਤੀ ਦੇ ਰਾਜ ਭਾਗ 1 ਜਾਂ ਦ ਸੀਕ੍ਰੇਟ ਆਫ ਕਰਮਾ ਪਾਰਟ 1 ਦੇ ਅੱਗੇ ਦੀ ਸਿਲਸਿਲੇਵਾਰ ਚਰਚਾ ਤੇ ਭਾਗ 2 ਜਾਂ ਪਾਰਟ 2 ਤੇ ਅਨੰਤ ਜੀ ਬਾਪੂ ਜੀ ਨਾਲ ਅੱਗੇ ਦੀ ਗੱਲ ਕਰਦੇ ਹਨ। ਅਨੰਤ ਪਰਮ ਸ਼ਾਂਤੀ ਬਾਪੂ ਜੀ, ਕਰਮਾਂ ਦੀ ਗਹਿਰੀ ਗਤੀ ਦੇ ਰਾਜ਼ ਜਾਂ ਦ ਸੀਕ੍ਰੇਟ ਆਫ ਕਰਮਾ ਦੇ ਪਾਰਟ 2 ਤੇ ਆਪ ਜੀ ਦਾ ਸਵਾਗਤ ਹੈ। ਬਾਪੂ ਜੀ, ਜਿਸ ਤਰ੍ਹਾਂ ਕਿ ਆਪ ਜੀ ਨੇ ਇਸ ਵੀਡੀਓ ਦੇ ਪਾਰਟ 1 ਤੇ ਦੱਸਿਆ ਸੀ ਕਿ ਕਰਮ ਸੋਚਣਾ, ਕਰਨਾ, ਭਾਵ ਜਾਂ ਸੋਚ ਰੱਖਣੀ ਯਾਨੀ ਵਰਕ, ਐਕਸ਼ਨ, ਐਕਟ, ਆਬਜੈਕਟ, ਇੰਟੈਂਟ ਆਫ ਇੰਟੈਂਸ਼ਨ ਅਤੇ ਥਾਟਸ ਵੀ ਦੱਸਿਆ ਗਿਆ ਹੈ। ਮੈਂ ਇਹ ਸਾਰਾ ਕੁਝ ਕਰਮਾਂ ਦੇ ਬਾਰੇ ਤੇ ਦੱਸਿਆ ਹੈ, ਯਾਨੀ ਕਰਮ ਕਿੰਨੇ ਤਰੀਕੇ ਨਾਲ ਬਣ ਸਕਦੇ ਹਨ। ਪਰ ਹੁਣ ਕਰਮਾਂ ਦੀ ਅੱਗੇ ਦੀ ਗੱਲ ਕਰਾਂਗੇ ਕਿ ਜੋ ਬਹੁਤ ਸੂਖਮ ਕਰਮ ਹੁੰਦੇ ਹਨ, ਯਾਨੀ ਜੋ ਉੱਪਰੀ ਤੌਰ ਤੇ ਵੇਖਣ ਤੇ ਕਰਮ ਨਹੀਂ ਲੱਗਦੇ ਪਰ ਅਸਲ ਤੇ ਉਹਨਾਂ ਦਾ ਬੜਾ ਵੱਡਾ ਅਤੇ ਗਹਿਰਾ ਪ੍ਰਭਾਵ ਹੁੰਦਾ ਹੈ, ਯਾਨੀ ਉਹਨਾਂ ਕਰਮਾਂ ਦੀ ਗਤੀ ਦਾ ਜੋ ਫਲ ਹੈ ਉਹ ਬਹੁਤ ਗਹਿਰਾ ਹੁੰਦਾ ਹੈ। ਉਹਨਾਂ ਕਰਮਾਂ ਦੇ ਬਾਰੇ ਤੇ ਆਪ ਜੀ ਦੱਸੋ। ਬਾਪੂ ਜੀ, ਵੇਖੋ, ਵੇਖਣਾ, ਸੋਚਣਾ, ਬੋਲਣਾ ਇਹ ਗੱਲਾਂ ਤੇ ਕਰਮ ਦੀ ਥਿਉਰੀ ਤੇ ਸਧਾਰਨ ਗੱਲਾਂ ਹੋ ਗਈਆਂ ਹਨ, ਪਰ ਕਰਮਾਂ ਦੀ ਗਹਿਰੀ ਗਤੀ ਜਾਂ ਕਰਮਾਂ ਦਾ ਗਹਿਰਾ ਅਸਰ ਕਿਸ ਤਰ੍ਹਾਂ ਹੁੰਦਾ ਹੈ, ਇਸ ਦਾ ਰਾਜ਼ ਅੱਜ ਮੈਂ ਤੁਹਾਨੂੰ ਸਮਝਾਉਂਦਾ ਹਾਂ। ਜਦੋਂ ਕਈ ਜਨਮਾਂ ਦੇ ਜਮ੍ਹਾਂ ਕੀਤੇ ਹੋਏ ਕਰਮ ਇਸ ਜਨਮ ਤੇ ਯਾਨੀ ਹੁਣ ਦੇ ਜਨਮ ਤੇ ਜਦੋਂ ਸਾਹਮਣੇ ਆਉਂਦੇ ਹਨ, ਜਿਸ ਤਰ੍ਹਾਂ ਕਿ ਪਿਛਲੇ ਕਿਸੇ ਜਨਮ ਤੇ ਕਿਸੇ ਨੇ ਕਿਸੇ ਨੂੰ ਮਾਰਿਆ ਹੈ ਤੇ ਹੁਣ ਇਸ ਜਨਮ ਤੇ ਉਸ ਦੇ ਸਾਹਮਣੇ ਕੋਈ ਰਿਵਾਲਵਰ ਲੈ ਕੇ ਆ ਗਿਆ ਹੈ ਉਸ ਨੂੰ ਮਾਰਨ ਦੇ ਲਈ, ਤੇ ਪਿਛਲੇ ਜਨਮ ਦੇ ਮਾਰਨ ਵਾਲਾ ਮਨੁੱਖ ਜੇਕਰ ਗਿਆਨੀ ਪੁਰਖ ਤੇ ਹੈ ਤੇ ਸਮਝ ਜਾਏਗਾ ਕਿ ਮੇਰਾ ਹੀ ਕੀਤਾ ਹੋਇਆ ਕੋਈ ਵਿਕਰਮ ਜਾਂ ਬੁਰਾ ਕਰਮ ਮੇਰੇ ਸਾਹਮਣੇ ਆ ਗਿਆ ਹੈ, ਜਾਂ ਫਿਰ ਕੋਈ ਪਹਾੜ ਜਿੰਨਾ ਦੁੱਖ ਕਿਸੇ ਆਤਮਾ ਦੇ ਸਾਹਮਣੇ ਆ ਗਿਆ ਤੇ ਜੇਕਰ ਉਹ ਗਿਆਨੀ ਆਤਮਾ ਹੈ ਤੇ ਸਮਝ ਜਾਏਗੀ ਕਿ ਮੇਰਾ ਹੀ ਕੀਤਾ ਹੋਇਆ ਕੋਈ ਬੁਰਾ ਕਰਮ ਮੇਰੇ ਸਾਹਮਣੇ ਆ ਗਿਆ ਹੈ। ਅਨੰਤ ਬਾਪੂ ਜੀ, ਇਸੇ ਤੋਂ ਰਿਲੇਟਡ ਮੇਰਾ ਇੱਕ ਕੁਐਸਚਨ ਸੀ ਕਿ ਜਦੋਂ ਸਾਡੇ ਨਾਲ ਕੁਝ ਬੁਰਾ ਬਤੀਤ ਹੁੰਦਾ ਹੈ ਤੇ ਕੀ ਅਸੀਂ ਇਹ ਮੰਨ ਕੇ ਚੱਲੀਏ ਕਿ ਸਾਡੇ ਬੁਰੇ ਕਰਮਾਂ ਦਾ ਫਲ ਹੈ ਅਤੇ ਇਹ ਜੋ ਰਿਜ਼ਲਟ ਸਾਡੇ ਸਾਹਮਣੇ ਆਇਆ ਹੈ ਤੇ ਕੀ ਉਸ ਬੁਰੇ ਕਰਮਾਂ ਦੀ ਜ਼ਿੰਮੇਵਾਰੀ ਵੀ ਸਾਡੀ ਹੀ ਹੈ? ਸਾਨੂੰ ਐਸੇ ਕਰਮਾਂ ਤੋਂ ਕੀ ਡਰਨਾ ਚਾਹੀਦਾ ਜਾਂ ਸਾਨੂੰ ਇਸ ਤੋਂ ਮੁਕਾਬਲਾ ਕਰਨਾ ਚਾਹੀਦਾ, ਜਾਂ ਕੀ ਸਾਨੂੰ ਐਕਸੈਪਟ ਜਾਂ ਮੰਨ ਲੈਣਾ ਚਾਹੀਦਾ ਕਿ ਗਲਤੀ ਸਾਡੀ ਹੀ ਹੈ? ਬਾਪੂ ਜੀ, ਵੇਖੋ, ਜਿਸਨੇ ਕਰਮ ਕੀਤਾ ਹੈ ਨਾ, ਫਲ ਉਸੇ ਮਨੁੱਖ ਦੇ ਸਾਹਮਣੇ ਆਏਗਾ। ਕਿਸੇ ਦੂਸਰੇ ਦਾ ਕਰਮ ਤੁਹਾਡੇ ਸਾਹਮਣੇ ਨਹੀਂ ਆਏਗਾ, ਬਲਕਿ ਕਿਸੇ ਦੇ ਵੀ ਸਾਹਮਣੇ ਨਹੀਂ ਆਏਗਾ। ਅਨੰਤ ਚਲੋ, ਪਰਮਾਤਮਾ ਨੇ ਤੇ ਇਹ ਬਹੁਤ ਚੰਗੀ ਸਿਸਟਮ ਬਣਾਈ ਹੈ। ਬਾਪੂ ਜੀ, ਇਹ ਤੇ ਨੇਚਰ ਆਫ ਸੋਲ ਹੈ, ਯਾਨੀ ਇਹ ਤੇ ਆਤਮਾ ਦਾ ਸੁਭਾਅ ਹੈ, ਪਰਮਾਤਮਾ ਦੀ ਪ੍ਰੋਸੈਸ ਜਾਂ ਪ੍ਰਕਿਰਿਆ ਨਹੀਂ ਹੈ। ਪਰਮਾਤਮਾ ਨੇ ਤੇ ਫਰਿਸ਼ਤੇ ਬਣਾਏ ਸਨ, ਸਾਰੇ ਬ੍ਰਹਮੰਡਾਂ ਤੇ ਫਰਿਸ਼ਤੇ ਬਣਾਏ ਸਨ, ਫਿਰ ਫਰਿਸ਼ਤਿਆਂ ਤੋਂ ਦੇਵਤਾ ਬਣੇ, ਦੇਵਤਿਆਂ ਤੋਂ ਮਨੁੱਖ ਬਣੇ, ਮਨੁੱਖਾਂ ਨੇ ਫਿਰ ਬੁਰੇ ਕਰਮ ਕੀਤੇ ਤੇ ਹੋਰ ਨੀਚੇ ਡਿੱਗਦੇ ਗਏ ਤੇ 55 ਕਰੋੜ ਨਰਕ ਯਾਨੀ 55 ਕਰੋੜ ਨਰਕ ਲੋਕ ਤੇ ਪਹੁੰਚ ਗਏ। ਸਾਡੇ ਇਸ ਬ੍ਰਹਮੰਡ ਤੇ ਜੋ ਧਰਤੀ ਬਣੀ ਹੈ ਇਹ ਪਹਿਲਾਂ ਨਹੀਂ ਸੀ ਨਾ। ਇਹ ਸੂਰਜ ਨਾ ਚੰਦਰਮਾ ਸੀ, ਨਾ ਸੂਰਜ ਸੀ ਅਤੇ ਨਾ ਹੀ ਸਿਤਾਰੇ ਸਨ। ਸਿਤਾਰੇ ਤੇ ਉੱਪਰ ਸਨ। ਇੱਕ ਸਿਤਾਰਾ ਮਤਲਬ ਇੱਕ ਬ੍ਰਹਮੰਡ। ਪਰ ਜੋ ਥਿਉਰੀ ਆਫ ਕਰਮ ਕਹਿੰਦੇ ਹਨ ਨਾ, ਉਹ ਤੇ ਪਰਮਾਤਮਾ ਨੇ ਨਹੀਂ ਬਣਾਈ ਸੀ। ਪਰਮਾਤਮਾ ਨੇ ਤੇ ਉਸ ਵਕਤ ਸੋਚਿਆ ਵੀ ਨਹੀਂ ਸੀ ਕਿ ਇਹ ਜੋ ਅੱਜ ਫਰਿਸ਼ਤੇ ਹਨ ਨੀਚੇ ਡਿੱਗਦੇ ਡਿੱਗਦੇ ਜਾਨਵਰ ਬਣ ਜਾਣਗੇ। ਇਸ ਲਈ ਭਗਵਾਨ ਨੂੰ ਵੀ, ਮਤਲਬ ਜੋ ਬ੍ਰਹਮੰਡ ਦਾ ਮਾਲਿਕ ਹੈ, ਉਹ ਜਦੋਂ ਬ੍ਰਹਮੰਡ ਦੀ ਸਿਰਜਣਾ ਕਰਦਾ ਹੈ
ਉਸ ਟਾਈਮ ਉਹਨੂੰ ਵੀ ਪਤਾ ਨਹੀਂ ਹੁੰਦਾ ਕਿ ਇਹ ਫਰਿਸ਼ਤੇ ਡਿੱਗਦੇ ਡਿੱਗਦੇ ਫਰਿਸ਼ਤਿਆਂ ਤੋਂ ਦੇਵਤਾ, ਦੇਵਤਿਆਂ ਤੋਂ ਮਨੁੱਖ ਅਤੇ ਮਨੁੱਖਾਂ ਤੋਂ ਫਿਰ ਜਾਨਵਰ ਬਣ ਜਾਣਗੇ। ਇਸ ਤਰ੍ਹਾਂ ਭਗਵਾਨ ਨੂੰ ਵੀ ਯਾਨੀ ਬ੍ਰਹਮੰਡ ਦੇ ਸਿਰਜਣਹਾਰ ਜਾਂ ਮਾਲਿਕ ਨੂੰ ਵੀ ਜੰਮਣ ਮਰਨ ਦੇ ਚੱਕਰਾਂ ਤੇ ਆਉਣਾ ਪੈਂਦਾ ਹੈ। ਮਤਲਬ ਭਗਵਾਨ ਨੂੰ ਵੀ ਅਵਤਾਰ ਲੈਣੇ ਪੈਂਦੇ ਹਨ। ਜਿਸ ਤਰ੍ਹਾਂ ਕਿ ਗੀਤਾ ਤੇ ਦੱਸਿਆ ਗਿਆ ਹੈ, ਯਦਾ ਯਦਾ ਹੀ ਧਰਮਸਯ ਗਲਾਨਿਰਭਵਤੀ ਭਾਰਤ ਅਭਿਉत्थानम ਅਧਰਮਸਯ ਤਦਾਤਮਾਨਮ ਸ੍ਰਜਾਮਿਅਹਮ। ਮਤਲਬ ਜਦੋਂ ਵੀ ਧਰਤੀ ਤੇ ਪਾਪ ਦੇ ਕਰਮ ਵੱਧ ਜਾਂਦੇ ਹਨ, ਅਸੁਰਾਂ ਜਾਂ ਰਾਖਸ਼ਾਂ ਦਾ ਰਾਜ ਹੁੰਦਾ ਹੈ, ਤੇ ਉਦੋਂ ਸਾਧੂ ਸੰਤਾਂ ਦੀ ਰੱਖਿਆ ਕਰਨ ਦੇ ਲਈ ਮੈਨੂੰ ਯਾਨੀ ਪਰਮਾਤਮਾ ਨੂੰ ਧਰਤੀ ਤੇ ਅਵਤਾਰ ਲੈਣਾ ਪੈਂਦਾ ਹੈ। ਤੇ ਮਨੁੱਖ ਆਤਮਾਵਾਂ ਨੂੰ ਇੰਨੀ ਸਮਝ ਤੇ ਹੋਣੀ ਚਾਹੀਦੀ। ਮੈਂ ਤੇ ਸਮਝਦਾ ਹਾਂ ਅੱਜ ਦੀ ਦੁਨੀਆ ਤੇ ਇੰਨੀ ਕਾਮਨ ਸੈਂਸ ਤੇ ਮਨੁੱਖਾਂ ਤੇ ਹੋਏਗੀ ਕਿ ਮੈਂ ਜੋ ਬੁਰੇ ਜਾਂ ਪਾਪ ਕਰਮ ਕੀਤੇ ਹਨ ਤੇ ਉਹੀ ਮੇਰੇ ਸਾਹਮਣੇ ਆ ਰਹੇ ਹਨ। ਆਨੰਦ ਮਤਲਬ ਆਪਣੇ ਕਰਮਾਂ ਦੇ ਲਈ ਕਿਸੇ ਹੋਰ ਦਾ ਕਸੂਰ ਨਹੀਂ ਕੱਢਣਾ ਚਾਹੀਦਾ। ਇਨਸਾਨ ਦਾ ਇਹ ਹਾਲ ਹੈ ਕਿ ਆਪਣੇ ਆਪ ਨੂੰ ਨਿਰਦੋਸ਼ ਸਮਝਣ ਦੇ ਲਈ ਆਪਣੇ ਦੋਸ਼ ਜਾਂ ਕਸੂਰ ਦਾ ਟੋਕਰਾ ਕਿਸੇ ਹੋਰ ਦੇ ਉੱਤੇ ਪਾ ਦਿੰਦਾ ਹੈ। ਬਾਪੂ ਜੀ, ਮੈਂ ਤੇ ਇੱਥੋਂ ਤੱਕ ਵੇਖਿਆ ਹੈ ਕਿ ਕਈ ਤਮੋ ਪ੍ਰਧਾਨ ਜਾਂ ਬੁਰੀਆਂ ਸੋਚ ਵਾਲੀਆਂ ਮਨੁੱਖ ਆਤਮਾਵਾਂ ਹਨ ਨਾ, ਉਹ ਕਹਿੰਦੀਆਂ ਹਨ ਕਿ ਪਰਮਾਤਮਾ ਨੇ ਮੈਨੂੰ ਇਹ ਦੁੱਖ ਦੇ ਦਿੱਤਾ ਹੈ। ਆਨੰਦ ਹਾਂਜੀ, ਪਰਮਾਤਮਾ ਨੂੰ ਹੀ ਸਾਰੇ ਮਨੁੱਖ ਗਾਲਾਂ ਕੱਢਦੇ ਹਨ। ਬਾਪੂ ਜੀ, ਹਾਂ, ਪਰਮਾਤਮਾ ਨੂੰ ਹੀ ਬੁਰਾ ਭਲਾ ਕਹਿੰਦਾ ਹੈ। ਅੱਜ ਜੇਕਰ ਉਹੀ ਮਨੁੱਖ ਖੁਸ਼ ਹੈ ਤੇ ਇਹ ਨਹੀਂ ਕਹਿੰਦਾ ਕਿ ਪਰਮਾਤਮਾ ਨੇ ਮੈਨੂੰ ਖੁਸ਼ੀ ਦਿੱਤੀ ਹੈ। ਆਨੰਦ ਖੁਸ਼ੀ ਦੇ ਵਕਤ ਮਨੁੱਖ ਦੀ ਆਪਣੀ ਈਗੋ ਜਾਂ ਆਪਣਾ ਘਮੰਡ ਸਾਹਮਣੇ ਆ ਜਾਂਦਾ ਹੈ। ਬਾਪੂ ਜੀ, ਪਰ ਜੋ ਗਿਆਨੀ ਆਤਮਾ ਹੈ ਉਹ ਜਾਣਦੀ ਹੈ ਕਿ ਉਸ ਦਾ ਕੀਤਾ ਹੋਇਆ ਕਰਮ ਹੀ ਉਸ ਦੇ ਸਾਹਮਣੇ ਆਇਆ ਹੈ। ਆਨੰਦ ਤੇ ਬਾਪੂ ਜੀ, ਅਣਜਾਣੇ ਤੇ ਜੋ ਗਲਤ ਕਰਮ ਹੋ ਜਾਂਦੇ ਹਨ ਉਹਨਾਂ ਦੇ ਲਈ ਕੀ ਕਰਨਾ ਚਾਹੀਦਾ? ਪਛਤਾਵਾ ਕਰਨਾ ਚਾਹੀਦਾ ਜਾਂ ਕੀ ਕਰਨਾ ਚਾਹੀਦਾ? ਬਾਪੂ ਜੀ, ਵੇਖੋ, ਇਸ ਗੱਲ ਨੂੰ ਇੱਕ ਉਦਾਹਰਣ ਦੇ ਰਾਹੀਂ ਦੱਸਦਾ ਹਾਂ ਕਿ ਕੋਈ ਗਿਆਨੀ ਪੁਰਖ ਹੋ ਕੇ ਕਰਮ ਕਰਦਾ ਹੈ, ਯਾਨੀ ਜੋ ਜਾਣਦਾ ਹੈ ਕਿ ਉਹ ਕੀ ਕਰਮ ਕਰ ਰਿਹਾ ਹੈ। ਇਸ ਕਰਕੇ ਗਿਆਨੀ ਪੁਰਖ ਨੂੰ ਬਾਹਮਣ ਕਹਿੰਦੇ ਹਨ। ਪਰ ਜੋ ਅਗਿਆਨੀ ਹੈ ਯਾਨੀ ਜੋ ਨਹੀਂ ਜਾਣਦਾ ਕਿ ਉਹ ਕੀ ਕਰ ਰਿਹਾ ਹੈ, ਉਸ ਨੂੰ ਸ਼ੂਦਰ ਕਹਿੰਦੇ ਹਨ, ਯਾਨੀ ਤਮੋ ਪ੍ਰਧਾਨ ਮਨੁੱਖ, ਮਤਲਬ ਬੁਰੇ ਵਿਚਾਰਾਂ ਵਾਲਾ ਮਨੁੱਖ। ਤੇ ਸ਼ੂਦਰ ਅਤੇ ਬਾਹਮਣ ਦੀ ਕਰਮਾਂ ਦੀ ਥਿਉਰੀ ਯਾਨੀ ਸਿਧਾਂਤਾਂ ਦਾ ਜੋ ਗਿਆਨ ਹੈ ਉਹਨਾਂ ਦੀ ਸਮਝਣ ਦੀ ਸ਼ਕਤੀ ਤੇ ਆਧਾਰਿਤ ਹੈ। ਉਹਨਾਂ ਦੋਨਾਂ ਦੀ ਕਰਮਾਂ ਦੀ ਥਿਉਰੀ ਸੋਚਣ ਸਮਝਣ ਤੇ ਜ਼ਮੀਨ ਅਸਮਾਨ ਦਾ ਫਰਕ ਹੈ। ਇਸ ਕਰਕੇ ਜੋ ਜਿੰਨਾ ਗਿਆਨੀ ਹੁੰਦਾ ਹੈ ਉਸੇ ਹਿਸਾਬ ਨਾਲ ਉਹ ਕਰਮ ਕਰਦਾ ਹੈ। ਉਨਾ ਹੀ ਕਰਮਾਂ ਦਾ ਹਿਸਾਬ ਕਿਤਾਬ ਉਸ ਦੀ ਆਤਮਾ ਤੇ ਰਿਕਾਰਡ ਜਾਂ ਜਮਾ ਹੁੰਦਾ ਹੈ। ਬਾਹਮਣ ਆਤਮਾਵਾਂ ਨੂੰ ਯਾਨੀ ਗਿਆਨੀ ਆਤਮਾਵਾਂ ਨੂੰ ਕਰਮਾਂ ਦੀ ਸਜ਼ਾ ਬਹੁਤ 4 ਗੁਣਾ ਜਾਂ 4 ਟਾਈਮਸ ਮਿਲਦੀ ਹੈ, ਕਈ ਗੁਣਾ ਮਿਲਦੀ ਹੈ। ਤੇ ਸ਼ੂਦਰ ਨੂੰ ਯਾਨੀ ਅਗਿਆਨੀ ਆਤਮਾ ਨੂੰ ਇਸ ਤੋਂ ਕਈ ਗੁਣਾ ਘੱਟ ਸਜ਼ਾ ਮਿਲਦੀ ਹੈ, ਕਿਉਂਕਿ ਉਸ ਦੇ ਅੰਦਰ ਗਿਆਨ ਹੀ ਨਹੀਂ ਹੈ। ਜਿਸ ਤਰ੍ਹਾਂ ਕੋਈ ਜਾਨਵਰ ਜੇਕਰ ਕੋਈ ਕਰਮ ਕਰੇ ਤੇ ਕੀ ਉਸ ਨੂੰ ਸਜ਼ਾ ਮਿਲੇਗੀ? ਪਰ ਹੌਲੀ ਹੌਲੀ ਕਰਕੇ ਉਸ ਦੀ ਆਤਮਾ ਤੇ ਕਰਮ ਬੰਨਣ ਜਾਂ ਕਰਮਾਂ ਦਾ ਹਿਸਾਬ ਕਿਤਾਬ ਤੇ ਆਂਦਾ ਹੀ ਹੈ। ਕੋਈ ਵੀ ਹੋਵੇ, ਭਾਵੇਂ ਜਾਨਵਰ ਹੀ ਹੋਵੇ, ਭਾਵੇਂ ਉਸ ਨੂੰ ਗਿਆਨ ਨਹੀਂ ਹੈ, ਸਜ਼ਾ ਵੀ ਘੱਟ ਮਿਲਦੀ ਹੈ। ਪਰ ਉਹ ਜਾਨਵਰ ਵੀ ਹੌਲੀ ਹੌਲੀ ਕਰਕੇ ਆਪਣੀ ਆਤਮਾ ਦੀ ਸ਼ਕਤੀ ਖਤਮ ਕਰਦਾ ਜਾਂਦਾ ਹੈ। ਉਸ ਦੀ ਆਤਮਾ ਦੇ ਸੈੱਲ ਹੌਲੀ ਹੌਲੀ ਕਰਕੇ ਘੱਟ ਹੁੰਦੇ ਜਾਂਦੇ ਹਨ। ਸੈੱਲ ਘੱਟ ਹੁੰਦੇ ਹੁੰਦੇ ਹੌਲੀ ਹੌਲੀ ਉਹ ਨੀਚੇ ਘੱਟ ਸੈੱਲ ਵਾਲੀ ਆਤਮਾ ਬਣਦੇ ਜਾਂਦੇ ਹਨ। ਹੌਲੀ ਹੌਲੀ ਕਰਕੇ ਅਖੀਰ ਤੇ 1 ਸੈੱਲ ਵਾਲੀ ਆਤਮਾ ਬਣ ਜਾਂਦੀ ਹੈ। ਅਨੰਤ ਤੇ ਫਿਰ ਅਖੀਰ ਤੇ ਜਾਂ ਲਾਸਟ ਤੇ ਅਮੀਬਾ ਬਣੇਗੀ। ਬਾਪੂ ਜੀ, ਹਾਂ, ਅਮੀਬਾ ਬਣੇਗੀ। ਡਾਰਵਿਨ ਦਾ ਸਿਧਾਂਤ ਫਿਰ ਲਾਗੂ ਹੋਏਗਾ। ਤੇ ਇਸ ਤਰ੍ਹਾਂ ਕਰਮਾਂ ਦੇ ਹਿਸਾਬ ਕਿਤਾਬ ਕਰਕੇ ਮਨੁੱਖ ਆਤਮਾ ਜੰਮਣ ਮਰਨ ਦੇ ਚੱਕਰਾਂ ਤੇ ਆਂਦੀ ਰਹਿੰਦੀ ਹੈ। ਕਈ ਜਨਮਾਂ ਦੇ ਜੰਮਣ ਮਰਨ ਦੇ ਚੱਕਰਾਂ ਤੇ ਆਂਦੇ ਆਂਦੇ 84 ਜਾਂ 84 ਲੱਖ ਜੋਨੀਆਂ ਦੇ ਚੱਕਰ ਕੱਟਦੇ ਮਨੁੱਖ ਆਤਮਾ ਇੱਕਦਮ ਸ਼ਕਤੀ ਜਾਂ ਪਾਵਰ ਤੋਂ ਰਹਿਤ ਹੋ ਜਾਂਦੀ ਹੈ
ਤੇ ਮਨੁੱਖਾਂ ਦਾ ਕਰਮ ਬੰਨਣ ਜਾਂ ਕਰਮਾਂ ਦਾ ਹਿਸਾਬ ਕਿਤਾਬ ਜਦੋਂ ਸਾਹਮਣੇ ਆਂਦਾ ਹੈ ਤੇ ਉਸ ਨੂੰ ਉਦੋਂ ਪਰਮਾਤਮਾ ਨੂੰ ਯਾਦ ਕਰਨਾ ਚਾਹੀਦਾ। ਪਰਮਾਤਮਾ ਨੂੰ ਕਹਿਣਾ ਚਾਹੀਦਾ ਕਿ ਮੈਨੂੰ ਇੰਨੀ ਸ਼ਕਤੀ ਦਿਓ ਕਿ ਮੈਂ ਆਪਣੇ ਵਿਕਰਮ ਜਾਂ ਬੁਰੇ ਕਰਮ ਖਤਮ ਕਰ ਸਕਾਂ। ਅਨੰਤ ਬਾਪੂ ਜੀ, ਜਿਸ ਤਰ੍ਹਾਂ ਕਿ ਕਰਮਾਂ ਦਾ ਸਿਧਾਂਤ ਕਹਿੰਦਾ ਹੈ ਕਿ ਪਰਮਾਤਮਾ ਹੈ, ਪਰ ਉਸ ਦੀ ਪ੍ਰਾਪਤੀ ਜਾਂ ਉਸ ਨੂੰ ਪਾਉਣ ਦੇ ਲਈ ਕਿਹੜੇ ਕਰਮ ਕਰਨੇ ਚਾਹੀਦੇ? ਬਾਪੂ ਜੀ, ਹੁਣ ਇਹ ਤੇ ਬਹੁਤ ਵੱਡਾ ਕੁਐਸਚਨ ਹੈ। ਪਰਮਾਤਮਾ ਨੂੰ ਪ੍ਰਾਪਤ ਕਰਨ ਦੇ ਲਈ ਵੇਖੋ, ਹਮੇਸ਼ਾ ਇਹ ਸੋਚ ਰੱਖੋ ਕਿ ਅਨੰਤ ਕੋਟੀ ਬ੍ਰਹਮੰਡਾਂ ਦਾ ਜਾਂ ਬੇਅੰਤ ਤਰ੍ਹਾਂ ਦੇ ਬ੍ਰਹਮੰਡਾਂ ਦਾ ਮਾਲਿਕ ਸਿਰਫ ਇੱਕ ਹੀ ਹੈ। ਇੱਕ ਨੇ ਹੀ ਸਾਰਾ ਕੁਝ ਸਿਰਜਿਆ ਹੈ। ਤੇ ਪਹਿਲਾਂ ਆਪਣੀ ਬੁੱਧ ਨੂੰ ਵਿਸ਼ਾਲ ਜਾਂ ਵੱਡੀ ਰੱਖੋ, ਮਤਲਬ ਆਪਣੀ ਸੋਚ ਵੱਡੀ ਰੱਖੋ। ਛੋਟੀ ਮੱਤ ਵਾਲੇ ਜਾਂ ਨੈਰੋ ਮਾਈਂਡਡ ਨਾ ਬਣੋ। ਧਰਮ, ਨਾਤ, ਜਾਤ ਤੇ ਚੱਕਰਾਂ ਤੇ ਨਾ ਪਾਓ। ਜੇਕਰ ਇਹਨਾਂ ਦੇ ਚੱਕਰਾਂ ਤੇ ਪੈ ਜਾਓਗੇ ਤੇ ਫਿਰ ਪੂਰੇ 84 ਲੱਖ ਜਾਂ 84 ਲੱਖ ਜੋਨੀਆਂ ਦੇ ਚੱਕਰਾਂ ਤੇ ਪੈ ਜਾਓਗੇ। ਤੇ ਪਹਿਲਾਂ ਆਪਣੀ ਸੋਚ ਚੰਗੀ ਰੱਖੋ, ਹਾਈ ਕੁਆਲਿਟੀ ਸੋਚ ਅਤੇ ਪੋਜ਼ਿਟਿਵ ਸੋਚ ਰੱਖੋ ਤੇ ਚੰਗੀ ਅਤੇ ਉੱਚੀ ਸੋਚ ਤੋਂ ਵਾਈਬ੍ਰੇਸ਼ਨਸ ਬਦਲਣਗੇ। ਵਾਈਬ੍ਰੇਸ਼ਨਸ ਦੇ ਰਾਹੀਂ ਤੁਹਾਡੀ ਅੱਛਾਈਆਂ ਹੌਲੀ ਹੌਲੀ ਇੱਕ ਦਿਨ ਤੁਹਾਨੂੰ ਪਰਮਾਤਮਾ ਦੇ ਗਿਆਨ ਦੀ ਤਰਫ ਲੈ ਜਾਣਗੀਆਂ ਅਤੇ ਜਿੱਥੇ ਜਿੱਥੇ ਵੀ ਪਰਮਾਤਮਾ ਦਾ ਗਿਆਨ ਮਿਲਦਾ ਹੈ ਉੱਥੇ ਉੱਥੇ ਤੁਸੀਂ ਜਾਓਗੇ। ਪਹਿਲਾਂ ਤੇ ਆਤਮ ਗਿਆਨ ਦੀ ਤਰਫ ਜਾਏਗੀ, ਯਾਨੀ ਆਪਣੇ ਆਪ ਦਾ ਗਿਆਨ ਲੱਭੇਗੀ। ਉਸ ਆਤਮਾ ਨੂੰ ਗਿਆਨ ਦੀ ਭੁੱਖ ਹੋਏਗੀ। ਉਹ ਆਤਮਾ ਐਸਾ ਗਿਆਨ ਲੱਭੇਗੀ ਜੋ ਉਸ ਨੂੰ ਆਪਣੇ ਆਪ ਦੀ ਪਛਾਣ ਕਰਵਾ ਸਕੇ। ਪਹਿਲਾਂ ਤੇ ਮੈਂ ਕੌਣ ਹਾਂ? ਮੈਂ ਇੱਕ ਆਤਮਾ ਹਾਂ, ਇਹ ਤੇ ਉਸ ਨੂੰ ਸਮਝ ਆਏਗਾ। ਪਰ ਆਤਮ ਸਰੂਪ ਦਾ ਅਹਿਸਾਸ ਜਾਂ ਆਪਣੀ ਆਤਮਾ ਦੇ ਬਾਰੇ ਤੇ ਜਾਂ ਉਹ ਮੇਰੇ ਵਿੱਚ ਕਿਸ ਤਰ੍ਹਾਂ ਹੈ ਜਾਂ ਮੈਂਪਨ ਦਾ ਅਹਿਸਾਸ ਮੈਂ ਕਿਸ ਤਰ੍ਹਾਂ ਕਰਾਂ, ਤੇ ਆਤਮ ਸਰੂਪ ਦਾ ਅਹਿਸਾਸ ਕਰਦੇ ਕਰਦੇ ਕਈ ਸੰਸਥਾਵਾਂ ਤੇ ਜਾਏਗਾ। ਫਿਰ ਆਤਮ ਸਰੂਪ ਦੀ ਅਨੁਭੂਤੀ ਜਾਂ ਅਹਿਸਾਸ ਹੋਏਗਾ। ਅੰਤ ਤੇ ਜਾ ਕੇ ਕਿਤੇ ਨਾ ਕਿਤੇ ਤੋਂ ਪਰਮਾਤਮਾ ਦਾ ਗਿਆਨ ਉਸ ਨੂੰ ਹੌਲੀ ਹੌਲੀ ਮਿਲੇਗਾ। ਕੋਈ ਪਰਮਾਤਮਾ ਦੇ ਗਿਆਨ ਨੂੰ ਬ੍ਰਹਮੰਡ ਦੇ ਮਾਲਿਕ ਸ਼ਿਵ ਪਰਮਾਤਮਾ ਦਾ ਗਿਆਨ ਕਹੇਗਾ, ਕੋਈ ਗੈਲੈਕਸੀ ਦੇ ਮਾਲਿਕ ਮਹਾਸ਼ਿਵ ਦਾ ਗਿਆਨ ਕਹੇਗਾ। ਇਸ ਤਰ੍ਹਾਂ ਉਹ ਵੱਖਰੀ ਵੱਖਰੀ ਥਿਊਰੀਆਂ ਤੇ ਆਏਗਾ। ਪਰ ਜਦੋਂ ਆਤਮਾ ਦੀ ਸੋਚ ਚੰਗੀ ਹੁੰਦੀ ਹੈ, ਉਸ ਦਾ ਉਦੇਸ਼ ਜਾਂ ਟਾਰਗੇਟ ਉੱਚਾ ਹੁੰਦਾ ਹੈ। ਜਿਸ ਤਰ੍ਹਾਂ ਕਿ ਉਸ ਦਾ ਉਦੇਸ਼ ਹੈ ਕਿ ਮੈਂ ਪਰਮਾਤਮਾ ਨੂੰ ਪਾਉਣਾ ਹੈ, ਮੈਨੂੰ ਜੰਮਣ ਮਰਨ ਦੇ ਚੱਕਰਾਂ ਤੋਂ ਛੁਟਕਾਰਾ ਪਾਉਣਾ ਹੈ, ਮੈਨੂੰ ਕਰਮਾਂ ਦੇ ਹਿਸਾਬ ਕਿਤਾਬ ਤੋਂ ਛੁੱਟਣਾ ਹੈ, ਮੈਨੂੰ ਮੁਕਤੀ, ਜੀਵਨ ਮੁਕਤੀ ਚਾਹੀਦੀ। ਤੇ ਕਦੀ ਨਾ ਕਦੀ ਉਸ ਦੀ ਰੋਜ਼ ਦੀ ਸੋਚ, ਬਾਰ-ਬਾਰ ਦੀ ਸੋਚ ਦੇ ਕਾਰਨ ਉਸ ਦੇ ਵਾਈਬ੍ਰੇਸ਼ਨ ਬਣਦੇ ਹਨ ਅਤੇ ਵਾਈਬ੍ਰੇਸ਼ਨ ਉਸ ਦੇ ਆਸ-ਪਾਸ ਦੇ ਵਾਯੂਮੰਡਲ ਦਾ ਔਰਾ ਗੋਲਡਨ ਕਾਸਮਿਕ ਯਾਨੀ ਸੁਨਹਿਰੀ ਸੰਕਲਪਾਂ ਦਾ ਔਰਾ ਬਣਾਉਂਦਾ ਹੈ ਅਤੇ ਗੋਲਡਨ ਕਾਸਮਿਕ ਔਰੇ ਦਾ ਵਾਯੂਮੰਡਲ ਬਣਾਉਂਦੇ ਹੌਲੀ-ਹੌਲੀ ਉਸ ਦਾ ਔਰਾ ਵਾਈਟ ਜਾਂ ਚਿੱਟਾ ਔਰਾ ਹੋ ਜਾਂਦਾ ਹੈ ਅਤੇ ਇੱਕ ਦਿਨ ਕਿਤੇ ਨਾ ਕਿਤੇ ਤੋਂ ਉਸ ਆਤਮਾ ਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਉਹ ਪਰਮਾਤਮਾ ਹੀ ਨਹੀਂ ਬਲਕਿ ਆਲਮਾਈਟੀ ਅਥਾਰਟੀ ਯਾਨੀ ਸਰਵ ਸ਼ਕਤੀਮਾਨ ਪਰਮ ਪਿਤਾ ਪਰਮਾਤਮਾ ਨੂੰ ਵੀ ਪ੍ਰਾਪਤ ਕਰ ਸਕਦਾ ਹੈ। ਅਨੰਤ ਅੱਛਾ ਬਾਪੂ ਜੀ, ਜੋ ਲੋਕੀ ਇਹ ਕਰਮਾਂ ਦੀ ਥਿਊਰੀ ਨੂੰ ਮੰਨਦੇ ਹੀ ਨਹੀਂ ਹਨ, ਉਹਨਾਂ ਦੀ ਕੀ ਅਵਸਥਾ ਹੋਏਗੀ? ਬਾਪੂ ਜੀ, ਉਹ ਤੇ ਜਦੋਂ ਕਰਮਾਂ ਦੀ ਥਿਊਰੀ ਹੀ ਨਹੀਂ ਮੰਨਦੇ ਤੇ ਪੂਰੀ ਜ਼ਿੰਦਗੀ ਉਲਟੇ ਪੁਲਟੇ ਕੰਮ ਕਰਦੇ ਰਹਿੰਦੇ ਹਨ, ਕਿਉਂਕਿ ਉਸ ਦਾ ਉਹ ਆਤਮਾ ਦਾ ਜੀਵਨ ਹੈ ਖਾਣਾ ਪੀਣਾ ਅਤੇ ਸੌਣਾ, ਮੌਜ ਮਸਤੀ ਕਰਨੀ। ਜਾਨਵਰ ਦੀ ਤਰ੍ਹਾਂ ਦੀ ਜ਼ਿੰਦਗੀ ਹੋ ਗਈ ਨਾ ਉਸਦੀ। ਤੇ ਐਸੀਆਂ ਆਤਮਾਵਾਂ ਮਰਨ ਤੋਂ ਬਾਅਦ ਜਦੋਂ ਭੂਤ ਬਣਦੀਆਂ ਹਨ, ਉਦੋਂ ਲੱਖਾਂ ਕਰੋੜਾਂ ਅਰਬਾਂ ਭੂਤਾਂ ਨੂੰ ਵੇਖਦੀਆਂ ਹਨ। ਉਦੋਂ ਐਸੀ ਆਤਮਾਵਾਂ ਨੂੰ ਭੂਤ ਫੜ ਕੇ ਲੈ ਜਾਂਦੇ ਹਨ ਅਤੇ ਪਹਿਲਾਂ ਤੇ ਉਸ ਨੂੰ ਸਿਖਾਉਂਦੇ ਹਨ ਕਿ ਤੂੰ ਮੰਨਦਾ ਨਹੀਂ ਸੀ ਨਾ ਕਿ ਪਰਮਾਤਮਾ ਕੋਈ ਨਹੀਂ ਹੈ, ਨਾ ਤੂੰ ਥਿਊਰੀ ਆਫ ਕਰਮ ਨੂੰ ਮੰਨਦਾ ਹੈ। ਤੇ ਫਿਰ ਭੂਤ ਉਸ ਨੂੰ ਸਿਖਾਉਂਦੇ ਹਨ 2-4 ਜਾਂ 2-4 ਭੂਤ ਜਾਂ ਗੋਸਟ
ਇਕੱਠੇ ਹੋ ਕੇ ਉਸ ਨੂੰ ਨੋਚ ਲੈਂਦੇ ਹਨ। ਫਿਰ ਉਸ ਨੂੰ ਹੋਸ਼ ਆਉਂਦਾ ਹੈ ਕਿ ਹਾਂ, ਉੱਪਰ ਕੋਈ ਪਰਮਾਤਮਾ ਹੈ, ਆਲਮਾਈਟੀ ਅਥਾਰਟੀ ਕਿਤੇ ਨਾ ਕਿਤੇ ਤੇ ਹੈ। ਤੇ ਫਿਰ ਉਸ ਨੂੰ ਹੋਸ਼ ਆਉਂਦਾ ਹੈ ਮਨੁੱਖ ਅਵਤਾਰ ਵਿੱਚ, ਤੇ ਉਹ ਬੇਹੋਸ਼ ਸੀ। ਮਰਨ ਦੇ ਬਾਅਦ ਹੁਣ ਹੌਲੀ ਹੌਲੀ ਹੋਸ਼ ਤੇ ਆਉਂਦਾ ਹੈ ਅਤੇ ਮੰਨਦਾ ਹੈ, ਇਸ ਲਈ ਉਸ ਦੀ ਦੁਰਗਤ ਹੁੰਦੀ ਹੈ। ਅਨੰਤ ਤੇ ਬਾਪੂ ਜੀ, ਜੋ ਲੋਕੀ ਪੂਰੇ ਦਿਨ ਪਰਮਾਤਮਾ ਦੇ ਨਾਂ ਦੀ ਮਾਲਾ ਫੇਰਦੇ ਰਹਿੰਦੇ ਹਨ ਅਤੇ ਘਰ ਆ ਕੇ ਕਲੇਸ਼ ਕਰਦੇ ਹਨ, ਅਤੇ ਐਸੇ ਲੋਕੀ ਜੋ ਆਪਣੀ ਹੀ ਆਤਮਾ ਦਾ ਉਧਾਰ ਨਹੀਂ ਕਰ ਸਕਦੇ, ਤੇ ਐਸੇ ਲੋਕਾਂ ਦੀ ਵੀ ਇਹੋ ਜਿਹੀ ਹਾਲਤ ਹੁੰਦੀ ਹੋਏਗੀ ਜਿਸ ਤਰ੍ਹਾਂ ਕਿ ਆਪ ਜੀ ਨੇ ਦੱਸਿਆ। ਪਰ ਹੁਣ ਗੱਲ ਇਹ ਹੈ ਕਿ ਜਦੋਂ ਵਿਕਰਮ ਜਾਂ ਬੁਰਾ ਕਰਮ ਉਸ ਆਤਮਾ ਦੇ ਅੱਗੇ ਆਂਦਾ ਹੈ, ਇਨਸਾਨ ਦੇ ਅੰਦਰ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਵੱਧ ਜਾਂਦਾ ਹੈ। ਇਹਨਾਂ ਵਿਕਾਰਾਂ ਤੋਂ ਕਿਸ ਤਰ੍ਹਾਂ ਬਚ ਸਕਦੇ ਹਾਂ? ਬਾਪੂ ਜੀ, ਵੇਖੋ, ਇੱਕ ਗੱਲ ਸੋਚੋ ਕਿ ਪਰਮਾਤਮਾ ਨੂੰ ਯਾਦ ਕਰਨ ਦੇ ਲਈ ਮਨੁੱਖ ਨੂੰ ਕੋਈ ਵੀ ਮਾਲਾ ਫੇਰਨ ਦੀ ਲੋੜ ਨਹੀਂ ਹੈ। ਅਨੰਤ, ਇਹ ਤੇ ਬਹੁਤ ਵਧੀਆ ਗੱਲ ਹੈ ਬਾਪੂ ਜੀ। ਬਾਪੂ ਜੀ, ਉਸ ਮਨੁੱਖ ਆਤਮਾ ਨੂੰ ਯੋਗ ਕਰਨ ਜਾਂ ਲਗਾਉਣ ਦੀ ਲੋੜ ਹੈ, ਯਾਦ ਕਰਨ ਦੀ ਜ਼ਰੂਰਤ ਹੈ। ਬੁੱਧ ਤੋਂ ਪਰਮਾਤਮਾ ਨੂੰ ਯਾਦ ਕਰਨ ਦੀ ਜ਼ਰੂਰਤ ਹੈ ਨਾ। ਪਹਿਲਾਂ ਤੇ ਆਪਣੇ ਆਪ ਨੂੰ ਸਮਝੋ ਕਿ ਮੈਂ ਕੌਣ ਹਾਂ। ਜਦੋਂ ਇਹ ਗਿਆਨ ਹੋ ਜਾਵੇ ਕਿ ਮੈਂ ਇੱਕ ਆਤਮਾ ਹਾਂ, ਤੇ ਫਿਰ ਆਤਮ ਸਰੂਪ ਦੀ ਅਨੁਭੂਤੀ ਕਰੋ। ਸਥਿਤ ਪ੍ਰਗਯ ਯਾਨੀ ਹਰ ਅਵਸਥਾ ਤੇ, ਭਾਵੇਂ ਉਹ ਦੁੱਖ ਦੀ ਹੋਵੇ ਜਾਂ ਸੁੱਖ ਦੀ ਹੋਵੇ, ਇੱਕੋ ਮਨ ਦੀ ਅਵਸਥਾ ਹੋਵੇ, ਐਸੇ ਬਣੋ। ਇਸ ਲਈ ਤੇ ਗੀਤਾ ਤੇ ਕਿਹਾ ਗਿਆ ਹੈ ਕਿ ਮੈਂ ਜਪ, ਤਪ, ਧਿਆਨ ਯੋਗ ਤੋਂ ਨਹੀਂ ਮਿਲਦਾ। ਪਰ ਜਦੋਂ ਤੱਕ ਤੁਸੀਂ ਪਰਮਾਤਮਾ ਨੂੰ ਨਹੀਂ ਜਾਣੋਗੇ ਤੇ ਯੋਗ ਕਿਸ ਤੋਂ ਲਗਾਓਗੇ? ਯਾਨੀ ਯੋਗ ਕਰਨ ਲਈ ਕਿਸ ਦਾ ਧਿਆਨ ਕਰੋਗੇ? ਜੇਕਰ ਮਾਲਾ ਜਪਣ ਵਾਲੇ ਪਰਮਾਤਮਾ ਨੂੰ ਨਹੀਂ ਜਾਣਨਗੇ ਤੇ ਮਾਲਾ ਕਿਸ ਦੇ ਨਾਮ ਦੀ ਜਪਣਗੇ? ਓ ਮਾਈ ਗॉड ਨਾਂ ਦੀ ਫਿਲਮ ਤੇ ਕੀ ਕਿਹਾ ਗਿਆ ਹੈ? ਜੋ ਮੈਨੂੰ ਯਾਨੀ ਪਰਮਾਤਮਾ ਨੂੰ ਮੰਦਿਰਾਂ, ਮਸਜਿਦਾਂ 'ਚ ਲੱਭਦਾ ਹੈ, ਉਹਨਾਂ ਨੂੰ ਮੈਂ ਨਹੀਂ ਮਿਲਦਾ, ਕਿਉਂਕਿ ਮੈਂ ਮੰਦਿਰਾਂ, ਮਸਜਿਦਾਂ 'ਚ ਹੈ ਹੀ ਨਹੀਂ, ਧਰਮ ਸਥਾਨਾਂ ਤੇ ਹੈ ਹੀ ਨਹੀਂ। ਉਸ ਨੇ ਕਲੀਅਰ ਕਿਹਾ ਹੈ ਕਿ ਉਸ ਨੂੰ ਗਿਆਨ ਤੋਂ ਲੱਭੋ ਕਿ ਉਹ ਕਿੱਥੇ ਹੈ। ਮੁਸਲਮਾਨ ਕਹਿੰਦੇ ਹਨ ਕਿ ਖੁਦਾ ਤਾਲਾ 7 ਜਾਂ 7 ਅਸਮਾਨਾਂ ਤੋਂ ਪਰੇ ਰਹਿੰਦਾ ਹੈ। ਅਨੰਤ ਬਾਪੂ ਜੀ, ਕ੍ਰਿਸਚਨ ਧਰਮ ਤੇ ਇਹ ਵੀ ਦੱਸਿਆ ਗਿਆ ਹੈ, ਕਰਮਾਂ ਦੀ ਥਿਉਰੀ ਜਾਂ ਸਿਧਾਂਤ ਤੇ ਉਹਨਾਂ ਲੋਕਾਂ ਕੋਲ ਨਹੀਂ ਹੈ, ਪਰ ਉਹ ਲੋਕ ਜਜਮੈਂਟ ਡੇ ਨੂੰ ਮੰਨਦੇ ਹਨ। ਉਹ ਕਹਿੰਦੇ ਹਨ ਕਿ ਜਦੋਂ ਜਜਮੈਂਟ ਡੇ ਜਾਂ ਆਖਰੀ ਦਿਨ ਹੋਏਗਾ, ਤੇ ਉਸ ਦਿਨ ਜੋ ਵੀ ਉਹਨਾਂ ਨੂੰ ਆਪਣੀ ਜ਼ਿੰਦਗੀ ਤੇ ਅੱਛੇ ਜਾਂ ਕਰਮ ਕੀਤੇ ਹਨ, ਚੰਗੇ ਜਾਂ ਬੁਰੇ ਕੰਮ ਕੀਤੇ ਹਨ, ਉਹਨਾਂ ਦਾ ਹਿਸਾਬ ਕਿਤਾਬ ਹੋਏਗਾ, ਤੇ ਉਹ ਲੋਕੀ ਇਸ ਦਿਨ ਨੂੰ ਮੰਨਦੇ ਹਨ। ਪਰ ਕਿਉਂਕਿ ਉਹਨਾਂ ਨੇ ਪੂਰਵ ਜਨਮ ਜਾਂ ਦੁਬਾਰਾ ਜੰਮਣ ਲੈਣਾ ਨਹੀਂ ਹੈ, ਇਸ ਲਈ ਉਹਨਾਂ ਦੇ ਅੰਦਰ ਡਰ ਨਹੀਂ ਹੈ। ਉਹ ਸੋਚਦੇ ਹਨ ਕਿ ਸਾਨੂੰ ਕਿਹੜਾ ਦੁਬਾਰਾ ਮਨੁੱਖ ਬਣ ਕੇ ਜਨਮ ਲੈਣਾ ਹੈ, ਸਾਨੂੰ ਕੋਈ ਟੈਨਸ਼ਨ ਜਾਂ ਮਾਨਸਿਕ ਤਣਾਅ ਤੇ ਹੈ ਹੀ ਨਹੀਂ, ਜੋ ਵੀ ਚੰਗਾ ਜਾਂ ਬੁਰਾ ਕਰਨਾ ਹੈ ਕਰ ਲਓ। ਤੇ ਇਹੀ ਗੱਲ ਹੈ ਕਿ ਸਾਡੇ ਧਰਮ ਤੇ ਜੋ ਮੁਕਤੀ ਦੇ ਬਾਰੇ ਤੇ ਦੱਸਿਆ ਗਿਆ ਹੈ, ਮਤਲਬ ਕੰਪਲੀਟ ਮੁਕਤੀ ਕਰਮਾਂ ਤੋਂ, ਯਾਨੀ ਪੂਰਨ ਤੌਰ ਤੇ ਕਰਮਾਂ ਦੇ ਹਿਸਾਬ ਕਿਤਾਬ ਤੋਂ ਮੁਕਤੀ ਪ੍ਰਾਪਤ ਕਰਨਾ। ਤੇ ਕੀ ਇਹ ਸੱਚੀ ਗੱਲ ਹੈ? ਬਾਪੂ ਜੀ, ਵੇਖੋ, ਪਹਿਲਾਂ ਤੇ ਜੋ ਤੁਸੀਂ ਕ੍ਰਿਸਚਨ ਲੋਕਾਂ ਦੀ ਗੱਲ ਦੱਸੀ ਕਿ ਉਹ ਲੋਕ ਜਜਮੈਂਟ ਡੇ, ਜੋ ਕਿ ਬਾਈਬਲ ਤੇ ਵੀ ਗੱਲ ਦੱਸੀ ਗਈ ਹੈ, ਉਸ ਨੂੰ ਕ੍ਰਿਸਚਨ ਲੋਕੀ ਮੰਨਦੇ ਹਨ। ਤੇ ਜਜਮੈਂਟ ਡੇ ਜਾਂ ਕਿਆਮਤ ਦੇ ਦਿਨ ਦਾ ਆਖਰੀ ਦਿਨ ਹੋਏਗਾ। ਉਸ ਦਿਨ ਸਾਰੀਆਂ ਆਤਮਾਵਾਂ, ਜੋ ਵੀ ਮਨੁੱਖ ਆਤਮਾਵਾਂ ਹਨ, ਉਹਨਾਂ ਸਾਰੀਆਂ ਆਤਮਾਵਾਂ ਦਾ ਹਿਸਾਬ ਕਿਤਾਬ ਕਲੀਅਰ ਹੋਏਗਾ। ਇਸ ਲਈ ਇਸ ਤਰ੍ਹਾਂ ਨਹੀਂ ਹੈ ਕਿ ਜੋ ਲੋਕੀ ਦੁਬਾਰਾ ਜੰਮਣ ਨੂੰ ਮੰਨਦੇ ਨਹੀਂ ਤੇ ਉਹਨਾਂ ਆਤਮਾਵਾਂ ਦਾ ਹਿਸਾਬ ਕਿਤਾਬ ਕਲੀਅਰ ਨਹੀਂ ਹੋਏਗਾ। ਉਹ ਲੋਕੀ ਜਜਮੈਂਟ ਡੇ ਨੂੰ ਤੇ ਮੰਨਦੇ ਹਨ ਨਾ। ਉਹ ਮੰਨਦੇ ਹਨ ਕਿ ਕਿਆਮਤ ਦੇ ਰੋਜ਼ ਯਾਨੀ ਜਜਮੈਂਟ ਡੇ ਦੇ ਆਖਰੀ ਦਿਨ ਪਰਮਾਤਮਾ ਪ੍ਰਕਾਸ਼ ਦੇ ਸਰੂਪ ਤੇ ਧਰਤੀ ਤੇ ਆ ਕੇ ਕਬਰ ਤੋਂ ਆਤਮਾਵਾਂ ਨੂੰ ਚੁੱਕ ਕੇ ਲੈ ਜਾਣਗੇ। ਇਸ ਲਈ ਇਹ ਲੋਕੀ ਮਰਨ ਤੋਂ ਬਾਅਦ ਸਰੀਰਾਂ ਨੂੰ ਕਬਰ ਤੇ ਰੱਖਦੇ ਹਨ, ਜਲਾਉਂਦੇ ਨਹੀਂ ਹਨ। ਹਿੰਦੂ ਜਲਾਉਂਦੇ ਹਨ, ਉਹ ਕਬਰ ਤੇ ਸਰੀਰ ਨੂੰ ਨਹੀਂ ਰੱਖਦੇ,
ਕਿਉਂਕਿ ਉਹਨਾਂ ਨੂੰ ਪਤਾ ਹੈ ਜਦੋਂ ਕਿਆਮਤ ਦਾ ਦਿਨ ਆਏਗਾ ਉਦੋਂ ਪਰਮਾਤਮਾ ਪ੍ਰਕਾਸ਼ ਦਾ ਰੂਪ ਧਾਰਨ ਕਰਕੇ ਧਰਤੀ ਤੇ ਆਏਗਾ ਤੇ ਆਤਮਾ ਨੂੰ ਕਬਰ ਤੋਂ ਚੁੱਕ ਕੇ ਲੈ ਜਾਏਗਾ। ਪਰ ਆਤਮਾ ਤੇ ਕਬਰ ਤੇ ਹੈ ਹੀ ਨਹੀਂ। ਉਹ ਰੂਹ ਜਾਂ ਆਤਮਾ ਤੇ ਕਬਰ ਤੋਂ ਪਏ ਹੋਏ ਸਰੀਰ ਤੋਂ ਨਿਕਲ ਗਈ। ਮਰੇ ਹੋਏ ਉਹਨਾਂ 5 ਤੱਤਾਂ ਦੇ ਸਰੀਰ ਤੋਂ ਨਿਕਲ ਗਈ ਹੈ। ਪਰ ਜਜਮੈਂਟ ਡੇ ਦਾ ਉਹ ਲੋਕੀ ਬਹੁਤ ਚੰਗੀ ਤਰ੍ਹਾਂ ਨਾਲ ਇਸਤੇਮਾਲ ਜਾਣਦੇ ਹਨ ਕਿ ਜਦੋਂ ਜਜਮੈਂਟ ਡੇ ਆਏਗਾ, ਜਜਮੈਂਟ ਡੇ ਦਾ ਮਤਲਬ ਕਿਆਮਤ ਦੇ ਦਿਨ ਦਾ ਆਖਰੀ ਦਿਨ, ਉਸ ਦਿਨ ਸਾਰੀਆਂ ਮਨੁੱਖ ਆਤਮਾਵਾਂ ਦੇ ਕਰਮਾਂ ਦਾ ਹਿਸਾਬ ਕਿਤਾਬ ਹੋਏਗਾ। ਅਨੰਤ ਪਰ ਬਾਪੂ ਜੀ, ਸਾਡੇ ਗਿਆਨ ਦੇ ਹਿਸਾਬ ਨਾਲ ਵੇਖੀਏ ਤੇ ਜਜਮੈਂਟ ਡੇ ਤੇ ਰੋਜ਼ ਹੀ ਹੁੰਦਾ ਹੈ। ਬਾਪੂ ਜੀ, ਰੋਜ਼ ਕੀ ਹਰ ਘੜੀ ਹੁੰਦਾ ਹੈ? ਅਨੰਤ ਹਾਂਜੀ ਬਾਪੂ ਜੀ, ਹਰ ਘੜੀ ਹੁੰਦਾ ਹੈ, ਹਰ ਸੈਕਿੰਡ ਹੁੰਦਾ ਹੈ। ਉਹਨਾਂ ਨੇ ਯਾਨੀ ਕ੍ਰਿਸਚੀਅਨ ਮੁਸਲਮਾਨਾਂ ਨੇ ਕਿਹਾ ਹੈ ਕਿ ਜਦੋਂ ਟਾਈਮ ਖਤਮ ਹੋ ਜਾਏਗਾ ਉਦੋਂ ਯਾਨੀ ਕਿਆਮਤ ਦੇ ਆਖਰੀ ਦਿਨ ਤੇ ਕਰਮਾਂ ਦਾ ਹਿਸਾਬ ਕਿਤਾਬ ਹੋਏਗਾ। ਪਰ ਸਾਡੇ ਤੇ ਹਰ ਸੈਕਿੰਡ ਤੇ ਹਿਸਾਬ ਕਿਤਾਬ ਹੁੰਦਾ ਹੈ, ਹਰ ਘੜੀ ਤੇ ਹੁੰਦਾ ਹੈ। ਹੁਣੇ ਹੀ ਕੋਈ ਬੁਰਾ ਕਰਮ ਕੀਤਾ ਤੇ ਹੁਣੇ ਮਨ ਦੁਖੀ ਹੋ ਜਾਏਗਾ ਤੇ ਤੁਹਾਨੂੰ ਉਸੇ ਵੇਲੇ ਫਲ ਮਿਲ ਜਾਏਗਾ। ਬਾਪੂ ਜੀ, ਪਰ ਜੋ ਗਿਆਨੀ ਮਨੁੱਖ ਹੁੰਦਾ ਹੈ ਨਾ, ਉਹ ਕੁਝ ਵੀ ਸੋਚਣ ਤੋਂ ਪਹਿਲਾਂ ਵੀ ਸੋਚਦਾ ਹੈ। ਉਹ ਲੋਕੀ ਜ਼ਿਆਦਾਤਰ ਨਿਸੰਕਲਪ ਯਾਨੀ ਵਿਚਾਰਾਂ ਤੋਂ ਰਹਿਤ ਰਹਿੰਦੇ ਹਨ। ਉਹਨਾਂ ਦੀ ਅਵਸਥਾ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਉਹ ਵੇਖਦੇ ਹੋਏ ਵੀ ਨਾ ਵੇਖੋ, ਕੁਝ ਸੋਚਦੇ ਹੋਏ ਵੀ ਨਾ ਸੋਚਦੇ, ਕਿਉਂਕਿ ਉਹ ਗਿਆਨ ਤੋਂ ਜਾਣਦੇ ਹਨ ਕਿ ਜੇਕਰ ਮੈਂ ਕਿਸੇ ਨੂੰ ਵੇਖਾਂਗਾ ਤੇ ਜਿਸ ਨੂੰ ਵੇਖ ਰਿਹਾ ਹਾਂ, ਤੇ ਕਿਉਂਕਿ ਉਹ ਗਿਆਨੀ ਆਤਮਾ ਹੈ ਤੇ ਉਹ ਜਾਣ ਜਾਏਗੀ ਕਿ ਜਿਸ ਕਿਸੇ ਨੂੰ ਵੀ ਮੈਂ ਵੇਖਾਂਗਾ ਤੇ ਉਸ ਦੀ ਆਤਮਾ ਤੇ ਵੀ ਮੇਰੀ ਨਜ਼ਰ ਜਾਏਗੀ ਤੇ ਉਸ ਦੀ ਆਤਮਾ ਨੂੰ ਵੇਖਦੇ ਸਾਥ ਹੀ ਉਸ ਦੀ ਆਤਮਾ ਦੇ ਔਰੇ ਤੇ ਜੋ ਨੈਗੇਟਿਵਿਟੀ ਜਾਂ ਬੁਰਾਈ ਭਰੀ ਹੈ ਉਹ ਮੇਰੇ ਅੰਦਰ ਟ੍ਰਾਂਸਫਰ ਜਾਂ ਆ ਜਾਏਗੀ। ਅਨੰਤ ਤੇ ਬਾਪੂ ਜੀ, ਕੀ ਕਿਸੇ ਨੂੰ ਵੇਖਣ ਤੋਂ ਵੀ ਕਰਮ ਬੰਨਣ ਜਾਂ ਕਰਮਾਂ ਦਾ ਹਿਸਾਬ ਕਿਤਾਬ ਲਾਗੂ ਪੈਂਦਾ ਹੈ? ਬਾਪੂ ਜੀ, ਵੇਖੋ, ਵੇਖਦੇ ਹੋਏ ਵੀ ਕਿਸੇ ਨੂੰ ਵੇਖਣਾ ਇਸ ਗੱਲ ਦਾ ਗਿਆਨ ਹੈ। ਜਿਸ ਤਰ੍ਹਾਂ ਕਿ ਤੁਸੀਂ ਕਿਸੇ ਨੂੰ ਵੇਖ ਰਹੇ ਹੋ ਪਰ ਉਸੇ ਟਾਈਮ ਤੇ ਨਾਲ ਤੁਸੀਂ ਪਰਮਾਤਮਾ ਨੂੰ ਵੀ ਯਾਦ ਕਰ ਰਹੇ ਹੋ ਤੇ ਜਿਸ ਨੂੰ ਤੁਸੀਂ ਵੇਖ ਰਹੇ ਹੋ ਉਸ ਦੀ ਸ਼ਕਲ ਜਾਂ ਉਸ ਦਾ ਚਿਹਰੇ ਦਾ ਧਿਆਨ ਤੁਹਾਨੂੰ ਨਹੀਂ ਆਏਗਾ, ਕਿਉਂਕਿ ਉਸ ਟਾਈਮ ਤੇ ਤੁਸੀਂ ਪਰਮਾਤਮਾ ਦੇ ਧਿਆਨ ਜਾਂ ਯਾਦ ਤੇ ਸੀ। ਅਨੰਤ ਹਾਂਜੀ ਬਾਪੂ ਜੀ, ਇਸ ਤਰ੍ਹਾਂ ਕਈ ਵਾਰ ਹੁੰਦਾ ਹੈ ਕਿ ਤੁਸੀਂ ਕਿਸੇ ਨੂੰ ਵੇਖਦੇ ਹੋਏ ਵੀ ਨਹੀਂ ਵੇਖਦੇ ਹੋ, ਮਤਲਬ ਕਿ ਸਾਹਮਣੇ ਵਾਲਾ ਮਨੁੱਖ ਤੁਹਾਨੂੰ ਕਹਿੰਦਾ ਹੈ ਕਿ ਤੁਸੀਂ ਮੈਨੂੰ ਵੇਖਿਆ ਹੀ ਨਹੀਂ, ਮੈਂ ਤੇ ਤੁਹਾਡੇ ਸਾਹਮਣੇ ਹੀ ਖੜਾ ਸੀ। ਬਾਪੂ ਜੀ, ਪਰ ਜੋ ਇਸ ਤਰ੍ਹਾਂ ਵੇਖਦੇ ਹੋਏ ਵੀ ਨਹੀਂ ਵੇਖਦਾ, ਪਰਮਾਤਮਾ ਦੀ ਯਾਦ ਤੇ ਹੁੰਦਾ ਹੈ, ਉਹ ਨਿਰੰਤਰ ਯੋਗੀ ਹੁੰਦਾ ਹੈ, ਯਾਨੀ ਲਗਾਤਾਰ ਪਰਮਾਤਮਾ ਦੀ ਯਾਦ ਤੇ ਰਹਿਣ ਵਾਲਾ ਹੁੰਦਾ ਹੈ। ਉਹ ਕਰਮ ਯੋਗੀ ਹੁੰਦਾ ਹੈ ਨਾ। ਅਨੰਤ ਇਸ ਦਾ ਮਤਲਬ ਇਹ ਹੈ ਕਿ ਸਾਡੇ ਧਿਆਨ ਤੇ ਜਾਂ ਬੁੱਧ ਤੇ ਟੀਵੀ ਤੇ ਉਸ ਮਨੁੱਖ ਦੀ ਯਾਦ ਨਹੀਂ ਹੋਣੀ ਚਾਹੀਦੀ। ਧਿਆਨ ਜਾਂ ਬੁੱਧ ਕਿਤੇ ਹੋਰ ਵੀ ਹੋਵੇ ਤੇ ਵੀ ਕੋਈ ਫਰਕ ਨਹੀਂ ਹੈ। ਬਾਪੂ ਜੀ, ਹਮੇਸ਼ਾ ਹਰ ਘੜੀ ਬੁੱਧ ਪਰਮਾਤਮਾ ਦੀ ਯਾਦ ਤੇ ਰਹੇ ਤੇ ਤੁਹਾਡੀ ਹੌਲੀ ਹੌਲੀ ਪਰਮਾਤਮਾ ਦੀ ਯਾਦ ਤੋਂ ਯੋਗ ਤੋਂ ਆਤਮਾ ਤੇ ਪਾਵਰ ਆਏਗੀ। ਪਾਵਰ ਆਉਣ ਕਰਕੇ ਹੌਲੀ ਹੌਲੀ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਆਪਣੇ ਅੰਦਰੋਂ ਹੀ ਮਿਲਣਗੇ। ਇਸ ਤਰ੍ਹਾਂ ਕਰਦੇ ਕਰਦੇ ਆਤਮਾ ਸਤੋ ਪ੍ਰਧਾਨ ਯਾਨੀ ਚੰਗੇ ਗੁਣਾਂ ਵਾਲਾ ਬਣਦੀ ਹੈ ਤੇ ਫਿਰ ਸਵਚਿੰਤਨ ਚੱਲਦਾ ਹੈ, ਯਾਨੀ ਮਨੁੱਖ ਆਪਣੇ ਆਪ ਦੇ ਬਾਰੇ ਤੇ ਸੋਚਣ ਲੱਗਦਾ ਹੈ। ਸਵ ਦਾ ਮਤਲਬ ਆਤਮਾ ਆਪਣੇ ਆਪ ਦੇ ਬਾਰੇ ਤੇ ਚਿੰਤਨ ਯਾਨੀ ਸੋਚ ਤੇ ਆਤਮਾ ਆਪਣੇ ਆਪ ਨੂੰ ਪਹਿਚਾਨਣ ਦੇ ਬਾਰੇ ਤੇ ਆਪਣੇ ਆਪ ਦੇ ਬਾਰੇ ਤੇ ਸੋਚਣ ਲੱਗਦੀ ਹੈ ਤੇ ਤੁਹਾਡੀ ਬੁੱਧ ਚੱਲਣ ਲੱਗਦੀ ਹੈ। ਚੰਗੀ ਸੋਚ, ਚੰਗੀ ਮਤ ਯਾਨੀ ਪੋਜ਼ਿਟਿਵ ਸੋਚ ਚੱਲਦੀ ਹੈ। ਤੁਸੀਂ ਗਿਆਨ ਦੀ, ਵਿਚਾਰਾਂ ਦੀ, ਭਾਵਾਂ ਦੀ ਸੋਚ ਵਿਚਾਰ ਕਰੋਗੇ। ਜਿਸ ਤਰ੍ਹਾਂ ਦੇਵਤਾਵਾਂ ਅਤੇ ਦੇਵਤਾ ਨੇ ਸਮੁੰਦਰ ਦਾ ਮੰਥਨ ਯਾਨੀ ਸਮੁੰਦਰ ਨੂੰ ਰੜਕਿਆ ਤੇ ਅੰਮ੍ਰਿਤ ਨਿਕਲਿਆ ਸੀ ਨਾ, ਇਸੇ ਤਰ੍ਹਾਂ ਤੁਹਾਡੀ ਬੁੱਧ ਤੇ ਹੌਲੀ ਹੌਲੀ ਪੋਜ਼ਿਟਿਵ ਜਾਂ ਚੰਗੇ ਵਿਚਾਰ ਆਉਣਗੇ। ਗਿਆਨ ਦਾ ਅੰਮ੍ਰਿਤ ਯਾਨੀ ਗਿਆਨ ਦਾ ਸਾਰ ਆਂਦਾ ਜਾਏਗਾ ਅਤੇ ਪਰਮਾਤਮਾ ਨੂੰ ਯਾਦ ਕਰਨ ਕਰਕੇ ਹੌਲੀ ਹੌਲੀ ਵਿਕਰਮ ਜਾਂ ਬੁਰੇ ਕਰਮਾਂ ਦੀ ਸਮਾਪਤੀ ਹੋ ਜਾਏਗੀ।
ਅਨੰਤ। ਤੇ ਬਾਪੂ ਜੀ ਇਹ ਜੋ ਮੋਖ ਹੈ ਉਹ ਕਰਮਾਂ ਤੋਂ ਪੂਰਨ ਤੌਰ ਤੇ ਮੁਕਤੀ ਹੈ। ਮੋਖ ਦਾ ਮਤਲਬ ਕੀ ਹੈ? ਕੀ ਕਰਮਾਂ ਤੋਂ ਮੁਕਤੀ? ਬਾਪੂ ਜੀ ਵੇਖੋ, ਮੋਖ ਦਾ ਮਤਲਬ ਮੈਂ ਆਪਣੀ ਇੱਕ ਵੀਡੀਓ ਤੇ ਦੱਸਿਆ ਹੈ। ਮੋਖ ਕੀ ਹੁੰਦਾ ਹੈ? ਮੋਖ ਦਾ ਮਤਲਬ ਆਤਮਾ ਦਾ ਪਰਮਾਤਮਾ ਤੇ ਸਮਾ ਜਾਣਾ ਜਾਂ ਵਿਲੀਨ ਹੋ ਜਾਣਾ, ਪਰਮਾਤਮਾ ਦੇ ਰੂਪ ਤੇ ਮਿਲ ਜਾਣਾ ਅਤੇ ਆਤਮਾ ਦੀ ਆਪਣੀ ਹੋਂਦ ਦੀ ਸਮਾਪਤੀ ਹੋ ਜਾਣਾ, ਯਾਨੀ ਆਤਮਾ ਦੀ ਐਗਜ਼ਿਸਟੈਂਸ ਜਾਂ ਮੌਜੂਦਗੀ ਖਤਮ ਹੋ ਜਾਣਾ, ਉਸ ਨੂੰ ਮੋਖ ਕਹਿੰਦੇ ਹਨ। ਅਨੰਤ। ਬਾਪੂ ਜੀ ਹਾਲੇ ਤੇ ਇਹ ਪੋਸੀਬਲ ਨਹੀਂ ਹੈ। ਬਾਪੂ ਜੀ ਹਾਲੇ ਪੋਸੀਬਲ ਕਿਸ ਤਰ੍ਹਾਂ ਹੋਏਗਾ? ਜਦੋਂ ਤੁਸੀਂ ਪਰਮ ਧਾਮ ਤੇ ਜਾਓਗੇ ਤੇ ਪਰਮ ਲਾਈਟ ਜਾਂ ਪਰਮ ਪ੍ਰਕਾਸ਼ ਤੇ ਤੁਸੀਂ ਸਮਾ ਜਾਓਗੇ ਤੇ ਫਿਰ ਤੁਸੀਂ ਪਰਮਾਤਮਾ ਨੂੰ ਜਾਣੋਗੇ, ਮੰਨੋਗੇ। ਅਨੰਤ। ਤੇ ਇੱਕ ਆਤਮਾ ਤੇ ਨਹੀਂ ਜਾ ਸਕਦੀ ਨਾ ਇੱਥੋਂ ਦੀ ਆਪਣਾ ਹਿਸਾਬ ਕਿਤਾਬ ਕਰਕੇ। ਬਾਪੂ ਜੀ ਹਾਲੇ ਤੇ ਜਾਣ ਦਾ ਕੋਈ ਚਾਂਸ ਨਹੀਂ ਹੈ, ਕਿਉਂਕਿ ਆਤਮਾਵਾਂ ਤੇ ਐਨੀ ਪਾਵਰ ਨਹੀਂ ਹੈ ਕਿ ਉੱਪਰ ਚਲੇ ਜਾਣ। ਹੁਣ ਤੇ ਆਲਮਾਈਟੀ ਅਥਾਰਟੀ ਸਾਰਿਆਂ ਦਾ ਸਾਰਾ ਕੁਝ ਕਰੇਗਾ। ਮੁਕਤੀ ਅਤੇ ਜੀਵਨ ਮੁਕਤੀ ਇਹ ਦੋ ਚੀਜ਼ਾਂ ਹਨ। ਮਨੁੱਖ ਆਤਮਾਵਾਂ ਦੇ ਲਈ ਮੈਂ ਆਪਣੇ ਇੱਕ ਵੀਡੀਓ ਤੇ ਦੱਸਿਆ ਹੈ ਨਾ ਕਿ ਅੱਗੇ ਜਾ ਕੇ ਵਿਸ਼ਵ ਪਰਿਵਰਤਨ ਜਾਂ ਸੰਸਾਰ ਦਾ ਬਦਲਾਵ ਹੋਏਗਾ, ਤੁਸੀਂ ਸੁਣਨਾ। ਅਨੰਤ। ਹਾਂਜੀ ਬਾਪੂ ਜੀ, ਉਸ ਵੀਡੀਓ ਤੇ ਆਪ ਜੀ ਨੇ ਵਿਸ਼ਵ ਪਰਿਵਰਤਕ ਯਾਨੀ ਸੰਸਾਰ ਦਾ ਬਦਲਾਵ ਕਰਨ ਵਾਲੀਆਂ ਆਤਮਾਵਾਂ ਦੇ ਬਾਰੇ ਤੇ ਦੱਸਿਆ ਹੈ। 108 ਜਾਂ 108 ਬੀਜ ਰੂਪ ਆਤਮਾਵਾਂ ਦੇ ਬਾਰੇ ਤੇ ਦੱਸਿਆ ਸੀ ਬਾਪੂ ਜੀ। ਤੇ ਮੋਖ ਦਾ ਮਤਲਬ ਹੈ ਕਿ ਜਦੋਂ ਆਤਮਾ ਪਰਮਾਤਮਾ ਤੇ ਵਿਲੀਨ ਹੋ ਜਾਂਦੀ ਹੈ ਤੇ ਉਹ ਆਤਮਾ ਪਰਮਾਤਮਾ ਦੇ ਨਿਰਾਕਾਰ ਪਰਮ ਪ੍ਰਕਾਸ਼ ਤੇ ਜੋਤ ਦੀ ਤਰ੍ਹਾਂ ਸਮਾ ਜਾਂਦੀ ਹੈ। ਮਤਲਬ ਜੋਤ ਤੇ ਜੋਤ ਸਮਾ ਜਾਂਦੀ ਹੈ। ਉਸ ਦੀ ਆਤਮਾ ਜੋਤ ਪਰਮਾਤਮਾ ਤੇ ਸਮਾ ਜਾਂਦੀ ਹੈ। ਉਸ ਅਵਸਥਾ ਨੂੰ ਮੋਖ ਜਾਂ ਮੁਕਤੀ ਕਹਿੰਦੇ ਹਨ। ਅਨੰਤ। ਤੇ ਬਾਪੂ ਜੀ ਐਸੇ ਕਿਹੜੇ ਕਰਮ ਹਨ ਜਿਸ ਤੋਂ ਮਨੁੱਖਾਂ ਨੂੰ ਫਾਇਦਾ ਹੋਏਗਾ ਅਤੇ ਕਿਹੜੇ ਕਰਮ ਐਸੇ ਹਨ ਜੋ ਮਨੁੱਖਾਂ ਨੂੰ ਕਰਮ ਬਣਨਾ ਤੇ ਨਹੀਂ ਬਣਨਗੇ? ਬਾਪੂ ਜੀ ਜੇਕਰ ਤੁਸੀਂ ਸਤ ਕਰਮ ਕਰੋਗੇ ਯਾਨੀ ਚੰਗੇ ਕਰਮ ਕਰੋਗੇ ਤੇ ਤੁਸੀਂ ਸਵਰਗ ਤੇ ਜਾਓਗੇ। ਤੇ ਵੀ ਕਰਮਾਂ ਦਾ ਬੰਧਨ ਹੋ ਗਿਆ ਨਾ। ਚੰਗੇ ਕਰਮ ਕਰਨ ਕਰਕੇ ਤੇ ਹੁਣ ਉਹਨਾਂ ਚੰਗੇ ਕਰਮਾਂ ਦਾ ਫਲ ਤੁਸੀਂ ਸੁੱਖ ਦੇ ਰੂਪ ਤੇ ਭੋਗੋਗੇ। ਅਨੰਤ। ਕੋਈ ਕਹਿੰਦਾ ਹੈ ਕਿ ਮੈਨੂੰ ਸੁੱਖ ਵੀ ਨਹੀਂ ਚਾਹੀਦਾ, ਦੁੱਖ ਵੀ ਨਹੀਂ ਚਾਹੀਦਾ। ਬਾਪੂ ਜੀ ਤੇ ਫਿਰ ਨਿਸ਼ਕਾਮ ਕਰਮ ਕਰੋ ਨਾ, ਯਾਨੀ ਬਿਨਾਂ ਫਲ ਦੀ ਇੱਛਾ ਦੇ ਕਰਮ ਕਰੋ। ਅਕਰਮ ਸਤਕਰਮ ਕਰੋ, ਯਾਨੀ ਪਰਮਾਤਮਾ ਦੀ ਯਾਦ ਤੇ ਰਹਿ ਕੇ ਕਰਮ ਕਰੋ। ਪਰਮਾਤਮਾ ਦੀ ਯਾਦ ਤੇ ਰਹਿ ਕੇ ਕੀਤਾ ਹੋਇਆ ਕਰਮ ਤੇ ਤੁਹਾਨੂੰ ਕਰਮ ਬੰਨਣ ਜਾਂ ਕਰਮਾਂ ਦੇ ਹਿਸਾਬ ਕਿਤਾਬ ਤੇ ਨਹੀਂ ਲਿਆਏਗਾ ਨਾ, ਤੇ ਤੁਸੀਂ ਕਰਮਾਂ ਦੇ ਬੰਨਣ ਤੋਂ ਮੁਕਤ ਹੋ ਜਾਓਗੇ। ਕਰਮਾਤੀਤ ਅਵਸਥਾ ਹੋ ਜਾਏਗੀ, ਯਾਨੀ ਕਰਮ ਕਰਦੇ ਹੋਏ ਵੀ ਕਿਸੇ ਵੀ ਤਰ੍ਹਾਂ ਦੇ ਕਰਮਾਂ ਦੇ ਫਲ ਜਾਂ ਨਤੀਜੇ ਤੋਂ ਬਚ ਜਾਓਗੇ ਤੇ ਤੁਸੀਂ ਸਿੱਧੇ ਪਰਮਾਤਮਾ ਦੇ ਕੋਲ ਚਲੇ ਜਾਓਗੇ, ਪਰਮ ਧਾਮ ਤੇ ਚਲੇ ਜਾਓਗੇ। ਅਨੰਤ। ਤੇ ਬਾਪੂ ਜੀ ਅੱਜ ਕੱਲ ਇੱਕ ਇਹੋ ਜਿਹੀ ਮਾਨਤਾ ਜਾਂ ਸੋਚ ਵੀ ਹੈ ਕਿ ਜੇਕਰ 10 ਜਾਂ 10 ਬੁਰੇ ਕਰਮ ਕੀਤੇ ਹੋਣ ਅਤੇ ਇੱਕ ਚੰਗਾ ਕਰਮ ਕੀਤਾ ਹੋਵੇ, ਜਿਸ ਤਰ੍ਹਾਂ ਕਿ ਦਾਨ ਪੁੰਨ ਕੀਤਾ ਹੋਵੇ, ਤੇ ਉਹ ਜੋ ਪਾਪ ਹੈ ਉਹ ਖਤਮ ਹੋ ਜਾਣਗੇ। ਕੀ ਇਹ ਗੱਲ ਠੀਕ ਹੈ? ਬਾਪੂ ਜੀ ਅੱਜ ਕੱਲ ਇਹ ਬਹੁਤ ਜ਼ਿਆਦਾ ਚੱਲ ਪਿਆ ਹੈ। ਮੈਂ ਦੱਸਦਾ ਹਾਂ ਕਿ ਇਹ ਕਿਸ ਤਰ੍ਹਾਂ ਅੱਜ ਕੱਲ ਚੱਲ ਪਿਆ ਹੈ। ਇੱਕ ਥਿਉਰੀ ਜਾਂ ਸੋਚ ਚੱਲੀ ਹੈ ਕਿ ਜੋ ਕਾਲੀ ਕਮਾਈ ਕਰਨ ਵਾਲੇ ਹਨ ਉਹ ਕੀ ਕਰਦੇ ਹਨ ਕਿ 10% ਜਾਂ 10% ਕਾਲੀ ਕਮਾਈ ਨੂੰ ਤੁਸੀਂ ਮੰਦਰਾਂ ਤੇ ਮਸਜਿਦਾਂ ਤੇ ਧਾਰਮਿਕ ਜਗ੍ਹਾਵਾਂ ਤੇ ਤੁਸੀਂ ਲੋਕਾਂ ਨੂੰ ਖਵਾਓ ਪਿਆਓ, ਚੰਗੇ ਕਰਮਾਂ ਤੇ ਪਾ ਦਿਓ ਤੇ ਤੁਹਾਡੀ ਬਾਕੀ ਦੀ ਕਮਾਈ ਵੀ ਦੇਵੀ ਲక్ష్ਮੀ ਜਾਂ ਪਵਿੱਤਰ ਕਮਾਈ ਬਣ ਜਾਏਗੀ। ਇਹੀ ਸਿਖਾਇਆ ਜਾਂਦਾ ਹੈ। ਅੱਜ ਕੱਲ ਜ਼ਿਆਦਾਤਰ ਇਹੀ ਚੱਲਦਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਪਾਪ ਦੀ ਕਮਾਈ ਜਾਂ ਕਾਲੀ ਕਮਾਈ ਹੋਵੇ ਜਾਂ ਪਾਪ ਕਰਮ ਕਰਕੇ ਧਨ ਕਮਾਇਆ ਹੋਵੇ, ਤੁਸੀਂ 10% ਜਾਂ 10% ਚੰਗੇ ਕਰਮਾਂ ਤੇ ਪਾ ਦਿਓ, ਦਾਨ ਪੁੰਨ ਕਰ ਲਵੋ।
ਆਨੰਦ। ਇਹ ਸਭ ਤੇ ਬਾਪੂ ਜੀ ਸਾਧੂ ਸੰਤ ਹੀ ਸਿਖਾ ਰਹੇ ਹਨ ਤਾਂ ਕਿ ਇਹਨਾਂ ਦਾ ਕੰਮ ਚੱਲਣ ਲੱਗ ਜਾਏ। ਅੱਛਾ ਬਾਪੂ ਜੀ, ਇਹ ਤੇ ਠੀਕ ਹੈ ਕਿ ਇਹ ਤੇ ਬੁਰੀ ਗੱਲ ਹੈ, ਗਲਤ ਗੱਲ ਹੈ, ਪਰ ਹੁਣ ਆਪ ਜੀ ਇਹ ਦੱਸੋ ਕਿ ਮਨੁੱਖ ਆਪਣੀ ਰਚਨਾ ਜਾਂ ਸਿਰਜਣਾ ਦੇ ਕਰਮ ਵੀ ਭੋਗਦਾ ਹੈ। ਬਾਪੂ ਜੀ, ਹਾਂ ਜ਼ਰੂਰ। ਜਿਸ ਤਰ੍ਹਾਂ ਕਿ ਕੋਈ ਉੱਪਰ ਫਰਿਸ਼ਤਾ ਬਣਿਆ, ਉਸ ਇੱਕ ਫਰਿਸ਼ਤੇ ਨੇ ਸੰਕਲਪਾਂ ਦੇ ਰਾਹੀਂ ਯਾਨੀ ਆਪਣੀ ਸੋਚ ਦੇ ਰਾਹੀਂ ਕਰੋੜਾਂ ਸਿਰਜਣਾ ਕੀਤੀਆਂ। ਇੱਕ ਸੋਚ ਤੋਂ ਕਰੋੜਾਂ ਦਾ ਸਿਰਜਣ ਹੁੰਦਾ ਸੀ ਪਹਿਲਾਂ ਉੱਪਰ। ਹੁਣ ਜਿਸ ਤਰ੍ਹਾਂ ਉਸ ਨੇ 1 ਕਰੋੜ ਸਿਰਜਣਾ ਕੀਤੀ, 1 ਕਰੋੜ ਵਿੱਚੋਂ ਨੀਚੇ ਆਂਦੇ ਆਂਦੇ ਡਿੱਗਦੇ ਡਿੱਗਦੇ ਕਰੋੜਾਂ ਦਾ ਫਿਰ ਸਿਰਜਣ ਹੋ ਗਿਆ ਤੇ ਹੁਣ ਕਰੋੜਾਂ ਦੇਵਤਾ ਬਣ ਗਏ। ਤੇ ਕਰੋੜਾਂ ਦੇਵਤਾਏ ਤੇ ਫਿਰ ਹੌਲੀ ਹੌਲੀ ਸਿਰਜਣ ਕੀਤਾ ਨਾ। ਤੇ ਇਸ ਤਰ੍ਹਾਂ ਇੱਕ ਫਰਿਸ਼ਤੇ ਨੇ ਕਿੰਨੀਆਂ ਰਚਨਾਵਾਂ ਕੀਤੀਆਂ ਤੇ ਉਸ ਦੀ ਜੋ ਵੀ ਰਚਨਾਵਾਂ ਹਨ, ਉਹ ਜੋ ਵੀ ਕਰਮ ਕਰਦੀਆਂ ਹਨ, ਉਹਨਾਂ ਦਾ ਨੈਗੇਟਿਵ ਯਾਨੀ ਬੁਰਾ ਜਾਂ ਪੋਜ਼ਿਟਿਵ ਯਾਨੀ ਚੰਗਾ ਰਿਐਕਸ਼ਨ ਉਸ ਦੀ ਓਰੀਜਨਲ ਆਤਮਾ ਯਾਨੀ ਸਭ ਤੋਂ ਪਹਿਲੇ ਬਣੇ ਫਰਿਸ਼ਤੇ ਦੀ ਆਤਮਾ ਤੇ ਜਾਂਦਾ ਹੀ ਹੈ। ਇਸ ਲਈ ਤੇ ਜੇ ਕੋਈ ਉਸ ਦੀ ਨੈਗੇਟਿਵ ਆਤਮਾ ਕੋਈ ਕਰਮ ਕਰਦੀ ਹੈ ਤੇ ਉਸ ਦਾ ਕਰਮ ਫਲ ਅਖੀਰ ਤੇ ਉਸ ਤੱਕ ਪਹੁੰਚਦਾ ਹੈ। ਇਸ ਲਈ ਭਾਵੇਂ ਰਚਨਾ ਕਰਨ ਵਾਲਾ ਕਿਤੇ ਵੀ ਹੋਵੇ, ਉਸ ਦੀ ਕੀਤੀ ਹੋਈ ਰਚਨਾ ਜੋ ਵੀ ਕਰਮ ਕਰਦੀ ਹੈ, ਉਸ ਦਾ ਕਰਮ ਦਾ ਫਲ ਰਚਨਾ ਕਰਨ ਵਾਲੇ ਨੂੰ ਭੋਗਣਾ ਹੀ ਪੈਂਦਾ ਹੈ। ਜਦੋਂ ਪਰਮਾਤਮਾ ਨੂੰ ਵੀ ਭੋਗਣਾ ਪੈਂਦਾ ਹੈ, ਜਿਸ ਮਨੁੱਖ ਅਵਤਾਰ ਤੇ ਪਰਮਾਤਮਾ ਨੂੰ ਆਉਣਾ ਪੈਂਦਾ ਹੈ, ਤੇ ਮਨੁੱਖ ਅਵਤਾਰ ਤੇ ਆਉਣਾ ਭੋਗਣਾ ਨਹੀਂ ਹੈ ਕਿ ਪਰਮਾਤਮਾ ਨੂੰ ਬਾਰ-ਬਾਰ ਅਵਤਾਰ ਲੈਣਾ ਪੈਂਦਾ ਹੈ ਤੇ ਇਹ ਭੋਗਣਾ ਹੀ ਹੈ ਨਾ। ਤੇ ਇਹ ਗੱਲ ਹਰ ਕਿਸੇ ਸਿਰਜਣਾ ਕਰਨ ਵਾਲੇ ਨੂੰ ਰਚਨਾ ਕਰਨ ਤੋਂ ਪਹਿਲਾਂ ਸੋਚਣੀ ਚਾਹੀਦੀ ਕਿ ਉਹ ਐਸੀ ਰਚਨਾ ਨਾ ਕਰੇ ਜੋ ਉਸ ਨੂੰ ਵੀ ਦੁਖੀ ਕਰੇ ਅਤੇ ਦੂਸਰਿਆਂ ਨੂੰ ਵੀ ਦੁਖੀ ਕਰੇ। ਆਨੰਦ। ਤੇ ਬਾਪੂ ਜੀ, ਕੀਤਾ ਹੋਇਆ ਦਾਨ ਧਰਮ ਹੈ ਉਹ ਬੇਕਾਰ ਕਦੋਂ ਜਾਂਦਾ ਹੈ? ਤੇ ਜੇਕਰ ਗਲਤ ਹੱਥਾਂ ਤੇ ਤੁਹਾਡਾ ਦਾਨ ਧਰਮ ਚਲਾ ਜਾਵੇ ਤੇ ਕੀ ਉਹ ਵਿਕਰਮ ਯਾਨੀ ਬੁਰਾ ਕਰਮ ਬਣੇਗਾ? ਬਾਪੂ ਜੀ, ਵੇਖੋ ਇੱਕ ਗੱਲ ਦੱਸਦਾ ਹਾਂ ਕਿ ਦਾਨ ਵੀ ਦਾਨ ਦੇ ਲਾਇਕ ਜੋ ਹੋਵੇ ਉਸ ਨੂੰ ਕਰਨਾ ਚਾਹੀਦਾ। ਇੱਕ ਉਦਾਹਰਣ ਦਿੰਦਾ ਹਾਂ। ਜਿਸ ਤਰ੍ਹਾਂ ਤੁਸੀਂ ਕਿਸੇ ਨੂੰ ਦਾਨ ਕੀਤਾ ਪਰ ਉਸੀ ਧਨ ਨਾਲ ਉਸਨੇ ਸ਼ਰਾਬ ਪੀ ਕੇ ਪਾਪ ਕਰਮ ਕੀਤਾ ਤੇ ਆਨੰਦ ਤੇ ਨਿਮਿਤ ਯਾਨੀ ਜ਼ਰੀਆ ਤੁਸੀਂ ਹੀ ਬਣੇ ਨਾ। ਬਾਪੂ ਜੀ, ਜਿਸ ਤਰ੍ਹਾਂ ਕੁਝ ਲੋਕੀ ਨੈਗੇਟਿਵ ਜਾਂ ਬੁਰੇ ਕਰਮ ਕਰਦੇ ਹਨ ਤੇ ਅੱਜ ਕੱਲ੍ਹ ਕੀ ਹੁੰਦਾ ਹੈ, ਨੈਗੇਟਿਵ ਕਰਨ ਵਾਲਿਆਂ ਨੂੰ ਜੋ ਦਾਨ ਧਰਮ ਦਿੰਦੇ ਹਨ ਤੇ ਉਸ ਦੇ ਵਿੱਚੋਂ ਨੈਗੇਟਿਵ ਫਲ ਦਾਨ ਕਰਨ ਵਾਲੇ ਨੂੰ ਮਿਲਦਾ ਹੀ ਹੈ। ਜਿਸ ਤਰ੍ਹਾਂ ਰਾਵਣ ਨੂੰ ਤੁਸੀਂ ਮਦਦ ਕਰੋਗੇ ਤੇ ਰਾਵਣ ਦੀ ਤਰ੍ਹਾਂ ਦੇ ਹੀ ਤੁਸੀਂ ਬਣੋਗੇ ਨਾ। ਇਹ ਇੱਕ ਕਾਮਨ ਸੈਂਸ ਜਾਂ ਇੱਕ ਆਮ ਜਿਹੀ ਗੱਲ ਹੈ। ਤੇ ਦਾਨ ਕਿਸ ਨੂੰ ਦੇਣਾ ਚਾਹੀਦਾ, ਕਿਸ ਨੂੰ ਦਿਓਗੇ? ਇਹ ਗੱਲ ਪਹਿਲਾਂ ਬਹੁਤ ਸੋਚੋ ਵਿਚਾਰੋ ਕਿ ਦਾਨ ਦੇ ਲਾਇਕ ਸਹੀ ਪਾਤਰ ਕੌਣ ਹੈ। ਠੀਕ ਹੈ, ਕੁਝ ਲੋਕੀ ਡਾਇਰੈਕਟ ਖਵਾਉਂਦੇ ਹਨ। ਇਸ ਵੀਡੀਓ ਦੇ ਰਾਹੀਂ ਮੈਂ ਇੱਕ ਗੱਲ ਦੱਸਦਾ ਹਾਂ ਕਿ ਜਿਸ ਤਰ੍ਹਾਂ ਕੋਈ ਸੰਸਥਾ ਜਾਂ ਸੰਗਠਨ ਚੱਲਦਾ ਹੈ ਤੇ ਲੱਖਾਂ ਲੋਕੀ ਸੰਸਥਾ ਨਾਲ ਜੁੜਦੇ ਹਨ। ਵੱਡੇ ਵੱਡੇ ਜੋ 2 ਨੰਬਰ ਵਾਲੇ ਕਾਲੀ ਕਮਾਈ ਜਾਂ ਪਾਪ ਦੀ ਕਮਾਈ ਕਰਨ ਵਾਲੇ ਲੋਕ ਹਨ ਤੇ ਉਹ ਲੋਕੀ ਵੱਡੇ ਵੱਡੇ ਟੈਂਟ ਲਾ ਕੇ ਲੰਗਰ ਦੀ ਤਰ੍ਹਾਂ ਖਵਾਉਂਦੇ ਪਿਆਉਂਦੇ ਹਨ ਤੇ ਟੈਂਟ ਲਵਾਉਣ ਵਾਲੇ ਤੇ ਸਾਰੇ ਪਾਪ ਦੀ ਕਮਾਈ ਵਾਲੇ ਹੀ ਹੁੰਦੇ ਹਨ, 2 ਨੰਬਰ ਵਾਲੇ ਹੀ ਹੁੰਦੇ ਹਨ। ਮੈਂ ਆਪ ਨੂੰ ਇਹ ਗੱਲ ਸਾਫ਼ ਤੌਰ ਤੇ ਦੱਸ ਰਿਹਾ ਹਾਂ। ਅੱਜ ਕੱਲ੍ਹ ਮੰਦਿਰਾਂ ਮਸਜਿਦਾਂ ਤੇ ਜੋ ਵੀ ਲੱਗ ਰਿਹਾ ਹੈ ਉਹ ਸਭ ਕਾਲੀ ਕਮਾਈ ਹੀ ਲੱਗ ਰਹੀ ਹੈ। ਜੋ ਵੱਡੇ ਵੱਡੇ 10 ਕਰੋੜ ਜਾਂ 10 ਕਰੋੜ ਦੇ ਮੁਕਟ, ਕੋਈ 20 ਕਰੋੜ ਜਾਂ 20 ਕਰੋੜ ਦਾ ਮੁਕਟ, ਤੇ ਇਹ ਕੋਈ ਟੈਕਸ ਭਰ ਕੇ ਦਾਨ ਕਰਨ ਵਾਲੇ ਨਹੀਂ ਹਨ। ਉਹ ਤੇ 10% ਜਾਂ 10% ਭਗਵਾਨ ਤੇ ਲਗਾ ਦਿਓ ਤੇ ਉਹਨਾਂ ਦੀ ਪਾਪ ਦੀ ਕਮਾਈ ਵੀ ਪੁੰਨ ਦੀ ਕਮਾਈ ਬਣ ਜਾਏਗੀ। ਉਹੀ ਧਰਮ ਅੱਜ ਕੱਲ੍ਹ ਚੱਲਦਾ ਹੈ। ਤੇ ਇਹ ਜਿਸ ਤਰ੍ਹਾਂ ਸੰਸਥਾਵਾਂ ਦੀ ਜਾਂ ਧਾਰਮਿਕ ਕਮੇਟੀਆਂ ਦੀ ਮੰਦਿਰਾਂ ਜਾਂ ਧਰਮ ਸਥਾਨਾਂ ਦੇ ਲਈ ਯਾਤਰਾਵਾਂ ਜਾਂਦੀਆਂ ਹਨ ਤੇ ਅੱਜ ਕੱਲ੍ਹ ਕੀ ਹੈ, ਜੋ ਯੰਗਸਟਰ ਹਨ ਜਾਂ ਨੌਜਵਾਨ ਹਨ ਨਾ,
ਜਾਂ ਜੋ ਤਮੋ ਪ੍ਰਧਾਨ ਜਾਂ ਨੈਗੇਟਿਵ ਸੋਚ ਵਾਲੀਆਂ ਆਤਮਾਵਾਂ ਹਨ, ਉਹ ਸੋਚਦੀਆਂ ਹਨ ਕਿ ਚਲੋ 4 ਦਿਨ ਇਸੇ ਤਰ੍ਹਾਂ ਦੀ ਸੰਸਥਾ ਦੀ ਯਾਤਰਾ ਤੇ ਚਲੇ ਜਾਂਦੇ ਹਾਂ, ਘੁੰਮ ਫਿਰ ਆਉਂਦੇ ਹਾਂ ਅਤੇ ਖਾਣਾ ਪੀਣਾ ਵੀ ਆਰਾਮ ਨਾਲ ਮਿਲੇਗਾ ਤੇ ਪੈਰ ਦਬਾਉਣ ਲਈ ਵੀ ਕੋਈ ਮਿਲ ਜਾਏਗਾ, ਯਾਨੀ ਮੁਕਤ ਦੀ ਸੇਵਾ ਵੀ ਹੋਏਗੀ। ਤੇ ਇਸ ਤਰ੍ਹਾਂ ਦੀ ਸੋਚ ਰੱਖਣ ਵਾਲਿਆਂ ਨੂੰ ਖਵਾਣਾ ਪਿਆਣਾ ਮਹਾਪਾਪ ਹੈ। ਖਵਾਣਾ ਪਿਆਣਾ ਵੀ ਉਸ ਨੂੰ ਚਾਹੀਦਾ ਜਿਨ੍ਹਾਂ ਨੂੰ ਜ਼ਰੂਰਤ ਹੋਵੇ। ਆਨੰਦ, ਜੋ ਲੋਕੀ ਸੱਚੀ ਤੇ ਗਰੀਬ ਹਨ, ਜਿਨ੍ਹਾਂ ਕੋਲ ਕੁਝ ਨਹੀਂ ਹੈ, ਇਸ ਤਰ੍ਹਾਂ ਦੇ ਲੋਕਾਂ ਨੂੰ ਖਵਾਣਾ ਪਿਆਣਾ ਚਾਹੀਦਾ। ਬਾਪੂ ਜੀ, ਖਵਾਣ ਪਿਆਣ ਦਾ ਸ਼ੌਕ ਹੈ ਤੇ ਗਰੀਬ ਲੋਕਾਂ ਦੀ ਝੋਪੜੀਆਂ ਤੇ ਜਾਓ, ਖਵਾਓ। ਇਹ ਜੋ ਲੋਕੀ ਸੰਸਥਾਵਾਂ ਦੀ ਧਾਰਮਿਕ ਯਾਤਰਾਵਾਂ ਤੇ ਜਾਂਦੇ ਹਨ, ਜੋ ਅੱਜ ਅੰਬਾ ਜੀ ਦੇ ਮੰਦਿਰ ਦੀ ਯਾਤਰਾ ਤੇ ਜਾ ਰਹੇ ਹਨ, ਇੱਧਰ ਜਾ ਰਹੇ ਹਨ, ਉੱਧਰ ਜਾ ਰਹੇ ਹਨ, ਤੇ ਉਹ ਕੀ ਹੈ? ਉਹ ਤੇ ਰਾਖਸ਼ੀ ਸੋਚ ਰੱਖਣ ਵਾਲੇ ਹੀ ਜਾ ਰਹੇ ਹਨ। ਅੱਜ ਕੱਲ 90% ਜਾਂ 90% ਇਸ ਤਰ੍ਹਾਂ ਦੇ ਲੋਕ ਹੀ ਜਾਂਦੇ ਹਨ। ਚੰਗੀ ਬੁੱਧ ਜਾਂ ਚੰਗੀ ਸੋਚ ਵਾਲੇ ਜੋ ਸੰਘ ਯਾਤਰਾ ਜਾਂ ਸੰਸਥਾਵਾਂ ਦੀ ਯਾਤਰਾਵਾਂ ਤੇ ਜਾਂਦੇ ਹਨ, ਇੰਨੀ ਭੀੜ ਭਾੜ ਤੇ ਅਸਲੀ ਦਿਲ ਵਾਲੇ ਨਹੀਂ ਜਾਂਦੇ, ਚੰਗੇ ਲੋਕ ਨਹੀਂ ਜਾਂਦੇ। ਉਹ ਸੋਚਦੇ ਹਨ ਕਿ ਇੰਨੀ ਭੀੜ ਭਾੜ ਤੇ ਕੀ ਜਾਣਾ, ਜਦੋਂ ਕੋਈ ਨਹੀਂ ਹੋਏਗਾ ਉਦੋਂ ਜਾਵਾਂਗੇ ਦੇਵੀ ਦੇ ਦਰਸ਼ਨ ਕਰਨ ਦੇ ਲਈ। ਤੇ ਸੋਚਣਾ ਚਾਹੀਦਾ ਕਿ ਅਸੀਂ ਕੀ ਕਰ ਰਹੇ ਹਾਂ। ਪਹਿਲਾਂ ਸੋਚੋ ਕਿ ਅਸੀਂ ਕਿਸ ਨੂੰ ਖਵਾ ਰਹੇ ਹਾਂ। ਪਰ ਲੋਕਾਂ ਤੇ ਗਿਆਨ ਨਹੀਂ ਹੈ ਨਾ, ਅਗਿਆਨ ਰੂਪੀ ਹਨੇਰਾ ਹੈ। ਕਿਉਂਕਿ ਜਦੋਂ ਉਸ ਦੇ ਕੋਲ ਅਸੁਰੀ ਲਕਸ਼ਮੀ ਜਾਂ ਪਾਪ ਦਾ ਪੈਸਾ ਆਏਗਾ ਤੇ ਉਸ ਦੀ ਬੁੱਧ ਕੀ ਹੋਏਗੀ? ਉਹ ਦੈਤਾਂ ਨੂੰ ਹੀ ਖਵਾਏਗੀ ਨਾ। ਆਨੰਦ, ਜਿਸ ਤਰ੍ਹਾਂ ਕਿ ਕੋਈ ਮਨੁੱਖ ਬਹੁਤ ਗਰੀਬ ਹੈ ਅਤੇ ਉਸ ਨੂੰ ਪਰ ਡੇ ਯਾਨੀ ਇੱਕ ਦਿਹਾੜੀ ਦੇ 1 ਲੱਖ ਜਾਂ 1 ਲੱਖ ਰੁਪਏ ਮਿਲਣ ਲੱਗ ਜਾਣ ਤੇ ਉਸ ਦਾ ਦਿਮਾਗ ਖਰਾਬ ਹੋ ਹੀ ਜਾਏਗਾ ਨਾ। ਉਹ ਕੀ ਕਰੇਗਾ ਇੰਨੇ ਪੈਸਿਆਂ ਦਾ? ਬਾਪੂ ਜੀ, ਅੱਜ ਕੱਲ ਇਸ ਤਰ੍ਹਾਂ ਹੀ ਹੁੰਦਾ ਹੈ। ਰਾਖਸ਼ੀ ਬੁੱਧ ਵਾਲਿਆਂ ਦੇ ਕੋਲ ਘੱਟ ਜਾਂ ਪੈਸੇ ਜ਼ਿਆਦਾ ਆਉਣ ਲੱਗੇ ਹਨ, ਕਿਉਂਕਿ ਰਾਖਸ਼ੀ ਧਨ ਜਾਂ ਪਾਪ ਦੀ ਕਮਾਈ ਪਾਪੀ ਮਨੁੱਖਾਂ ਕੋਲ ਜ਼ਿਆਦਾ ਆਉਂਦੀ ਹੈ। ਇਸੇ ਕਰਕੇ ਧਰਤੀ ਤੇ ਅੱਜ ਰਾਖਸ਼ੀ ਬੁੱਧ ਵਾਲਿਆਂ ਦਾ ਰਾਜ ਹੋ ਗਿਆ ਹੈ। ਚੰਗੀ ਸੋਚ ਰੱਖਣ ਵਾਲੇ ਮਨੁੱਖਾਂ ਦੇ ਕੋਲ ਧਨ ਜਾਂ ਪੈਸੇ ਨਹੀਂ ਹਨ। ਆਨੰਦ, ਤੇ ਕੀ ਬਾਪੂ ਜੀ ਦੁੱਖ ਜੀਵਨ ਤੇ ਆਉਣ ਕਰਕੇ ਕੀ ਵਿਕਰਮ ਜਾਂ ਪਾਪ ਕਰਮ ਖਤਮ ਹੋ ਜਾਂਦੇ ਹਨ? ਕਿ ਵਿਕਰਮ ਦਾ ਨਾਸ ਜਾਂ ਸਮਾਪਤੀ ਹੁੰਦੀ ਹੈ? ਬਾਪੂ ਜੀ, ਵਿਕਰਮ ਜਾਂ ਬੁਰੇ ਕਰਮਾਂ ਦੀ ਸਮਾਪਤੀ ਦੇ ਲਈ ਮੈਂ ਹਮੇਸ਼ਾ ਇੱਕੋ ਹੀ ਥਿਉਰੀ ਜਾਂ ਸਿਧਾਂਤ ਦੱਸਿਆ ਹੈ। ਆਨੰਦ, ਨਹੀਂ ਜਿਸ ਤਰ੍ਹਾਂ ਕਿ ਬਾਪੂ ਜੀ ਸਾਡੇ ਸਾਹਮਣੇ ਜ਼ਿੰਦਗੀ ਤੇ ਕੋਈ ਦੁੱਖ ਆਏ ਅਤੇ ਅਸੀਂ ਉਹ ਦੁੱਖ ਭੋਗ ਲਿਆ, ਤੇ ਕੀ ਉਸ ਦੁੱਖ ਜਾਂ ਬੁਰਾ ਕਰਮ ਜੋ ਸਾਡੇ ਸਾਹਮਣੇ ਆਇਆ ਸੀ ਤੇ ਕੀ ਉਹ ਭੋਗਣ ਕਰਕੇ ਖਤਮ ਹੋ ਗਿਆ? ਬਾਪੂ ਜੀ, ਉਹ ਤੇ ਇੱਕ ਬੁਰਾ ਕਰਮ ਭੋਗਿਆ, ਪਰ ਤੁਹਾਡੇ ਅੰਦਰ ਤੇ ਕਿੰਨੇ ਵੀ ਕਰਮ ਜਾਂ ਬੁਰੇ ਕਰਮ ਹਨ। ਸਮੁੰਦਰ ਜਿੰਨੇ ਬੁਰੇ ਕਰਮ ਕੀਤੇ ਹੋਏ ਹਨ, ਪਹਿਲੇ ਅਨੇਕਾਂ ਜਨਮਾਂ ਤੇ ਅਨੇਕਾਂ ਜਨਮਾਂ ਤੇ ਕੀਤੇ ਹੋਏ ਬੁਰੇ ਕਰਮ ਕਿੰਨੇ ਹੋ ਗਏ। ਇਹ ਤੇ ਜਿਹੜਾ ਕਰਮ ਤੁਸੀਂ ਭੋਗ ਕੇ ਖਤਮ ਕੀਤਾ ਹੈ, ਇਹ ਤੇ ਕਿਸੇ ਇੱਕ ਜਨਮ ਤੇ ਕੋਈ ਕੀਤਾ ਹੋਇਆ ਬੁਰਾ ਕਰਮ ਸੀ। ਤੇ ਇਸ ਤਰ੍ਹਾਂ ਹਰ ਘੜੀ ਤੁਹਾਡੇ ਸਾਹਮਣੇ ਵਿਕਰਮ ਆਉਂਦੇ ਰਹਿਣਗੇ। ਤੁਹਾਡੀ ਸੋਚ ਵੀ ਨੈਗੇਟਿਵ ਸੋਚ ਬਣ ਕੇ ਤੁਹਾਨੂੰ ਦੁੱਖ ਦਿੰਦੀ ਹੈ। ਹਰ ਘੜੀ ਤੁਸੀਂ ਦੁਖੀ ਹੁੰਦੇ ਹੋ ਤੇ ਹਰ ਘੜੀ ਤੁਸੀਂ ਕਰਮਾਂ ਦੇ ਹਿਸਾਬ ਕਿਤਾਬ ਦੇ ਚੱਕਰ ਤੇ ਆ ਰਹੇ ਹੋ। ਆਨੰਦ, ਜਿਸ ਤਰ੍ਹਾਂ ਕਿ ਕੋਈ ਦੁੱਖ ਸਾਡੇ ਸਾਹਮਣੇ ਤੋਂ ਨਿਕਲਦਾ ਹੈ ਤੇ ਅਸੀਂ ਸੋਚਦੇ ਹਾਂ ਕਿ ਚਲੋ ਦੁੱਖ ਗਿਆ ਸਾਡਾ, ਪਰ ਅੱਗੇ ਦੂਸਰਾ ਦੁੱਖ ਫਿਰ ਤਿਆਰ ਹੁੰਦਾ ਹੈ ਆਉਣ ਲਈ। ਬਾਪੂ ਜੀ, ਹਾਂ ਉਹ ਤੇ ਕਈ ਜਨਮਾਂ ਦੇ ਜੰਮਣ ਮਰਨ ਦੇ ਚੱਕਰਾਂ ਤੋਂ ਛੁਟਕਾਰਾ ਪਾਉਣ ਲਈ ਤੇ ਗਿਆਨ ਚਾਹੀਦਾ। ਆਨੰਦ, ਇਸ ਦੇ ਵਿੱਚ ਹੀ ਬਾਪੂ ਜੀ ਮੈਂ ਇੱਕ ਗੱਲ ਕਰਨਾ ਚਾਹਾਂਗਾ ਕਿ ਇੱਕ ਬਹੁਤ ਚੰਗਾ ਐਕਟਰ ਹੈ, ਉਸ ਦਾ ਨਾਂ ਵਰੁਣ ਪ੍ਰਤੀ ਕਰਕੇ ਹੈ। ਉਸ ਨੇ ਫੇਸਬੁੱਕ ਅਤੇ YouTube ਤੇ ਇੰਨੇ ਚੰਗੇ ਵੀਡੀਓਜ਼ ਪਾਏ ਹਨ। ਉਸ ਨੇ ਐਕਟ ਆਫ ਕਾਈਂਡਨੈਸ ਫॉर ਹਿਊਮੈਨਿਟੀਜ਼ ਦੇ ਬਾਰੇ ਬਹੁਤ ਚੰਗਾ ਕੰਮ ਕੀਤਾ ਹੈ। ਉਸ ਨੇ ਹਿਊਮੈਨਿਟੀਜ਼ ਯਾਨੀ ਇਨਸਾਨੀਅਤ ਨੂੰ ਇੰਸਪੀਰੇਸ਼ਨ ਜਾਂ ਵਧਾਵਾ ਦੇਣ ਦਾ ਕੰਮ ਕੀਤਾ ਹੈ। ਮੈਂ ਇਹ ਕਹਿਣਾ ਚਾਹੁੰਦਾ ਹਾਂ ਲੋਕਾਂ ਨੂੰ ਕਿ ਉਸ ਦੇ ਵੀਡੀਓਜ਼ ਵੀ ਵੇਖਣ ਅਤੇ ਸੁਣਨ, ਜਿਸ ਤਰ੍ਹਾਂ ਕਿ ਬਾਪੂ ਜੀ ਆਪ ਜੀ ਨੇ ਕਿਹਾ ਹੈ ਕਿ ਜਿਨ੍ਹਾਂ ਲੋਕਾਂ ਕੋਲ ਸੱਚ ਤੇ ਕੁਝ ਨਹੀਂ ਹੈ ਉਹਨਾਂ ਦੀ ਮਦਦ ਕਰਨੀ ਚਾਹੀਦੀ।
ਤੇ ਉਸ ਨੇ ਐਸੇ ਲੋਕਾਂ ਦੀ ਮਦਦ ਕੀਤੀ ਹੈ ਜੋ ਸੱਚਮੁੱਚ ਤੇ ਕੁਝ ਕਰਨਾ ਚਾਹੁੰਦੇ ਹਨ। ਉਹ ਭੀਖ ਨਹੀਂ ਮੰਗਣਾ ਚਾਹੁੰਦੇ, ਉਹ ਕੁਝ ਕੰਮ ਕਰਨਾ ਚਾਹੁੰਦੇ ਹਨ, ਲੇਕਿਨ ਉਹਨਾਂ ਕੋਲ ਪੈਸਿਆਂ ਦੀ ਤੰਗੀ ਹੈ ਜਾਂ ਉਹਨਾਂ ਕੋਲ ਸਾਧਨਾਂ ਦੀ ਕਮੀ ਹੈ। ਐਸੀ ਵਜ੍ਹਾ ਨਾਲ ਉਹ ਛੋਟੇ ਲੈਵਲ 'ਤੇ ਕੰਮ ਕਰਦੇ ਹਨ ਤੇ ਉਹ ਉਹਨਾਂ ਨੂੰ ਸਾਧਨ ਦਿੰਦਾ ਹੈ, ਉਹਨਾਂ ਨੂੰ ਅੱਗੇ ਵਧਾਉਂਦਾ ਹੈ, ਉਹਨਾਂ ਦਾ ਸਮਾਨ ਖਰੀਦ ਲੈਂਦਾ ਹੈ ਅਤੇ ਲੋਕਾਂ ਨੂੰ ਵੀਡੀਓਜ਼ ਦੇ ਰਾਹੀਂ ਵਿਖਾਉਂਦਾ ਹੈ ਕਿ ਇਹੋ ਜਿਹੇ ਲੋਕਾਂ ਲਈ ਆਪਣੀ ਸੋਚ, ਆਪਣੀ ਨਜ਼ਰ ਚੰਗੀ ਰੱਖੋ। ਉਹਨਾਂ ਨਾਲ ਬਾਰਗੇਨਿੰਗ ਜਾਂ ਸੌਦੇਬਾਜ਼ੀ ਵੀ ਨਾ ਕਰੋ। ਜਿਸ ਤਰ੍ਹਾਂ ਅਸੀਂ ਆਟੋ ਵਾਲੇ ਨਾਲ ਕੀ ਬਾਰਗੇਨਿੰਗ ਕਰਦੇ ਹਾਂ, 2 ਪੈਸੇ ਬਚਾ ਲੈਂਦੇ ਹਾਂ, ਪਰ ਆਟੋ ਵਾਲੇ ਨਾਲ ਕੀਤੇ ਹੋਏ ਪੈਸਿਆਂ ਨਾਲ ਉਸ ਦਾ ਕੋਈ ਮਕਾਨ ਨਹੀਂ ਬਣਨ ਵਾਲਾ, ਉਸ ਦੀ ਸਿਰਫ ਰੋਜੀ ਰੋਟੀ ਹੀ ਚੱਲਦੀ ਹੈ। ਤੇ ਉਸ ਨੇ ਬਹੁਤ ਚੰਗਾ ਕਨਸੈਪਟ ਇਸ 'ਤੇ ਦੱਸਿਆ ਹੈ। ਹੁਣ ਅਸੀਂ ਇਸ ਤੋਂ ਅੱਗੇ ਵੱਧਦੇ ਹਾਂ ਬਾਪੂ ਜੀ। ਜਿਸ ਤਰ੍ਹਾਂ ਕਿ ਅਸੀਂ ਮਾਨਵਤਾ ਦੇ ਬਾਰੇ 'ਤੇ ਗੱਲ ਕੀਤੀ ਹੈ ਕਿ ਸਾਡੇ ਇੱਧਰ ਬਹੁਤ ਸਾਰੀਆਂ ਅਤੇ ਬਹੁਤ ਤਰ੍ਹਾਂ ਦੀਆਂ ਮਾਨਤਾਵਾਂ ਹਨ ਜਿਨ੍ਹਾਂ ਤੋਂ ਸਾਨੂੰ ਬਾਹਰ ਨਿਕਲਣ ਦੇ ਲਈ ਗਿਆਨ ਦੀ ਲੋੜ ਰਹਿੰਦੀ ਹੈ। ਤੇ ਮੇਰਾ ਇਹ ਸਵਾਲ ਹੈ ਕਿ ਆਤਮਾ ਮਰਨ ਦੇ ਬਾਅਦ ਕੀ ਕਰਮ ਕਰਦੀ ਹੈ? ਬਾਪੂ ਜੀ ਵੇਖੋ, ਆਤਮਾ ਤੇ ਅਜ਼ਰ, ਅਮਰ, ਅਵਿਨਾਸੀ ਯਾਨੀ ਬੁਢਾਪੇ ਤੋਂ ਰਹਿਤ, ਕਦੀ ਵੀ ਨਾ ਮਰਨ ਵਾਲੀ ਅਤੇ ਜਿਸ ਦਾ ਕਦੇ ਵੀ ਨਾਸ ਨਹੀਂ ਹੁੰਦਾ, ਇਹਨਾਂ ਗੁਣਾਂ ਵਾਲੀ ਹੈ। ਤੇ ਇਹ 5 ਐਲੀਮੈਂਟਸ ਜਾਂ 5 ਤੱਤਾਂ ਦਾ ਜੋ ਸਰੀਰ ਹੈ, ਉਸ ਵਿੱਚੋਂ 2 ਤੱਤ ਸੜ ਕੇ ਭਸਮ ਹੋ ਜਾਂਦੇ ਹਨ, ਪਾਣੀ ਅਤੇ ਮਿੱਟੀ। 3 ਐਲੀਮੈਂਟਸ ਜਾਂ 3 ਤੱਤਾਂ ਦਾ ਸਰੀਰ ਤੇ 5 ਤੱਤਾਂ ਦੇ ਸਰੀਰ ਦੇ ਮਰਨ ਤੋਂ ਬਾਅਦ ਵੀ ਰਹਿੰਦਾ ਹੈ ਨਾ। ਤੇ ਮਰਨ ਤੋਂ ਬਾਅਦ ਵੀ ਆਤਮਾ ਮਹਿਸੂਸ ਜਾਂ ਫੀਲ ਕਰਦੀ ਹੈ, ਭਾਵਨਾਵਾਂ ਤੇ ਆਂਦੀ ਹੈ। ਆਤਮਾਵਾਂ ਕਰਮ ਤੇ ਕਰਦੀਆਂ ਹਨ ਨਾ। ਆਤਮਾਵਾਂ ਭੂਤ ਪ੍ਰੇਤ ਬਣ ਜਾਂਦੀਆਂ ਹਨ ਤੇ ਕੀ ਕਰਮ ਨਹੀਂ ਕਰਦੀਆਂ? ਜੇਕਰ ਆਤਮਾ ਦੇਵਤਾ ਵੀ ਬਣ ਜਾਵੇ ਜਾਂ ਉੱਪਰ ਸਵਰਗ ਲੋਕ ਵੀ ਚਲੀ ਜਾਵੇ ਤੇ ਵੀ ਕੀ ਕਰਮ ਨਹੀਂ ਕਰਦੀ? ਤੀਸਰੇ ਲੋਕ ਜਾਂ ਸਵਰਗ ਲੋਕ ਤੋਂ ਉੱਪਰ ਚੌਥੇ ਲੋਕ ਤੇ ਚਲੀ ਜਾਵੇ, ਯਾਨੀ ਸਵਰਗ ਲੋਕ ਤੋਂ ਮਹਲੋਕ, ਜਨ ਲੋਕ, ਤਪ ਲੋਕ, ਫਿਰ ਬ੍ਰਹਮਾਪੁਰੀ, ਵਿਸ਼ਨੂਪੁਰੀ, ਸ਼ਿਵਪੁਰੀ, ਪਰਮਧਾਮ ਚਲੀ ਜਾਏ ਤੇ ਪਰਮਧਾਮੀ ਆਤਮਾ ਜਦੋਂ ਕੈਵਲਯ ਯਾਨੀ ਨਿਰਾਕਾਰ ਬਣ ਜਾਂਦੀ ਹੈ, ਉਦੋਂ ਵੀ ਗਿਆਨ ਸਰੂਪ ਹੁੰਦੀ ਹੈ ਨਾ। ਉਦੋਂ ਵੀ ਸੋਚਦੀ ਤੇ ਹੈ ਨਾ, ਨਿਸੰਕਲਪ ਜਾਂ ਵਿਚਾਰਾਂ ਤੋਂ ਰਹਿਤ ਹੁੰਦੀ ਹੈ, ਪਰ ਬਹੁਤ ਸੂਖਮ ਸਰੂਪ ਤੇ ਸੋਚਦੀ ਹੈ ਨਾ। ਇਸ ਲਈ ਸੋਚ ਤੇ ਹਮੇਸ਼ਾ ਬਣੀ ਹੀ ਰਹਿੰਦੀ ਹੈ। ਸੋਚਣਾ ਮਤਲਬ ਕਰਮ ਕਰਨਾ। ਆਤਮਾਵਾਂ ਨੂੰ ਜੰਮਣ ਮਰਨ ਦੇ ਚੱਕਰਾਂ ਤੋਂ ਵੀ ਮਿਲ ਜਾਵੇ ਤਾਂ ਵੀ ਪਰਮ ਧਾਮ ਤੇ ਜਾਣ ਤੇ ਬਾਅਦ ਤੇ ਆਤਮਾ ਗਿਆਨ ਸਰੂਪ ਹੁੰਦੀ ਹੈ ਤੇ ਉਹ ਵੀ ਕਰਮ ਹੀ ਹੈ। ਤੇ ਬਾਪੂ ਜੀ, ਜਿਸ ਤਰ੍ਹਾਂ ਸ਼੍ਰੀ ਕ੍ਰਿਸ਼ਨ ਨੇ ਗੀਤਾ ਦੇ ਅੰਦਰ ਜੋ ਗੀਤਾ ਦਾ ਸਾਰ ਜਾਂ ਨਿਚੋੜ ਦੱਸਿਆ ਹੈ, ਅਤੇ ਜਿਸ ਤਰ੍ਹਾਂ ਆਪ ਜੀ ਵੀ ਐਸੀ ਗੱਲ ਨੂੰ ਦੱਸਦੇ ਹੋ ਕਿ ਹੇ ਅਰਜੁਨ, ਤੂੰ ਆਤਮ ਸਰੂਪ ਬਣ ਮੈਨੂੰ ਯਾਨੀ ਸ਼੍ਰੀ ਕ੍ਰਿਸ਼ਨ ਪਰਮਾਤਮਾ ਨੂੰ ਦੇਵ ਸਰੂਪ ਤੇ ਯਾਦ ਕਰੇਗਾ ਤੇ ਤੇਰੇ ਸਾਰੇ ਵਿਕਰਮਾਂ ਦਾ ਨਾਸ ਹੋ ਜਾਏਗਾ। ਕਿ ਐਸੀ ਅਵਸਥਾ ਬਣ ਸਕਦੀ ਹੈ ਕਿਸੇ ਦੀ ਕਿ ਇਸ ਤਰ੍ਹਾਂ ਵਿਕਰਮ ਜਾਂ ਬੁਰੇ ਕਰਮ ਖਤਮ ਹੋ ਜਾਣਗੇ? ਬਾਪੂ ਜੀ ਹਾਂ, ਵੇਖੋ ਗੀਤਾ ਤੇ ਜੋ ਕਿਹਾ ਗਿਆ ਹੈ ਕਿ ਤੂੰ ਦੇਹ ਅਤੇ ਦੇਹ ਦੇ ਸਾਰੇ ਸੰਬੰਧ ਭੁੱਲ ਕੇ ਛੱਡਣੇ ਨਹੀਂ ਹੈ। ਘਰ ਗ੍ਰਸਤੀ ਤੇ ਰਹਿ ਕੇ ਆਤਮ ਸਰੂਪ ਤੇ ਟਿਕ ਕੇ ਮੈਨੂੰ ਪਰਮਾਤਮਾ ਨੂੰ ਯਾਦ ਕਰ। ਮੈਂ ਤੇਰੇ ਸਾਰੇ ਬੁਰੇ ਕਰਮਾਂ ਦਾ ਨਾਸ਼ ਕਰਾਂਗਾ, ਪਰ ਪਰਮਾਤਮਾ ਨੂੰ ਸਹੀ ਤਰੀਕੇ ਨਾਲ ਨਾ ਜਾਣ ਸਕਣ ਕਰਕੇ ਜਾਂ ਪਰਮਾਤਮਾ ਤੋਂ ਸਹੀ ਢੰਗ ਨਾਲ ਪਾਵਰ ਨਾ ਲੈ ਸਕਣ ਕਰਕੇ ਪਰਮਾਤਮਾ ਦੀ ਪਾਵਰ ਨਹੀਂ ਆਉਂਦੀ। ਜਿਸ ਤਰ੍ਹਾਂ ਕਿ ਤੁਹਾਨੂੰ ਬਿਜਲੀ ਦੀ ਪਾਵਰ ਚਾਹੀਦੀ, ਪਰ ਤੁਹਾਡੇ ਘਰ ਦਾ ਪਾਵਰ ਹਾਊਸ ਨਾਲ ਕਨੈਕਸ਼ਨ ਨਹੀਂ ਹੈ, ਤੇ ਕੀ ਤੁਹਾਡੇ ਘਰ ਤੇ ਬਿਜਲੀ ਆਏਗੀ? ਅਨੰਤ ਨਹੀਂ ਆਏਗੀ ਬਾਪੂ ਜੀ। ਤੇ ਇਸੇ ਤਰ੍ਹਾਂ ਪਰਮਾਤਮਾ ਹੈ ਪਾਵਰ ਹਾਊਸ, ਤੇ ਪਰਮਾਤਮਾ ਪਾਵਰ ਹਾਊਸ ਤੋਂ ਕਨੈਕਸ਼ਨ ਜੋੜਨਾ ਹੈ। ਕਨੈਕਸ਼ਨ ਲਗਾਉਣਾ ਮਤਲਬ ਯੋਗ ਕਰਨ ਦਾ ਮਤਲਬ ਪਰਮਾਤਮਾ ਪਾਵਰ ਹਾਊਸ ਨਾਲ ਕਨੈਕਸ਼ਨ ਜੋੜਨਾ। ਤੇ ਜੇਕਰ ਪਰਮਾਤਮਾ ਨੂੰ ਯਾਦ ਜਾਂ ਕਨੈਕਸ਼ਨ ਲਗਾਉਣ ਦੀ ਵਿਧ ਐਕਿਊਰੇਟ ਜਾਂ ਬਿਲਕੁਲ ਸਹੀ ਨਾ ਹੋਵੇ ਤੇ ਪਰਮਾਤਮਾ ਪਾਵਰ ਹਾਊਸ ਤੋਂ ਪਾਵਰ ਨਹੀਂ ਆਏਗੀ।
ਅਤੇ ਬੁਰੇ ਕਰਮਾਂ ਦਾ ਵਿਨਾਸ਼ ਨਹੀਂ ਹੋਏਗਾ। ਅਨੰਤ। ਤੇ ਬਾਪੂ ਜੀ, ਜੋ ਮਨੁੱਖ ਜਿਸ ਵੀ ਪਰਮਾਤਮਾ ਨੂੰ ਯਾਦ ਕਰਦਾ ਹੈ, ਭਾਵੇਂ ਉਹ ਜਿਸ ਨੂੰ ਵੀ ਮੰਨਦਾ ਹੈ, ਆਪਣੀ ਪੂਰੀ ਜ਼ਿੰਦਗੀ ਉਸੀ ਦੀ ਪਾਠ ਪੂਜਾ ਕਰਦਾ ਹੈ, ਤੇ ਕੀ ਉਸ ਦੇ ਕਰਮ ਬੰਧਨ ਕੱਟਣਗੇ ਉਸੀ ਪਰਮਾਤਮਾ ਤੋਂ? ਤੇ ਕੀ ਉਹ ਪਾਪਾਂ ਤੋਂ ਮੁਕਤ ਹੋਏਗਾ? ਬਾਪੂ ਜੀ, ਅੱਜ ਧਰਤੀ ਤੇ ਲੱਖਾਂ ਭਗਵਾਨ ਬੈਠੇ ਹਨ। ਜੇਕਰ ਸੂਖਮ ਜਗਤ ਤੇ ਜਾਓ ਤੇ ਲੱਖਾਂ ਸੂਖਮ ਜਗਤ ਦੇ ਲੇਅਰਸ ਹਨ ਅਤੇ ਉਹਨਾਂ ਲੱਖਾਂ ਲੇਅਰਸ ਤੇ ਲੱਖਾਂ ਭਗਵਾਨ ਬੈਠੇ ਹਨ। ਇਸ ਤੋਂ ਉੱਪਰ ਵੀ ਹੋਰ ਵੀ ਇੱਕ ਲੇਅਰ ਤੇ ਇੱਕ ਭਗਵਾਨ ਬੈਠਾ ਹੋਇਆ ਹੈ। ਜੇਕਰ 1 ਲੱਖ ਕਿਲੋਮੀਟਰ ਉੱਪਰ ਚਲੇ ਜਾਓ ਤੇ 1 ਲੱਖ ਕਿਲੋਮੀਟਰ ਦੇ ਹੋਰ ਭਗਵਾਨ, 2 ਲੱਖ ਕਿਲੋਮੀਟਰ ਦੇ ਹੋਰ ਭਗਵਾਨ, 3 ਲੱਖ ਕਿਲੋਮੀਟਰ ਦੇ ਹੋਰ ਭਗਵਾਨ, ਤੇ ਸੂਖਮ ਵਤਨ ਤੇ ਕਈ ਲੱਖਾਂ ਦੀ ਲੇਅਰਸ ਤੇ ਲੱਖਾਂ ਭਗਵਾਨ ਬਣ ਕੇ ਬੈਠੇ ਹੋਏ ਹਨ। ਜਿਸ ਤਰ੍ਹਾਂ ਧਰਤੀ ਤੇ ਅੱਜ ਲੱਖਾਂ ਭਗਵਾਨ ਹਨ, ਇਸੇ ਤਰ੍ਹਾਂ ਪਰ ਤੁਸੀਂ ਇਹ ਸੋਚੋ ਕਿ ਅੱਜ ਧਰਤੀ ਤੇ ਲੱਖਾਂ ਧਰਮ ਸਥਾਨ ਬਣ ਗਏ ਹਨ ਤੇ ਕੀ ਧਰਤੀ ਤੇ ਸੁੱਖ ਸ਼ਾਂਤੀ ਆਈ? ਇਹ ਇੱਕ ਕਾਮਨ ਸੈਂਸ ਦੀ ਗੱਲ ਹੈ ਕਿ ਜਦ ਐਨੇ ਧਰਮ ਸਥਾਨ, ਐਨੇ ਭਗਵਾਨ ਐਸੀ ਧਰਤੀ ਤੇ ਹਨ, ਪਰ ਸੁੱਖ ਸ਼ਾਂਤੀ ਦਾ ਅਹਿਸਾਸ ਨਹੀਂ ਹੁੰਦਾ। ਤੇ ਤੁਸੀਂ ਸੋਚੋ ਨਾ ਕਿ ਇਸ ਦਾ ਮਤਲਬ ਇਹ ਹੈ ਕਿ ਤੁਹਾਡਾ ਅਸਲੀ ਪਰਮਾਤਮਾ ਨਾਲ ਕਨੈਕਸ਼ਨ ਨਹੀਂ ਹੈ, ਤੁਸੀਂ ਅਸਲੀ ਪਰਮਾਤਮਾ ਨੂੰ ਨਹੀਂ ਜਾਣਦੇ। ਤੇ ਗੀਤਾ ਤੇ ਕਿਹਾ ਗਿਆ ਹੈ ਕਿ ਤੁਸੀਂ ਜਿਸ ਨੂੰ ਯਾਦ ਕਰੋਗੇ ਉਸੀ ਨੂੰ ਪ੍ਰਾਪਤ ਕਰੋਗੇ, ਤੇ ਤੁਸੀਂ ਜਿਸ ਨੂੰ ਵੀ ਯਾਦ ਕਰੋਗੇ ਉਹ ਜੋ ਵੀ ਕੋਈ ਵੀ ਹੋਵੇਗਾ ਉਸ ਨੂੰ ਪਾਓਗੇ, ਉਹੀ ਤੁਹਾਨੂੰ ਮਿਲੇਗਾ। ਉਸ ਦੀ ਆਤਮਾ ਤੇ ਜੋ ਵੀ ਰਿਕਾਰਡ ਹੋਏਗਾ ਉਹੀ ਤੁਹਾਨੂੰ ਮਿਲੇਗਾ। ਅਨੰਤ। ਹਾਂ, ਤੇ ਕ੍ਰਿਸ਼ਨ ਨੇ ਕਿਹਾ ਹੈ ਨਾ, ਜੇਕਰ ਕਾਮੀ ਨੂੰ ਯਾਦ ਕਰੋਗੇ ਤੇ ਕਾਮ ਮਿਲੇਗਾ, ਕ੍ਰੋਧੀ ਨੂੰ ਯਾਦ ਕਰੋਗੇ ਤੇ ਕ੍ਰੋਧ ਮਿਲੇਗਾ, ਤੇ ਵੱਡ ਵਡੇਰਿਆਂ ਨੂੰ ਯਾਦ ਕਰੋਗੇ ਤੇ ਉਹਨਾਂ ਦੇ ਕੋਲ ਜਾਵਾਂਗੇ, ਤੇ ਜਿਨ੍ਹਾਂ ਦੇਵੀ ਦੇਵਤਿਆਂ ਨੂੰ ਯਾਦ ਕਰਾਂਗੇ ਤੇ ਉਹਨਾਂ ਦੇ ਕੋਲ ਜਾਵਾਂਗੇ, ਉਹ ਭਾਵੇਂ ਕਿਸੇ ਵੀ ਲੇਅਰ ਤੇ ਬੈਠੇ ਹੋਣ। ਤੇ ਬਾਪੂ ਜੀ, ਮੇਰਾ ਇੱਕ ਹੋਰ ਸਵਾਲ ਹੈ ਕਿ ਅਸੀਂ ਸਾਰੀਆਂ ਮਨੁੱਖ ਆਤਮਾਵਾਂ ਮਿਲ ਕੇ ਇਸ ਤਰ੍ਹਾਂ ਦਾ ਕੁਝ ਕਰ ਸਕਦੇ ਹਾਂ ਜੋ ਧਰਤੀ ਦੇ ਉੱਪਰ ਜਿੰਨੇ ਵੀ ਮਨੁੱਖ ਹਨ ਉਹਨਾਂ ਸਾਰਿਆਂ ਦੇ ਬੁਰੇ ਕਰਮ ਖਤਮ ਹੋ ਜਾਣ? ਉਸ ਦੇ ਲਈ ਸਾਨੂੰ ਕੀ ਕਰਨਾ ਹੋਏਗਾ? ਸਾਰੇ ਸੰਸਾਰ ਦੇ ਭਲੇ ਦੇ ਲਈ ਇਸ ਤਰ੍ਹਾਂ ਦਾ ਕੀ ਕੰਮ ਸਾਨੂੰ ਕਰਨਾ ਹੋਏਗਾ? ਬਾਪੂ ਜੀ, ਪਹਿਲਾਂ ਤੇ ਤੁਹਾਨੂੰ ਆਪਣੀ ਸੋਚ, ਆਪਣੀ ਸਮਝ ਬਦਲਣੀ ਪਏਗੀ। ਤੁਸੀਂ ਇਹ ਸੋਚੋ ਕਿ ਅੱਜ ਤੱਕ ਧਰਤੀ ਤੇ ਜੋ ਹੋ ਰਿਹਾ ਹੈ ਇਸ ਤੋਂ ਕੁਝ ਹੋਣ ਵਾਲਾ ਨਹੀਂ ਹੈ। ਹੁਣ ਸਾਰੇ ਸੰਸਾਰ ਦੇ ਬਦਲਾਵ ਦੇ ਲਈ ਪਹਿਲਾਂ ਤੇ ਧਰਮ, ਜਾਤ, ਨਾਤ ਤੋਂ ਪਰੇ ਦੀ ਸੋਚ ਰੱਖਣੀ ਅਤੇ ਕਰਨੀ ਪਏਗੀ, ਅਤੇ ਬ੍ਰੌਡ ਸੈਂਸ ਜਾਂ ਖੁੱਲੀ ਸੋਚ ਰੱਖਣੀ ਪਏਗੀ। ਤੁਸੀਂ ਵੱਡੀ ਸੋਚ ਅਤੇ ਖੁੱਲੇ ਵਿਚਾਰ ਰੱਖ ਕੇ ਗਿਆਨ ਨੂੰ ਸਮਝਣਾ ਹੋਏਗਾ। ਗਿਆਨ ਮਤਲਬ ਪਰਮਾਤਮਾ ਨੂੰ ਸਮਝਣ ਦਾ ਗਿਆਨ। ਹੂ ਇਜ਼ ਦ ਆਲਮਾਈਟੀ ਅਥਾਰਟੀ? ਇਸ ਗੱਲ ਨੂੰ ਸੋਚੋ, ਸਮਝੋ ਅਤੇ ਆਲਮਾਈਟੀ ਅਥਾਰਟੀ ਤੋਂ ਡਾਇਰੈਕਟ ਕਨੈਕਸ਼ਨ ਜੋੜੋ, ਯੋਗ ਲਗਾਓ ਤੇ ਪਾਵਰ ਲਓ। ਉਸ ਦੇ ਲਈ ਪਹਿਲਾਂ ਤੇ ਤੁਸੀਂ ਸਵ ਪਰਿਵਰਤਨ ਯਾਨੀ ਆਪਣੇ ਆਪ ਦਾ ਬਦਲਾਵ ਕਰੋਗੇ। ਫਿਰ ਸਵ ਚਿੰਤਨ ਯਾਨੀ ਆਪਣੇ ਬਾਰੇ ਮਤਲਬ ਆਪਣੀ ਆਤਮਾ ਦੇ ਬਾਰੇ ਤੇ ਸੋਚਣਾ ਆਏਗਾ। ਸਵ ਚਿੰਤਨ ਤੋਂ ਫਿਰ ਸਵ ਪਰਿਵਰਤਨ ਹੋਏਗਾ। ਜਦੋਂ ਤੁਸੀਂ ਸਵ ਪਰਿਵਰਤਨ ਕਰੋਗੇ ਤੇ ਤੁਹਾਡਾ ਪਰਿਵਾਰ ਠੀਕ ਹੋ ਜਾਏਗਾ, ਤੁਹਾਡੇ ਕਨੈਕਸ਼ਨ ਤੇ ਜੋ ਵੀ ਆਏਗਾ ਉਸ ਦਾ ਵੀ ਬਦਲਾਵ ਹੋ ਜਾਏਗਾ, ਯਾਨੀ ਉਹ ਵੀ ਪਰਮ ਸ਼ਾਂਤੀ ਤੇ ਆ ਜਾਏਗਾ। ਤੇ ਪਹਿਲਾਂ ਤੇ ਆਪਣੇ ਆਪ ਦਾ ਬਦਲਾਵ ਕਰੋ ਨਾ। ਸਵ ਪਰਿਵਰਤਨ ਤੋਂ ਹੀ ਹੌਲੀ ਹੌਲੀ ਇਸ ਤਰ੍ਹਾਂ ਦਾ ਇੱਕ ਗਰੁੱਪ ਬਣਾਓ, ਚੰਗੀ ਆਤਮਾਵਾਂ ਦਾ ਗਰੁੱਪ ਬਣਾਓ ਜੋ ਆਲਮਾਈਟੀ ਅਥਾਰਟੀ ਨੂੰ ਜਾਣਨ, ਮੰਨਣ ਅਤੇ ਸੰਸਾਰ ਦੇ ਭਲੇ ਦੇ ਲਈ ਆਪਣੇ ਸੰਕਲਪਾਂ ਜਾਂ ਸੋਚ ਕਰਨ ਅਤੇ ਵਿਸ਼ਵ ਕਲਿਆਣ ਜਾਂ ਸੰਸਾਰ ਦੇ ਭਲੇ ਦੇ ਲਈ ਯੋਗ ਕਰਨ। ਯੋਗ ਦੇ ਰਾਹੀਂ ਉੱਚੇ ਤੋਂ ਉੱਚੇ ਪਰਮ ਧਾਮ ਤੋਂ ਪਾਵਰ ਉਤਾਰਨ ਤੇ ਪਾਵਰ ਉਤਾਰਦੇ ਵਕਤ ਇਹ ਸੰਕਲਪ ਕਰਨ ਕਿ ਅਨੰਤ ਕੋਟੀ ਜਾਂ ਬੇਅੰਤ ਤਰ੍ਹਾਂ ਦੇ ਬ੍ਰਹਮੰਡਾਂ ਤੇ ਪਰਮ 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 ਸ਼ਾਂਤੀ ਹੋ ਰਹੀ ਹੈ। ਇਹ ਸੋਚ ਕਰਨ
ਕਿਉਂਕਿ ਇਹ ਅੱਗ ਸਿਰਫ ਸਾਡੀ ਧਰਤੀ ਤੇ ਸਾਡੇ ਬ੍ਰਹਮੰਡ ਤੇ ਹੀ ਨਹੀਂ ਲੱਗੀ ਹੈ, ਬੇਅੰਤ ਤਰ੍ਹਾਂ ਦੇ ਬ੍ਰਹਮੰਡਾਂ ਤੇ ਜਿੱਥੇ ਜਿੱਥੇ ਵੀ ਸੋਲਰ ਸਿਸਟਮ ਹਨ ਉੱਥੇ ਉੱਥੇ ਧਰਤੀ ਹੈ। ਐਸੀ ਤਰ੍ਹਾਂ ਦਾ ਸਥੂਲ ਵਤਨ ਵੀ ਹੈ। ਹਰ ਜਗ੍ਹਾ ਤੇ ਐਸੀ ਤਰ੍ਹਾਂ ਦੀ ਆਤਮਾਵਾਂ ਰਹਿੰਦੀਆਂ ਹਨ ਤੇ ਉਹ ਸਾਰੀਆਂ ਆਤਮਾਵਾਂ ਦੁਖੀ ਹਨ। ਬੇਅੰਤ ਤਰ੍ਹਾਂ ਦੇ ਬ੍ਰਹਮੰਡਾਂ ਤੇ ਦੁੱਖ ਹੈ ਤੇ ਤੁਸੀਂ ਆਪਣੇ ਸੰਕਲਪਾਂ ਤੋਂ ਆਪਣੀ ਸੋਚ ਬਦਲੋ। ਤੁਸੀਂ ਅਨੰਤ ਕੋਟੀ ਜਾਂ ਬੇਅੰਤ ਤਰ੍ਹਾਂ ਦੇ ਬ੍ਰਹਮੰਡਾਂ ਦੇ ਕ੍ਰੀਏਟਰ ਜਾਂ ਮਾਲਿਕ ਨੂੰ ਜਾਣੋ, ਮੰਨੋ। ਬੇਹੱਦ ਦੇ ਸੰਸਾਰ ਨੂੰ ਜਾਣੋ, ਬੇਹੱਦ ਦੇ ਵਿਸ਼ਵ ਦੇ ਕ੍ਰੀਏਟਰ ਨੂੰ ਜਾਣੋ, ਮੰਨੋ ਅਤੇ ਉਸ ਨੂੰ ਪਹਿਚਾਣੋ ਅਤੇ ਉਸ ਨੂੰ ਯਾਦ ਕਰੋ ਤੇ ਬੇਅੰਤ ਤਰ੍ਹਾਂ ਦੇ ਬ੍ਰਹਮੰਡਾਂ ਨੂੰ ਬਦਲਣ ਦੀ ਸੋਚ ਰੱਖੋ। ਆਨੰਦ ਬਾਪੂ ਜੀ, ਆਫਟਰ ਡੈਥ ਜਾਂ ਮਰਨ ਤੋਂ ਬਾਅਦ ਜੋ ਆਤਮਾ ਹੈ ਕਿ ਉਹ ਵੀ ਨਿਸ਼ਕਾਮ ਕਰਮ ਕਰ ਸਕਦੀ ਹੈ? ਬਾਪੂ ਜੀ, ਆਫਟਰ ਡੈਥ ਯਾਨੀ ਮਰਨ ਤੋਂ ਬਾਅਦ ਜਦੋਂ ਆਤਮਾ 3 ਤੱਤਾਂ ਤੇ ਹੁੰਦੀ ਹੈ, ਯਾਨੀ ਉਦੋਂ ਉਸ ਦਾ ਸੂਖਮ ਸਰੀਰ ਉਸ ਦੇ ਨਾਲ ਹੁੰਦਾ ਹੈ ਤੇ ਜਦੋਂ ਉਹ 5 ਤੱਤਾਂ ਤੇ ਮਨੁੱਖ ਅਵਤਾਰ ਤੇ ਸੀ ਉਦੋਂ ਉਸਨੇ ਗਿਆਨ ਪ੍ਰਾਪਤ ਕੀਤਾ ਹੈ ਅਤੇ ਚੰਗੇ ਕਰਮ ਕਰਨ ਦੀ ਉਸ ਦੀ ਸੋਚ ਹੈ, ਪਰਮਾਤਮਾ ਦੀ ਪ੍ਰਾਪਤੀ ਕੀਤੀ ਹੈ, ਪਰਮਾਤਮਾ ਦਾ ਗਿਆਨ ਹੈ ਤੇ ਐਸੀਆਂ ਆਤਮਾਵਾਂ ਦੀ ਮਰਨ ਤੋਂ ਬਾਅਦ ਸਦਗਤੀ ਹੁੰਦੀ ਹੈ ਅਤੇ ਐਸੀਆਂ ਆਤਮਾਵਾਂ ਨਿਚਲੇ ਸੂਖਮ ਜਗਤ ਦੇ ਲੇਅਰ ਤੋਂ ਉੱਪਰ ਦੂਸਰੇ ਤੀਸਰੇ ਲੇਅਰ ਤੇ ਚਲੇ ਜਾਂਦੀਆਂ ਹਨ। ਫਿਰ ਉੱਥੇ ਉਹ ਨਿਸੰਕਲਪ ਜਾਂ ਵਿਚਾਰਾਂ ਤੋਂ ਰਹਿਤ ਹੋ ਕੇ ਪਰਮਾਤਮਾ ਨੂੰ ਯਾਦ ਕਰਦੀਆਂ ਹਨ, ਯੋਗ ਕਰਦੀਆਂ ਹਨ ਅਤੇ ਫਿਰ ਉਹਨਾਂ ਨੂੰ ਚੰਗਾ ਫਲ ਮਿਲਦਾ ਹੈ। ਆਨੰਦ ਤੇ ਉਸੇ ਕਰਮ ਨੂੰ ਨਿਸ਼ਕਾਮ ਯਾਨੀ ਭਾਵਨਾਵਾਂ ਤੋਂ ਰਹਿਤ ਕਰਮ ਕਹਿੰਦੇ ਹਨ। ਜਦੋਂ ਅਸੀਂ ਪਰਮਾਤਮਾ ਨੂੰ ਯਾਦ ਕਰਦੇ ਹਾਂ, ਬਾਪੂ ਜੀ, ਪਰਮਾਤਮਾ ਨੂੰ ਯਾਦ ਕਰਦੇ ਹੋਏ ਜਦੋਂ ਕੋਈ ਵੀ ਕਰਮ ਕੀਤਾ ਜਾਂਦਾ ਹੈ ਤੇ ਉਹ ਨਿਸ਼ਕਾਮ ਕਰਮ ਹੀ ਹੈ। ਉਸ ਕਰਮ ਤੇ ਕਰਮ ਬੰਨਣ ਨਹੀਂ ਲੱਗਦਾ। ਉਹੀ ਆਤਮਾ ਹੌਲੀ ਹੌਲੀ ਪਰਮ ਧਾਮ ਪਹੁੰਚ ਜਾਂਦੀ ਹੈ। ਆਨੰਦ ਤੇ ਬਾਪੂ ਜੀ, ਅੱਜ ਦੇ ਟਾਈਮ ਜਾਂ ਸਮੇਂ ਤੇ 100% ਕਰਮਯੋਗ ਕੀ ਹੈ? ਬਾਪੂ ਜੀ, 100% ਕਰਮਯੋਗ ਜੋ ਹੈ ਉਹ ਤੁਹਾਨੂੰ ਕਰਮਾਂ ਦੇ ਬੰਨਣ ਤੋਂ ਮੁਕਤੀ ਦਿਵਾ ਕੇ ਕਰਮਾਤੀਤ ਅਵਸਥਾ ਦੀ ਤਰਫ ਲੈ ਜਾਂਦਾ ਹੈ। ਆਨੰਦ ਕਰਮਾਤੀਤ ਮਤਲਬ ਫਲ ਦੀ ਇੱਛਾ ਨਾ ਕਰਨਾ। ਬਾਪੂ ਜੀ, ਨਿਸ਼ਕਾਮ ਕਰਮ ਯੋਗ ਜੋ ਹੈ ਉਸ ਦਾ ਮਤਲਬ ਪਹਿਲਾਂ ਤੇ ਕਰਮ ਯੋਗ ਯਾਨੀ ਲਗਾਤਾਰ ਯੋਗ ਕਰਨਾ, ਪਰਮਾਤਮਾ ਦੀ ਯਾਦ ਤੇ ਰਹਿ ਕੇ ਹਰ ਕੰਮ ਕਰਨਾ ਤੇ ਜਦੋਂ ਗਿਆਨ ਆਉਂਦਾ ਹੈ, ਪਰਮਾਤਮਾ ਦੀ ਪਛਾਣ ਹੁੰਦੀ ਹੈ, ਉਦੋਂ ਆਲਮਾਈਟੀ ਅਥਾਰਟੀ ਜਾਂ ਸਰਵ ਸ਼ਕਤੀਮਾਨ ਪਰਮ ਪਿਤਾ ਪਰਮਾਤਮਾ ਨਿਰਾਕਾਰ ਤੋਂ ਤੁਸੀਂ ਪਾਵਰ ਲੈਂਦੇ ਹੋ ਤੇ ਤੁਹਾਡੀ ਆਤਮਾ ਤੇ ਪਾਵਰ ਆਂਦੀ ਹੈ ਤੇ ਸਭ ਤੋਂ ਪਹਿਲਾਂ ਤੁਹਾਡੀ ਸੋਚ ਬਦਲ ਜਾਂਦੀ ਹੈ। ਉਸ ਦੇ ਗੁਣ ਤੁਹਾਡੇ ਅੰਦਰ ਆਉਂਦੇ ਹਨ। ਤੁਸੀਂ ਦਇਆ ਦੇ ਸਾਗਰ ਬਣਦੇ ਹੋ, ਗਿਆਨ ਦੇ ਪਿਆਰ ਦੇ ਸਾਗਰ ਬਣਦੇ ਹੋ ਤੇ ਹੌਲੀ ਹੌਲੀ ਤੁਹਾਡੀ ਸੋਚ ਬੇਹੱਦ ਦੀ ਹੋ ਜਾਂਦੀ ਹੈ। ਹੱਦ ਦੀ ਸੋਚ ਮਤਲਬ ਇੱਕ ਲਿਮਿਟਿਡ ਜਾਂ ਸੀਮਤ ਸੋਚ ਤੋਂ ਤੁਹਾਡੀ ਬੇਹੱਦ ਦੀ ਸੋਚ ਹੋ ਜਾਂਦੀ ਹੈ, ਯਾਨੀ ਸੀਮਤ ਸੋਚ ਤੋਂ ਇੱਕ ਖੁੱਲ੍ਹੇ ਵਿਚਾਰਾਂ ਵਾਲੀ ਅਨਲਿਮਿਟਿਡ ਸੋਚ ਹੋ ਜਾਂਦੀ ਹੈ। ਫਿਰ ਤੁਹਾਡੇ ਅੰਦਰ ਬੇਹੱਦ ਦਾ ਬੈਰਾਗ ਆਉਂਦਾ ਹੈ, ਯਾਨੀ ਤੁਹਾਡੀ ਦੁਨਿਆਵੀ ਪਦਾਰਥਾਂ ਤੇ ਮਨ ਨਹੀਂ ਲੱਗਦਾ। ਬੇਹੱਦ ਦਾ ਤਿਆਗ, ਬੇਹੱਦ ਦੀ ਤਪੱਸਿਆ ਹੁੰਦੀ ਹੈ। ਬੇਹੱਦ ਦੇ ਸੰਸਾਰ ਦੇ ਬਦਲਾਵ ਦੀ ਮਨ ਦੇ ਅੰਦਰ ਸੋਚ ਆਉਂਦੀ ਹੈ। ਇਹੀ ਸੋਚ ਆਉਂਦੀ ਹੈ ਕਿ ਮੈਂ ਸਾਰੇ ਸੰਸਾਰ ਦਾ ਬਦਲਾਵ ਕਰ ਦੇਵਾਂ ਤੇ ਇਹ ਬਦਲਾਵ ਹੀ ਯਾਨੀ ਤੁਹਾਡੇ ਸੁਭਾਅ ਦਾ, ਤੁਹਾਡੀ ਸੋਚ ਦਾ ਬਦਲਾਵ ਹੀ ਗਿਆਨ ਹੈ। ਆਨੰਦ ਤੇ ਬਾਪੂ ਜੀ, ਜੋ ਲੋਕੀ ਜ਼ਿਆਦਾ ਭਗਤੀ ਕਰਦੇ ਹਨ ਉਹਨਾਂ ਨੂੰ ਕਿਉਂ ਇੰਨੇ ਜ਼ਿਆਦਾ ਦੁੱਖ ਭੋਗਣੇ ਪੈਂਦੇ ਹਨ, ਜਿਸ ਤਰ੍ਹਾਂ ਪ੍ਰਹਲਾਦ ਸੀ? ਬਾਪੂ ਜੀ, ਹੁਣ ਜਿਸ ਤਰ੍ਹਾਂ ਕਰਮ ਦੇ ਬੰਨਣ ਜਾਂ ਹਿਸਾਬ ਕਿਤਾਬ ਕਰਕੇ ਜ਼ਿਆਦਾ ਭਗਤੀ ਤੇ ਹੁਣ ਕਰ ਰਿਹਾ ਹੈ ਨਾ, ਕਈ ਲੋਕੀ ਕਹਿੰਦੇ ਹਨ ਨਾ ਕਿ ਮੈਂ ਤੇ ਇਸ ਜਨਮ ਤੇ ਕੋਈ ਪਾਪ ਨਹੀਂ ਕੀਤਾ ਤੇ ਮੈਨੂੰ ਇਹ ਸਜ਼ਾ ਕਿਉਂ ਮਿਲ ਰਹੀ ਹੈ?
ਬਿਨਾਂ ਪਾਪ ਕੀਤੇ, ਪਰ ਪਿਛਲੇ ਕਈ ਅਨੇਕਾਂ ਜਨਮਾਂ ਤੋਂ ਉਹ ਮਨੁੱਖ ਅਵਤਾਰ ਤੇ ਹੈ, ਪਾਪ ਕਰਮ ਕਰ ਰਿਹਾ ਹੈ ਤੇ ਪਿਛਲੇ ਜਨਮਾਂ ਦੇ ਜਮ੍ਹਾਂ ਹੋਏ ਕਰਮਾਂ ਦਾ ਹਿਸਾਬ ਕਿਤਾਬ ਉਸ ਨੂੰ ਭੋਗਣਾ ਪੈਂਦਾ ਹੈ। ਅਤੇ ਜਦੋਂ ਉਹ ਪਰਮਾਤਮਾ ਦੀ ਭਗਤੀ ਕਰਦਾ ਹੈ ਤੇ ਹੁਣ ਉਹ ਜਿਸ ਵੀ ਦੀ ਵੀ ਭਗਤੀ ਕਰਦਾ ਹੈ, ਜੇਕਰ ਉਸ ਦੇ ਕੋਲ ਪਾਵਰ ਨਹੀਂ ਹੈ ਤੇ ਉਸ ਦੀ ਭਗਤੀ ਦਾ ਫਲ ਕੀ ਮਿਲੇਗਾ? ਪਹਿਲਾਂ ਇਹ ਸੋਚੋ ਕਿ ਤੁਸੀਂ ਕਿਸ ਦੀ ਭਗਤੀ ਕਰਦੇ ਹੋ। ਪਾਵਰ ਵਾਲੇ ਦੀ ਭਗਤੀ ਕਰਦੇ ਹੋ ਜਾਂ ਪਾਵਰਲੈਸ ਵਾਲੇ ਦੀ ਭਗਤੀ ਕਰਦੇ ਹੋ? ਤੇ ਗੀਤਾ ਤੇ ਕਿਹਾ ਹੈ, ਜੋ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਹਨ ਉਹ ਰਾਖਸ਼ਸ ਹਨ, ਅਤੇ ਜੋ ਮੈਨੂੰ ਨਹੀਂ ਜਾਣਦੇ ਉਹ ਜਾਨਵਰ ਹਨ, ਅਤੇ ਜੋ ਆਪਣੇ ਲਈ ਜੀਂਦੇ ਹਨ ਉਹ ਵੀ ਜਾਨਵਰ ਹਨ। ਤੇ ਤੁਸੀਂ ਮੈਨੂੰ ਜਾਣੋ ਤੇ ਮੈਂ ਤੁਹਾਨੂੰ ਪਰਮ ਪਦ ਦਵਾਂਗਾ ਨਾ। ਤੇ ਜੋ ਪਰਮਾਤਮਾ ਨੂੰ ਨਹੀਂ ਜਾਣਦਾ, ਨਾ ਹੀ ਪਰਮਾਤਮਾ ਨੂੰ ਯਾਦ ਕਰਦਾ ਹੈ, ਨਾ ਹੀ ਯੋਗ ਕਰਦਾ ਹੈ, ਤੇ ਭਗਤੀ ਮਾਰਗ ਤੇ ਤੁਸੀਂ ਕਿਸ ਦੀ ਭਗਤੀ ਕਰਦੇ ਹੋ? ਆਨੰਦ ਤੇ ਬਾਪੂ ਜੀ, ਪਰਮਾਤਮਾ ਨੂੰ ਪਿਆਰ ਕਰਨਾ ਕੀ ਇਹ ਨਿਸ਼ਕਾਮ ਕਰਮ ਹੈ? ਬਾਪੂ ਜੀ, ਗੀਤਾ ਤੇ ਪਰਮਾਤਮਾ ਨਾਲ ਯੋਗ ਕਰਨ ਦੇ 18 ਜਾਂ 18 ਤਰ੍ਹਾਂ ਦੇ ਤਰੀਕੇ ਦੱਸੇ ਹਨ। ਉਹਨਾਂ ਵਿੱਚੋਂ ਇੱਕ ਪਿਆਰ ਜਾਂ ਪ੍ਰੇਮ ਯੋਗ ਵੀ ਹੈ। ਪਰਮਾਤਮਾ ਨੂੰ ਪ੍ਰੇਮ ਕਰਨਾ, ਪਿਆਰ ਕਰਨਾ, ਉਹ ਪ੍ਰੇਮ ਦਾ ਯੋਗ ਹੈ। ਜਿਸ ਤਰ੍ਹਾਂ ਕਿ ਇੱਕ ਅਵਤਾਰ ਹੋਇਆ ਸੀ ਨਾ, ਉਸ ਨੂੰ ਕ੍ਰਿਸ਼ਨ ਦਾ ਅਵਤਾਰ ਮੰਨਿਆ ਜਾਂਦਾ ਹੈ। ਉਸ ਦਾ ਕਹਿਣਾ ਸੀ ਕਿ ਪ੍ਰੇਮ ਕਰੋ, ਪ੍ਰੇਮ ਕਰੋ, ਸਾਰੀ ਦੁਨੀਆ ਨੂੰ ਪਿਆਰ ਕਰੋ। ਵੈਸੇ ਤੇ ਜੋ ਪਰਮਾਤਮਾ ਨੂੰ ਜਾਣਦਾ ਹੈ, ਮੰਨਦਾ ਹੈ, ਪਰਮਾਤਮਾ ਨਾਲ ਕਨੈਕਸ਼ਨ ਜੋੜਦਾ ਹੈ, ਯਾਨੀ ਯੋਗ ਕਰਦਾ ਹੈ, ਤੇ ਪਰਮਾਤਮਾ ਦੇ ਸਾਰੇ ਲੱਛਣ ਉਸ ਤੇ ਆ ਜਾਂਦੇ ਹਨ। ਉਹ ਵੀ ਪਰਮਾਤਮਾ ਦੀ ਤਰ੍ਹਾਂ ਸਾਰੀ ਦੁਨੀਆ ਨੂੰ ਪਿਆਰ ਕਰੇਗਾ। ਪਰ ਉਹ ਤੇ ਸਾਰੀ ਦੁਨੀਆ ਨੂੰ ਪਿਆਰ ਕਰਦਾ ਹੈ, ਪਰ ਸਾਰੀ ਦੁਨੀਆ ਤੇ ਉਸ ਨੂੰ ਪਿਆਰ ਨਹੀਂ ਕਰਦੀ ਨਾ। ਲੋਕੀ ਤੇ ਉਸ ਨੂੰ ਡੰਡਾ ਮਾਰਨਗੇ ਨਾ। ਤੇ ਜੇਕਰ ਡੰਡਾ ਖਾਣ ਦੀ ਤਿਆਰੀ ਹੋਵੇ ਤੇ ਫਿਰ ਦੁਨੀਆ ਨੂੰ ਪਿਆਰ ਕਰੋ। ਇਸ ਲਈ ਲੋਕੀ ਪਰਮਾਤਮਾ ਨੂੰ ਕਹਿੰਦੇ ਹਨ ਕਿ ਮੈਂ ਤੁਹਾਨੂੰ ਯਾਦ ਕਰਦਾ ਹਾਂ, ਪਰ ਡੰਡੇ ਤੇ ਮੈਨੂੰ ਹੀ ਖਾਣੇ ਪੈਂਦੇ ਹਨ। ਆਨੰਦ ਵੇਖੋ ਬਾਪੂ ਜੀ, ਸਾਡੇ ਨੇੜੇ ਨੇੜੇ ਬਹੁਤ ਸਾਰੀਆਂ ਚੰਗੀਆਂ ਬੁਰੀਆਂ ਘਟਨਾਵਾਂ ਹੁੰਦੀਆਂ ਹਨ। ਕਈ ਵਾਰ ਬੁਰੀਆਂ ਘਟਨਾਵਾਂ ਹੁੰਦੀਆਂ ਹਨ ਤੇ ਅਸੀਂ ਲੋਕੀ ਉਹਨਾਂ ਦੀ ਹੈਲਪ ਜਾਂ ਮਦਦ ਲਈ ਖੜੇ ਨਹੀਂ ਹੁੰਦੇ। ਤੇ ਕੀ ਇਹ ਸਾਡਾ ਕਰਮ, ਵਿਕਰਮ ਜਾਂ ਬੁਰਾ ਕਰਮ ਬਣਦਾ ਹੈ? ਬਾਪੂ ਜੀ, ਜਿਸ ਤਰ੍ਹਾਂ ਕਿ ਅੱਜ ਕੱਲ੍ਹ ਜੋ ਲੜਾਈ ਕਰਨ ਵਾਲੇ ਹਨ, ਉਦਾਹਰਣ ਦੇ ਤੌਰ ਤੇ ਜਿਸ ਤਰ੍ਹਾਂ ਕਿ ਦੋ ਬਲਦ ਜਾਂ ਔਕਸ ਆਪਸ ਤੇ ਲੜਦੇ ਹੋਣ, ਤੇ ਕੀ ਤੁਸੀਂ ਉਹਨਾਂ ਨੂੰ ਛੁਡਾਉਣ ਜਾਓਗੇ? ਜੇਕਰ ਛੁਡਾਉਣ ਗਏ ਤੇ ਤੁਹਾਡਾ ਕੀ ਹਾਲ ਹੋਏਗਾ? ਇਸੇ ਤਰ੍ਹਾਂ ਜੋ ਅੱਜ ਕੱਲ੍ਹ ਲੜਾਈ ਝਗੜੇ ਕਰਦੇ ਹਨ, ਤੇ ਜੇ ਤੁਸੀਂ ਉਹਨਾਂ ਦੇ ਵਿਚਕਾਰ ਜਾਓਗੇ ਤੇ ਮਤਲਬ ਮੈਂ ਸਮਝਦਾ ਹਾਂ ਕਿ ਇਹੋ ਜਿਹੇ ਲੋਕਾਂ ਨੂੰ ਦੂਰ ਹੀ ਤੋਂ ਰਹਿਣਾ ਚੰਗਾ ਹੈ, ਕਿਉਂਕਿ ਇਹਨਾਂ ਦੀ ਆਦਤ ਹੁੰਦੀ ਹੈ ਰੋਜ਼ ਹੀ ਲੜਾਈ ਝਗੜਾ ਕਰਨਾ। ਆਨੰਦ ਇਹ ਤੇ ਠੀਕ ਗੱਲ ਹੈ ਬਾਪੂ ਜੀ, ਪਰ ਜਿਸ ਤਰ੍ਹਾਂ ਕਿ ਕੋਈ ਐਕਸੀਡੈਂਟ ਹੋਇਆ ਹੈ ਅਤੇ ਅਸੀਂ ਲੋਕੀ ਖੜੇ ਨਹੀਂ ਰਹਿੰਦੇ, ਅੱਗੇ ਚਲੇ ਜਾਂਦੇ ਹਾਂ। ਬਾਪੂ ਜੀ ਵੇਖੋ, ਜੇਕਰ ਐਕਸੀਡੈਂਟ ਹੋਇਆ ਹੈ ਤੇ 100 ਜਾਂ 100 ਨੰਬਰ ਤੇ ਕਾਲ ਕਰਕੇ ਐਂਬੂਲੈਂਸ ਬੁਲਾ ਦਿਓ ਤੇ ਤੁਹਾਡੀ ਡਿਊਟੀ ਹੋ ਗਈ ਬਸ। ਪਰ ਅੱਜ ਕੱਲ੍ਹ ਜੇ ਤੁਸੀਂ ਐਂਬੂਲੈਂਸ ਬੁਲਾਓਗੇ ਤੇ ਫਿਰ ਤੁਸੀਂ ਗਵਾਹ ਬਣ ਜਾਓਗੇ, ਕੋਰਟ ਦੇ ਚੱਕਰ ਕੱਟੋਗੇ। ਤੇ ਜਦੋਂ ਇਸ ਤਰ੍ਹਾਂ ਦਾ ਕਾਨੂੰਨ ਹੈ ਤੇ ਕੌਣ ਖੜਾ ਰਹੇਗਾ? ਕਾਨੂੰਨ ਨੂੰ ਪਹਿਲਾਂ ਬਦਲੋ ਨਾ। ਹੁਣ ਤੇ ਕਾਨੂੰਨ ਨੇ ਕਿਹਾ ਹੈ ਬਾਪੂ ਜੀ, ਹਲੇ ਕਾਨੂੰਨ ਨੇ ਕੁਝ ਨਹੀਂ ਕਿਹਾ ਹੈ, ਹਲੇ ਵੀ ਸਾਰਾ ਕੁਝ ਉਸੇ ਤਰ੍ਹਾਂ ਚੱਲ ਰਿਹਾ ਹੈ। ਆਨੰਦ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਜੋ ਵੀ ਇੰਜਰਡ ਜਾਂ ਜ਼ਖਮੀ ਹੈ ਉਸ ਨੂੰ ਪਹਿਲਾਂ ਹਸਪਤਾਲ ਪਹੁੰਚਾਓ, ਉਸ ਦੀ ਮਦਦ ਕਰੋ। ਬਾਪੂ ਜੀ ਹਾਂ, ਤੇ ਐਂਬੂਲੈਂਸ ਨੂੰ ਬੁਲਾ ਦਿਓ, ਇਹ ਤੁਹਾਡੀ ਡਿਊਟੀ ਹੈ, ਐਨੀ ਕਰ ਦਿਓ ਬਸ। ਬਾਕੀ ਉੱਥੇ ਜਾਣ ਦੀ ਲੋੜ ਨਹੀਂ ਹੈ, ਉਸ ਦੇ ਨਾਲ ਹਸਪੀਟਲ ਤੇ ਜਾਣ ਦੀ ਜ਼ਰੂਰਤ ਨਹੀਂ ਹੈ। ਭਾਵਨਾਵਾਂ ਤੇ ਜ਼ਿਆਦਾ ਨਾ ਆਓ। ਭਾਵਨਾਵਾਂ ਤੇ ਆ ਕੇ ਅੱਜ ਕੱਲ੍ਹ ਜੋ ਬਹਿਕ ਜਾਂਦੇ ਹਨ ਨਾ, ਤੇ ਭਾਵਾਤੀਤ ਬਣੋ, ਹਮੇਸ਼ਾ ਭਾਵਨਾਵਾਂ ਤੋਂ ਪਰੇ ਰਹੋ। ਆਨੰਦ ਤੇ ਬਾਪੂ ਜੀ, ਇਹਨਾਂ ਭਾਵਨਾਵਾਂ ਤੋਂ ਬਾਹਰ ਕਿਸ ਤਰ੍ਹਾਂ ਨਿਕਲੀਏ? ਕਿਉਂਕਿ ਮੈਂ ਕਈ ਲੋਕੀ ਵੇਖੇ ਹਨ ਜੋ ਕਿਸੇ ਦਾ ਦੁੱਖ ਵੇਖ ਕੇ ਵਿਚਾਰੇ ਆਪ ਹੀ ਰੋਣ ਲੱਗ ਪੈਂਦੇ ਹਨ। ਜਿਸ ਦਾ ਦੁੱਖ ਹੈ ਉਸ ਨੂੰ ਭਾਵੇਂ ਰੋਣਾ ਆਵੇ ਜਾਂ ਨਾ ਆਵੇ, ਉਹ ਆਪ ਹੀ ਰੋਣ ਲੱਗ ਜਾਂਦੇ ਹਨ।
ਬਾਪੂ ਜੀ, ਭਾਵਨਾਵਾਂ ਵਾਲੇ ਜੋ ਮਨੁੱਖ ਹੁੰਦੇ ਹਨ ਚੰਗੇ ਹੁੰਦੇ ਹਨ, ਸਿੱਧੇ ਸਾਦੇ ਹੁੰਦੇ ਹਨ। ਉਹ ਕਿਸੇ ਦਾ ਦੁੱਖ ਵੇਖ ਨਹੀਂ ਸਕਦੇ। ਪਰ ਕੀ ਹੁੰਦਾ ਹੈ, ਜਦੋਂ ਐਸੇ ਲੋਕ ਕਰਮਾਂ ਦੀ ਥਿਉਰੀ ਜਾਂ ਸਿਧਾਂਤ ਜਾਣਨਗੇ ਨਾ ਕਿ ਉਸ ਦੂਸਰੇ ਦੁਖੀ ਨੇ ਜੋ ਪਾਪ ਕੀਤਾ ਹੈ ਤੇ ਸਜ਼ਾ ਭੁਗਤ ਰਿਹਾ ਹੈ, ਉਸ ਦੇ ਲਈ ਚੰਗੀ ਭਾਵਨਾਵਾਂ ਰੱਖੋ। ਠੀਕ ਹੈ, ਤੁਸੀਂ ਚੰਗੀ ਭਾਵਨਾ ਉਸ ਦੁਖੀ ਮਨੁੱਖ ਲਈ ਰੱਖਦੇ ਹੋ, ਪਰ ਤੁਹਾਡੇ ਕੋਲ ਪਾਵਰ ਨਹੀਂ ਹੈ ਕਿ ਆਪਣੀ ਚੰਗੀ ਭਾਵਨਾਵਾਂ ਨਾਲ ਤੁਸੀਂ ਉਸ ਨੂੰ ਠੀਕ ਕਰ ਸਕੋ, ਕਿਉਂਕਿ ਦੁਖੀ ਮਨੁੱਖ ਕਰਮਾਂ ਦੇ ਹਿਸਾਬ ਕਿਤਾਬ ਤੇ ਹੈ ਤੇ ਕਰਮਾਂ ਦੀ ਥਿਉਰੀ ਉਸ ਦੇ ਸਾਹਮਣੇ ਆਏਗੀ ਹੀ, ਤੇ ਸਭ ਰੋਣਾ ਧੋਣਾ ਛੱਡ ਦਿਓ। ਆਨੰਦ, ਬਾਪੂ ਜੀ ਇੱਕ ਹੋਰ ਵੀ ਗੱਲ ਆਪ ਜੀ ਤੋਂ ਜਾਣਨਾ ਚਾਹਾਂਗੇ ਕਿ ਜਦੋਂ ਅਸੀਂ ਕਿਸੇ ਨੂੰ ਚੰਗੀਆਂ ਭਾਵਨਾਵਾਂ ਦਿੰਦੇ ਹਾਂ, ਜਿਸ ਤਰ੍ਹਾਂ ਕਿ ਕੋਈ ਬਿਮਾਰ ਹੈ ਤੇ ਕਹਿੰਦੇ ਹਾਂ ਕਿ ਭਾਈ ਉਹ ਠੀਕ ਹੋ ਜਾਏ, ਪਰਮਾਤਮਾ ਚੰਗਾ ਕਰੇ, ਇਸ ਤਰ੍ਹਾਂ ਦੀਆਂ ਜਦੋਂ ਗੱਲਾਂ ਕਰਦੇ ਹਾਂ ਤੇ ਕੀ ਅਸਲੀਅਤ ਜਾਂ ਰਿਐਲਿਟੀ ਤੇ ਉਸ ਨੂੰ ਕੁਝ ਫਰਕ ਪੈਂਦਾ ਹੈ ਜਾਂ ਕੋਈ ਇਹਨਾਂ ਭਾਵਨਾਵਾਂ ਦਾ ਫਾਇਦਾ ਹੁੰਦਾ ਹੈ? ਬਾਪੂ ਜੀ, ਇੱਕ ਗੱਲ ਦੱਸੋ, ਹੁਣੇ ਜੇ ਮੈਂ ਟੀਵੀ ਤੇ ਵੇਖਿਆ ਕਿ ਇੱਕ ਜਵਾਨ ਵਿਚਾਰਾ ਬਰਫ਼ ਦੇ ਨੀਚੇ ਆ ਕੇ ਦੱਬ ਕੇ ਮਰ ਗਿਆ। ਉਸ ਦੇ ਲਈ ਸਾਰੇ ਦੇਸ਼ ਨੇ ਦੁਆਵਾਂ ਕੀਤੀਆਂ, ਪਰ ਉਸ ਦਾ ਕਰਮ ਬੰਨਣ ਸਮਝੋ ਕਿ ਉਹ ਬਰਫ਼ ਦੇ ਨੀਚੇ ਆਇਆ, ਤੇ ਕਰਮ ਬੰਨਣ ਤੋਂ ਛਡਾਣਾ ਲੋਕਾਂ ਦੀ ਦੁਆਵਾਂ, ਸਾਰਿਆਂ ਦੀ ਦੁਆਵਾਂ ਇਕੱਠੀਆਂ ਹੋਈਆਂ ਤੇ ਥੋੜਾ ਪਾਵਰ ਤੇ ਬਣਦੀ ਹੈ। ਆਨੰਦ, ਤੇ ਉਹ 3-4 ਦਿਨ ਰਿਹਾ ਵਿਚਾਰਾ ਕੋਮਾ ਤੇ। ਬਾਪੂ ਜੀ, ਚਲੋ ਜੋ ਵੀ ਹੈ, ਇੱਕ ਸਧਾਰਨ ਜਿਹੀ ਗੱਲ ਹੈ ਕਿ ਅੱਜ ਕੱਲ੍ਹ ਕੋਈ ਕਿਸੇ ਨੂੰ ਆਸ਼ੀਰਵਾਦ ਦਿੰਦਾ ਹੈ ਤੇ ਆਸ਼ੀਰਵਾਦ ਦੇਣ ਵਾਲਾ ਇਹ ਸੋਚਦਾ ਹੈ ਕਿ ਮੇਰਾ ਆਸ਼ੀਰਵਾਦ ਉਸ ਨੂੰ ਕੰਮ ਆਏਗਾ, ਤੇ ਜੇਕਰ ਆਸ਼ੀਰਵਾਦ ਦੇਣ ਵਾਲਾ ਮਹਾਪਾਪੀ ਹੈ ਤੇ ਉਹ ਦੂਸਰਿਆਂ ਨੂੰ ਕੀ ਦੇਗਾ? ਮਹਾਪਾਪੀ ਦੇਗਾ ਨਾ ਆਸ਼ੀਰਵਾਦ ਤੇ। ਤੁਸੀਂ ਸੋਚੋ ਕਿ ਤੁਸੀਂ ਮਹਾਪਾਪੀਆਂ ਤੋਂ, ਪੱਥਰ ਵਰਗੇ ਇਨਸਾਨਾਂ ਤੋਂ, ਜਾਨਵਰ ਇਨਸਾਨਾਂ ਤੋਂ ਕੀ ਆਸ਼ੀਰਵਾਦ ਲਓਗੇ? ਅੱਜ ਕੱਲ੍ਹ ਆਸ਼ੀਰਵਾਦ ਮੰਗਣ ਦਾ ਇੱਕ ਰਿਵਾਜ ਹੋ ਗਿਆ ਹੈ। ਲੋਕੀ ਭਿਖਾਰੀਆਂ ਦੀ ਤਰ੍ਹਾਂ ਇੰਟਰਨੈਟ ਤੇ ਆਸ਼ੀਰਵਾਦ ਮੰਗਦੇ ਅਤੇ ਦਿੰਦੇ ਹਨ। ਪਹਿਲਾਂ ਤੁਸੀਂ ਇਹ ਸੋਚੋ, ਤੁਸੀਂ ਆਸ਼ੀਰਵਾਦ ਦੇਣ ਦੇ ਲਾਇਕ ਨਹੀਂ ਹੋ। ਆਨੰਦ, ਇਹ ਤੇ ਇਸ ਤਰ੍ਹਾਂ ਦੀ ਗੱਲ ਹੋ ਗਈ ਕਿ ਬੈਂਕ ਤੇ ਬੈਲੈਂਸ ਜਾਂ ਪੈਸੇ ਨਹੀਂ ਹੈ ਅਤੇ ਸਾਰਿਆਂ ਨੂੰ ਚੈੱਕ ਕੱਟ ਕੇ ਦੇ ਦਿੱਤੇ, ਸਾਰਿਆਂ ਦੇ ਬਾਉਂਸ ਹੀ ਹੋਣ ਵਾਲੇ ਹਨ। ਅੱਜ ਕੱਲ੍ਹ ਇਹੀ ਹੁੰਦਾ ਹੈ, ਤੁਸੀਂ ਕਿਸੇ ਨੂੰ ਆਸ਼ੀਰਵਾਦ ਦਿੰਦੇ ਹੋ ਪਰ ਉਹ ਆਸ਼ੀਰਵਾਦ ਦੇ ਲਾਇਕ ਹੀ ਨਹੀਂ ਹੈ। ਬਾਪੂ ਜੀ, ਵੇਖੋ, ਆਸ਼ੀਰਵਾਦ ਦਾ ਇੱਕ ਜ਼ਮਾਨਾ ਸੀ। ਪਹਿਲਾਂ ਦੇ ਟਾਈਮ ਤੇ ਲੋਕੀ ਕਰਮਾਂ ਦੀ ਥਿਉਰੀ ਸਮਝਦੇ ਸਨ। ਬਜ਼ੁਰਗ ਜੋ ਆਸ਼ੀਰਵਾਦ ਲੈਂਦੇ ਸਨ, ਛੋਟੇ ਬੱਚੇ ਦਿੰਦੇ ਸਨ, ਬਜ਼ੁਰਗਾਂ ਕੋਲ ਝੁੱਕ ਕੇ ਆਣਾ ਮਤਲਬ ਉਹਨਾਂ ਦੇ ਔਰਾ ਤੇ ਆਣਾ। ਉਦੋਂ ਉਹਨਾਂ ਦਾ ਔਰਾ ਪੋਜ਼ਿਟਿਵ ਹੁੰਦਾ ਸੀ ਤੇ ਉਹਨਾਂ ਦੇ ਔਰਾ ਤੇ ਝੁੱਕ ਕੇ ਆਣ ਕਰਕੇ ਪੋਜ਼ਿਟਿਵਿਟੀ ਮਿਲਦੀ ਸੀ। ਉਹਨਾਂ ਕੋਲ ਪੋਜ਼ਿਟਿਵ ਪਾਵਰ ਹੁੰਦੀ ਸੀ, ਉਹਨਾਂ ਦੇ ਦਿਲ ਦੀਆਂ ਦੁਆਵਾਂ ਮਿਲਦੀਆਂ ਸੀ। ਪਰ ਅੱਜ ਕੱਲ੍ਹ ਤੇ ਸਭ ਨੈਗੇਟਿਵ ਹੈ। ਆਸ਼ੀਰਵਾਦ ਦੇਣ ਵਾਲੇ ਦਾ ਔਰਾ ਨੈਗੇਟਿਵਿਟੀ ਕਰਕੇ ਕਦੀ ਬਲੈਕ ਜਾਂ ਕਾਲਾ, ਕਦੀ ਰੈੱਡ ਜਾਂ ਲਾਲ ਵਿਖੇਗਾ। ਜੇਕਰ ਉਸ ਦੇ ਔਰਾ ਤੇ ਜਾਓਗੇ ਤੇ ਤੁਹਾਡੇ ਔਰਾ ਤੇ ਉਸ ਦੀ ਨੈਗੇਟਿਵਿਟੀ ਟ੍ਰਾਂਸਫਰ ਹੋ ਜਾਏਗੀ। ਤੇ ਇੱਕ ਤੇ ਤੁਸੀਂ ਆਪਣਾ ਔਰਾ ਸੀਲ ਕਰੋ ਅਤੇ ਔਰਾ ਸੀਲ ਕਰਕੇ ਹੀ ਜੀਓ। ਔਰਾ ਸੀਲ ਕਰਨ ਦਾ ਗਿਆਨ ਲਓ। ਲੋਕਾਂ ਨੂੰ ਔਰਾ ਸੀਲ ਕਰਨ ਦਾ ਗਿਆਨ ਦੇਣਾ ਚਾਹੀਦਾ। ਦੂਸਰਿਆਂ ਦੀ ਨੈਗੇਟਿਵਿਟੀ ਜਾਂ ਬੁਰੀ ਸੋਚ ਤੁਹਾਡੇ ਅੰਦਰ ਕਿਉਂ ਨਾ ਆਵੇ, ਕਿਉਂਕਿ ਅੱਜ ਕੱਲ੍ਹ ਜ਼ਿਆਦਾਤਰ ਦੂਸਰਿਆਂ ਨਾਲ ਰਹਿਣਾ ਪੈਂਦਾ ਹੈ ਤੇ ਤਮੋ ਪ੍ਰਧਾਨ ਯਾਨੀ ਬੁਰੀ ਸੋਚ ਵਾਲੀਆਂ ਆਤਮਾਵਾਂ ਦਾ ਵੀ ਔਰਾ ਘੱਟ ਤੋਂ ਘੱਟ 6 ਇੰਚ ਜਾਂ 6 ਇੰਚ ਸਰੀਰ ਤੋਂ ਬਾਹਰ ਤੇ ਨਿਕਲਦਾ ਹੀ ਹੈ ਤੇ ਤੁਹਾਡਾ ਔਰਾ ਦੂਸਰਿਆਂ ਦੇ ਕਨੈਕਸ਼ਨ ਤੇ ਆਉਂਦਾ ਹੈ ਤੇ ਇੱਕ ਦੂਸਰਿਆਂ ਦੇ ਔਰੇ ਤੋਂ ਜੋ ਨੈਗੇਟਿਵਿਟੀ ਜਾਂ ਬੁਰੀ ਸੋਚ ਹੈ ਉਹ ਟ੍ਰਾਂਸਫਰ ਹੁੰਦੀ ਰਹਿੰਦੀ ਹੈ। ਜਿਸ ਤਰ੍ਹਾਂ ਕਿ ਬੁਰੀ ਸੋਚ ਅਸੀਂ ਵਾਯੂਮੰਡਲ ਤੋਂ ਲੈਂਦੇ ਹਾਂ। ਆਨੰਦ, ਤੇ ਬਾਪੂ ਜੀ, ਜਿਸ ਤਰ੍ਹਾਂ ਕ੍ਰਿਸ਼ਨ ਨੇ ਵੀ ਦੱਸਿਆ ਹੈ ਗੀਤਾ ਦੇ ਵਿੱਚ ਕਿ ਹੇ ਅਰਜੁਨ, ਜੇ ਤੂੰ ਅਗਿਆਨੀ ਹੈ ਤੇ ਇਸ ਗੱਲ ਦੀ ਫਿਕਰ ਨਾ ਕਰ, ਕਿਉਂਕਿ ਅਗਿਆਨੀ ਮਨੁੱਖ ਸੁੱਖ ਅਤੇ ਦੁੱਖ ਤੇ ਫਰਕ ਨਹੀਂ ਕਰ ਸਕਦੇ। ਤੇ ਜੋ ਇਨਸਾਨ ਸੁੱਖ ਅਤੇ ਦੁੱਖ ਤੇ ਫਰਕ ਨਹੀਂ ਕਰ ਸਕਦੇ, ਉਹ ਤੇ ਸੁਖੀ ਹੋ ਹੀ ਨਹੀਂ ਸਕਦੇ ਤੇ ਤੂੰ ਉਹਨਾਂ ਨੂੰ ਵੇਖ ਕੇ ਦੁਖੀ ਹੋ ਰਿਹਾ ਹੈ। ਬਾਪੂ ਜੀ,
ਅੱਜ ਜੋ ਮਨੁੱਖ ਇੰਨੇ ਤਮੋ ਪ੍ਰਧਾਨ ਯਾਨੀ ਬੁਰੇ ਵਿਚਾਰਾਂ ਵਾਲੇ ਬਣ ਗਏ ਹਨ, ਸਿਰਫ ਮਾਇਆ ਕਰਦੇ ਹਨ। ਕਿਸੇ ਤਰ੍ਹਾਂ ਨਾਲ ਉਹਨਾਂ ਨੂੰ ਪੈਸਾ ਚਾਹੀਦਾ, ਭਾਵੇਂ ਉਹ ਬੁਰੇ ਕਰਮ ਕਰਕੇ ਹੋਵੇ, ਝੂਠ ਬੋਲ ਕੇ ਜਾਂ ਮਹਾਪਾਪ ਕਰਕੇ ਪੈਸਾ ਕਮਾਉਣਾ ਹੋਵੇ। ਤੇ ਇਸ ਤਰ੍ਹਾਂ ਦੀ ਸੋਚ ਰੱਖਣ ਵਾਲੇ ਮਨੁੱਖਾਂ ਨੂੰ ਕਈ ਜਨਮਾਂ ਦੇ ਅੰਤ ਤੇ ਸਜ਼ਾ ਮਿਲਦੀ ਹੈ। ਤੇ ਇਸ ਤਰ੍ਹਾਂ ਦੀ ਸਜ਼ਾ ਉਸ ਨੂੰ ਮਿਲ ਰਹੀ ਹੋਵੇ ਤੇ ਤੁਸੀਂ ਉਸ ਨੂੰ ਵੇਖ ਕੇ ਦੁਖੀ ਹੋ ਰਹੇ ਹੋ ਜਾਂ ਰੋ ਰਹੇ ਹੋ, ਤੇ ਮੈਂ ਸਮਝਦਾ ਹਾਂ ਕਿ ਇਸ ਤਰ੍ਹਾਂ ਦਾ ਇਨਸਾਨ ਇੱਕ ਤਰ੍ਹਾਂ ਨਾਲ ਨਾ ਸਮਝ ਮਨੁੱਖ ਹੈ, ਜੋ ਕਰਮਾਂ ਦੀ ਥਿਊਰੀ ਨਹੀਂ ਜਾਣਦਾ ਤੇ ਦੂਸਰਿਆਂ ਲਈ ਰੋ ਰਿਹਾ ਹੈ। ਤੇ ਮੇਰੇ ਹਿਸਾਬ ਨਾਲ ਉਹ ਮਨੁੱਖ ਸਿੱਧਾ ਸਾਦਾ ਮਨੁੱਖ ਨਹੀਂ ਹੈ, ਬਲਕਿ ਨਾ ਸਮਝ ਹੈ। ਆਨੰਦ: ਹਾਂਜੀ ਬਾਪੂ ਜੀ, ਕ੍ਰਿਸ਼ਨ ਨੇ ਵੀ ਤੇ ਕਿਹਾ ਹੈ ਕਿ ਹੇ ਅਰਜੁਨ, ਤੂੰ ਭਾਵਨਾਵਾਂ ਦੀ ਨਦੀਆਂ ਤੇ ਨਾ ਬਹਿ, ਨਹੀਂ ਤੇ ਕਿੱਥੇ ਗੁੰਮ ਹੋ ਜਾਏਗਾ, ਪਤਾ ਵੀ ਨਹੀਂ ਲੱਗੇਗਾ। ਬਾਪੂ ਜੀ: ਤੇ ਭਾਵਨਾਵਾਂ ਤੇ ਨਹੀਂ ਆਣਾ ਹੈ, ਇਸ ਲਈ ਤੇ ਕਹਿੰਦਾ ਹਾਂ ਭਾਵਾਤੀਤ ਬਣੋ, ਯਾਨੀ ਭਾਵਨਾਵਾਂ ਤੋਂ ਰਹਿਤ ਬਣੋ, ਭਾਵਨਾਵਾਂ ਤੋਂ ਪਰੇ ਚਲੇ ਜਾਓ। ਇੱਕ ਨੂੰ ਯਾਦ ਕਰੋ, ਸਿਰਫ ਆਲਮਾਈਟੀ ਨੂੰ ਯਾਦ ਕਰੋ। ਆਲਮਾਈਟੀ ਅਥਾਰਟੀ ਨੇ ਕਿਹਾ ਹੈ ਕਿ ਸਿਰਫ ਮੈਨੂੰ ਯਾਦ ਕਰੋ, ਬਾਕੀ ਸਾਰਿਆਂ ਨੂੰ ਭੁੱਲ ਜਾਓ। ਮੇਰੀ ਸ਼ਰਨ ਤੇ ਆਓ, ਮੈਨੂੰ ਯਾਦ ਕਰੋ। ਆਨੰਦ: ਬਾਪੂ ਜੀ, ਤੇ ਇਹ ਜੋ ਕੈਂਸਰ ਹੁੰਦਾ ਹੈ, ਇਹ ਕਿਹੜੇ ਕਰਮਾਂ ਤੋਂ ਹੁੰਦਾ ਹੈ? ਬਾਪੂ ਜੀ: ਕਈ ਜਨਮਾਂ ਦੇ ਅਖੀਰ ਤੇ ਕੈਂਸਰ ਵਾਲੇ ਮਨੁੱਖ ਦੇ ਸੂਖਮ ਸਰੀਰ ਦੇ ਅੰਦਰ ਬਹੁਤ ਨੈਗੇਟਿਵ ਜਾਂ ਬੁਰੇ ਸੈੱਲ ਬਣ ਜਾਂਦੇ ਹਨ, ਤੇ ਜਦੋਂ ਉਹ ਮਨੁੱਖ ਬਹੁਤ ਪਾਪ ਕਰਮ ਕਰਦਾ ਜਾਂਦਾ ਹੈ ਤੇ ਨੈਗੇਟਿਵ ਸੈੱਲ ਬਣਦੇ ਜਾਂਦੇ ਹਨ। ਤੇ ਜਿਨ੍ਹਾਂ ਮਨੁੱਖਾਂ ਨੂੰ ਕੈਂਸਰ ਹੁੰਦਾ ਹੈ, ਉਹ ਮਹਾਪਾਪੀਆਂ ਦੀ ਲਿਸਟ ਤੇ ਆਉਂਦੇ ਹਨ। ਐਸਾ ਮੈਂ ਸਮਝਦਾ ਹਾਂ, ਕਿਉਂਕਿ ਉਹਨਾਂ ਦੇ ਸੂਖਮ ਸਰੀਰ ਤੇ ਬਹੁਤ ਵੱਡਾ ਨੁਕਸ ਜਾਂ ਡਿਫੈਕਟ ਹੁੰਦਾ ਹੈ। ਇਹ ਇੱਕ ਜਨਮ ਦੀ ਪਾਪ ਦੀ ਕਹਾਣੀ ਨਹੀਂ ਹੁੰਦੀ। ਅਨੇਕਾਂ ਜਨਮਾਂ ਤੋਂ ਇਹ ਕੈਂਸਰ ਦੇ ਸੈੱਲ ਬਣਦੇ ਹਨ ਅਤੇ ਨੈਗੇਟਿਵ ਸੈੱਲ ਬਣਦੇ ਹਨ। ਚੰਗੇ ਸੈੱਲ ਡਿਸਚਾਰਜ ਜਾਂ ਖਤਮ ਹੋ ਕੇ ਨੈਗੇਟਿਵ ਬਣ ਜਾਂਦੇ ਹਨ। ਤੇ ਇਹ ਕੈਂਸਰ ਕਾਰਨ ਸਰੀਰ ਦੇ ਅੰਦਰ ਹੁੰਦਾ ਹੈ। ਅੱਜ ਜੋ ਉਸ ਮਨੁੱਖ ਤੇ ਕੈਂਸਰ ਵਿਖ ਰਿਹਾ ਹੈ ਨਾ, ਉਸ ਦੇ ਕਾਰਨ ਸਰੀਰ ਦੇ ਸੈੱਲ ਡਿਸਚਾਰਜ ਹੋ ਗਏ ਹਨ। ਪਰ ਕਾਰਨ ਸਰੀਰ ਦੇ ਸੈੱਲ ਕਦੋਂ ਡਿਸਚਾਰਜ ਹੁੰਦੇ ਹਨ? ਕਈ ਜਨਮਾਂ ਦੇ ਅੰਤ ਤੇ। ਉਦੋਂ ਕਾਰਨ ਸਰੀਰ ਦਾ ਇੱਕ ਸੈੱਲ ਡਿਫੈਕਟਡ ਹੁੰਦਾ ਹੈ। ਜਦੋਂ ਕਾਰਨ ਸਰੀਰ ਦੇ ਸੈੱਲ ਡਿਸਚਾਰਜ ਹੁੰਦੇ ਹਨ, ਫਿਰ ਸੂਖਮ ਸਰੀਰ ਤੇ ਡਿਫੈਕਟ ਹੁੰਦਾ ਹੈ, ਫਿਰ ਸਥੂਲ ਸਰੀਰ ਤੇ ਉਸ ਦਾ ਅਸਰ ਆਉਂਦਾ ਹੈ। ਤੇ ਅਨੇਕਾਂ ਜਨਮਾਂ ਤੇ ਪਾਪ ਕਰਨ ਦੇ ਕਾਰਨ ਜੋ ਸੈੱਲ ਡਿਸਚਾਰਜ ਜਾਂ ਖਰਾਬ ਹੁੰਦੇ ਹਨ, ਉਹਨਾਂ ਦੇ ਕਾਰਨ ਕੈਂਸਰ ਰੋਗ ਬਣਦਾ ਹੈ। ਜੇਕਰ ਉਹ ਰੋਗੀ ਮਨੁੱਖ ਵੀ ਜੇਕਰ ਯੋਗ ਕਰੇ, ਪਰਮਾਤਮਾ ਤੋਂ ਪਾਵਰ ਲਵੇ, ਤੇ ਉਸ ਦਾ ਇਹ ਵਿਕਰਮ ਜਾਂ ਬੁਰਾ ਕਰਮ ਵੀ ਖਤਮ ਹੋ ਜਾਣਗੇ, ਕੈਂਸਰ ਵੀ ਖਤਮ ਹੋ ਜਾਏਗਾ। ਇਸ ਤਰ੍ਹਾਂ ਕੈਂਸਰ ਵੀ ਖਤਮ ਹੋ ਸਕਦਾ ਹੈ। ਆਨੰਦ: ਤੇ ਕੀ ਪੂਜਾ ਪਾਠ, ਹਵਨ, ਕੋਈ ਵਿਧ ਜਾਂ ਤਰੀਕਾ ਹੀ ਇਸ ਦੇ ਲਈ ਆਖਰੀ ਇਲਾਜ ਹਨ? ਬਾਪੂ ਜੀ: ਵੇਖੋ, ਇਸ ਦੇ ਲਈ ਤੇ ਮੈਂ ਇੱਕੋ ਹੀ ਸ਼ਬਦ ਕਹਿੰਦਾ ਹਾਂ। ਗੀਤਾ ਤੇ ਜਿਸ ਤਰ੍ਹਾਂ ਪਰਮਾਤਮਾ ਨੇ ਕਿਹਾ ਹੈ ਕਿ ਮੈਂ ਜਪ ਤੇ ਕਿਸੇ ਦਾ ਜਪ ਕਰ ਰਹੇ ਹੋ, ਤਪ ਤੇ ਕਿਸ ਦਾ ਤਪ ਕਰ ਰਹੇ ਹੋ ਤੁਸੀਂ, ਧਿਆਨ ਤੇ ਤੁਸੀਂ ਕਿਸ ਦਾ ਧਿਆਨ ਕਰ ਰਹੇ ਹੋ, ਯੋਗ ਤੇ ਤੁਸੀਂ ਕਿਸ ਤੋਂ ਯੋਗ ਲਗਾ ਰਹੇ ਹੋ। ਤੇ ਮੈਂ ਯਾਨੀ ਪਰਮਾਤਮਾ ਜਪ, ਤਪ, ਧਿਆਨ, ਯੋਗ ਤੋਂ ਨਹੀਂ ਮਿਲਦਾ, ਮੈਂ ਸਿਰਫ ਗਿਆਨ ਤੋਂ ਮਿਲਦਾ ਹਾਂ। ਅਤੇ ਅੱਜ ਦਾ ਜ਼ਮਾਨਾ ਗਿਆਨ ਦਾ ਜ਼ਮਾਨਾ ਹੈ। ਭਾਵੇਂ ਅੱਜ ਡਾਕਟਰ, ਇੰਜੀਨੀਅਰ ਬਣਨ ਦਾ ਗਿਆਨ ਹੈ। ਆਨੰਦ: ਬਾਪੂ ਜੀ, ਕ੍ਰਿਸ਼ਨ ਭਗਵਾਨ ਨੇ ਕਿਹਾ ਹੈ ਕਿ ਗਿਆਨ ਤੋਂ ਹੀ ਤੁਸੀਂ ਉਸ ਪਰਮ ਤੱਤਾਂ ਨੂੰ ਸੂਰਜ ਦੀ ਤਰ੍ਹਾਂ ਪ੍ਰਕਾਸ਼ਮਾਨ ਕਰ ਸਕਦੇ ਹੋ ਅਤੇ ਉਸੇ ਤੋਂ ਤੁਸੀਂ ਪਰਮ ਪਦ ਨੂੰ ਪ੍ਰਾਪਤ ਕਰ ਸਕਦੇ ਹੋ। ਬਾਪੂ ਜੀ, ਤੇ ਗਿਆਨ ਤੋਂ ਹੀ ਤੁਸੀਂ ਪਰਮਾਤਮਾ ਨੂੰ ਜਾਣੋਗੇ, ਮੰਨੋਗੇ ਅਤੇ ਪਰਮਾਤਮਾ ਤੋਂ ਹੀ ਪਾਵਰ ਲਓਗੇ, ਯੋਗ ਜਾਂ ਕਨੈਕਸ਼ਨ ਲਗਾਓਗੇ ਤੇ ਉਸੇ ਪਰਮਾਤਮਾ ਤੋਂ ਜੋ ਸੂਰਜ ਦੀ ਤਰ੍ਹਾਂ
खुद आप परम प्रकाश है, क्योंकि जिथे परमात्मा आप निराकार रूप यानी परम प्रकाश रूप ते रहिंदा है, उस परम धाम ते परम प्रकाश है। जिस तरह कहते हैं कि गॉड इज लाइट या सारे जहां दा नूर, पर ब्रह्म परमेश्वर निराकार ते निराकार तो डायरैक्ट पावर लैण ते परम प्रकाश ਨੂੰ याद ਕਰਨ ਕਰਕੇ आत्मा ते पावर आंदी है ਅਤੇ ਉसी ਤੋਂ कनैक्शन ਕਰਨ ਕਰਕੇ कर्म योगी ਬਣਦੇ ਹਨ। आनंद ਤੇ ਉसी पावर ਤੋਂ ਮਨੁੱਖ ਜੋ ਵਿਕਰਮ ਜਾਂ ਬੁਰੇ ਕਰਮ ਉਹ ਖਤਮ ਹੁੰਦੇ ਹਨ। ਬਾਪੂ ਜੀ ਜੋ ਕਿਸੇ ਹੋਰ ਨੂੰ ਯਾਦ ਨਹੀਂ ਕਰਦੇ, ਉਹ ਨਿਰੰਤਰ ਯਾਨੀ ਲਗਾਤਾਰ ਯੋਗ ਖਾਂਦੇ ਪੀਂਦੇ ਤੁਰਦੇ ਫਿਰਦੇ ਸੌਂਦੇ ਵਕਤ ਵੀ ਉਸੀ ਪਰਮਾਤਮਾ ਦੀ ਯਾਦ ਤੇ ਸੌਂ ਜਾਂਦੇ ਹਨ ਤੇ ਉਹਨਾਂ ਦੇ ਸਾਰੇ ਕਰਮ ਨਿਸ਼ਕਾਮ ਕਰਮ ਬਣ ਗਏ ਹਨ। ਯਾਨੀ ਹਰ ਕੰਮ ਤੇ ਫਲ ਦੀ ਸੋਚ ਨਹੀਂ ਹੁੰਦੀ, ਸਿਰਫ ਪਰਮਾਤਮਾ ਦੀ ਹੀ ਯਾਦ ਹੁੰਦੀ ਹੈ ਤੇ ਪਾਵਰ ਆਂਦੀ ਜਾਂਦੀ ਹੈ। ਹੌਲੀ ਹੌਲੀ ਕਰਕੇ ਇੱਕ ਇੱਕ ਬੂੰਦ ਕਰਕੇ ਪਾਵਰ ਆਏਗੀ ਤੇ ਉਸ ਦਾ ਕਾਰਨ ਸਰੀਰ ਚਾਰਜ ਹੋ ਜਾਏਗਾ। ਕਾਰਨ ਸਰੀਰ ਤੇ ਜੋ ਵੀ ਵਿਕਰਮ ਹਨ ਉਹ ਹੌਲੀ ਹੌਲੀ ਖਤਮ ਹੋ ਜਾਣਗੇ। ਅੰਤ ਤੇ ਜਦੋਂ ਉਹ ਮਨੁੱਖ ਸਰੀਰ ਛੱਡੇਗਾ ਉਦੋਂ ਉਸ ਦੇ ਵਿਕਰਮ ਖਤਮ ਹੋ ਜਾਣਗੇ ਤੇ ਉਹ ਸਿੱਧਾ ਨਿਰਾਕਾਰ ਬਣ ਕੇ परम धाम ते पहुंच जाएगा। ते यह सब बहुत गहरा ज्ञान है, पर सब्जेक्ट या विषय ज्ञान दा है। ज्ञान होएगा ते योग लगेगा, योग लगेगा ते निसंकल्प यानी सोच तो रहत बनोगे, विकर्म खत्म होणगे, योग दी शक्ति तो विकर्म खत्म होणगे। स्वचिंतन या अपने आप दी सोच चलेगी, स्व परिवर्तन अपने आप ਦਾ ਬਦਲਾਵ ਹੋਏਗਾ। ਫਿਰ ਸਵ परिवर्तन ਤੋਂ ਤੁਸੀਂ ਜੀਵਨ ਮੁਕਤੀ ਤੇ ਜਾਓਗੇ, परम पद यानी ਉੱਚਾ ਸਥਾਨ ਪ੍ਰਾਪਤ ਕਰੋਗੇ ਅਤੇ परम ਧਾਮ ਜਾਓਗੇ। ਆਨੰਦ ਹੁਣ ਮੈਂ ਆਪਣੇ ਸਰੋਤਿਆਂ ਨੂੰ ਇਹ ਦੱਸਣਾ ਚਾਹਾਂਗਾ ਕਿ ਜਿਸ ਤਰ੍ਹਾਂ ਬਾਪੂ ਜੀ ਦੇ ਇਹ ਦੋਨੋਂ ਹੀ ਐਪੀਸੋਡ ਬਹੁਤ ਹੀ ਵਧੀਆ ਸ਼ੂਟ ਹੋਏ ਹਨ ਤੇ ਆਪ ਜੀ ਵੱਧ ਤੋਂ ਵੱਧ ਇਹਨਾਂ ਵੀਡੀਓਜ਼ ਨੂੰ ਲਾਈਕ ਅਤੇ ਸ਼ੇਅਰ ਕਰੋ ਅਤੇ ਆਪਣੇ ਫੇਸਬੁੱਕ, YouTube ਜਾਂ ਜਿੱਥੇ ਵੀ ਆਪ ਜੀ ਦੇ ਸੋਸ਼ਲ ਮੀਡੀਆ ਤੇ ਕਨੈਕਸ਼ਨ ਹਨ ਉਹਨਾਂ ਦੇ ਅੰਦਰ ਸ਼ੇਅਰ ਕਰੋ ਤਾਂ ਕਿ ਇੱਕ ਚੰਗੇ ਕੰਮ ਦੇ ਆਪ ਜੀ ਦੀ ਵੀ ਨਿਮਿਤ ਬਣੋ। ਵਿੱਚ ਹੀ ਮੈਂ ਇੱਕ ਹੋਰ ਵੀ ਚੰਗਾ ਐਗਜ਼ਾਮਪਲ ਦਵਾਂਗਾ, ਮਤਲਬ ਕਿ ਇਹ ਇੱਕ ਬਾਰੀਕੀ ਨਾਲ ਸਮਝਣ ਵਾਲੀ ਗੱਲ ਹੈ ਕਿ ਇੱਕ ਵਾਰ ਕਿਸੇ ਦੇ ਘਰ ਤੇ ਅੱਗ ਲੱਗ ਜਾਂਦੀ ਹੈ ਤੇ ਸਾਰੇ ਲੋਕੀ ਬਾਲਟੀਆਂ ਨਾਲ ਪਾਣੀ ਪਾ ਰਹੇ ਸਨ ਤੇ ਜਿਸ ਦੀ ਜਿੰਨੀ ਵੀ ਹਿੰਮਤ ਸੀ ਉਹ ਉਨਾ ਪਾਣੀ ਪਾ ਰਿਹਾ ਸੀ। ਕੋਈ ਇੱਕ ਬੋਤਲ ਪਾਣੀ, ਕੋਈ ਇੱਕ ਗਲਾਸ ਪਾਣੀ ਲੈ ਕੇ ਪਾਣ ਜਾਂਦਾ ਸੀ ਤੇ ਕਿਸੇ ਨੇ ਕਿਹਾ ਕਿ ਤੇਰੀ ਇੱਕ ਬੋਤਲ ਪਾਣੀ ਜਾਂ ਇੱਕ ਗਿਲਾਸ ਨਾਲ ਕੀ ਇਹ ਅੱਗ ਬੁਝਣ ਵਾਲੀ ਹੈ? ਤੇ ਉਹ ਕਹਿੰਦੇ ਕਿ ਅੱਗ ਭਾਵੇਂ ਬੁਝੇ ਜਾਂ ਨਾ ਬੁਝੇ, ਪਰ ਘੱਟ ਤੋਂ ਘੱਟ ਲੋਕੀ ਮੈਨੂੰ ਅੱਗ ਬੁਝਾਉਣ ਵਾਲੇ ਦੇ ਤੌਰ ਤੇ ਜਾਣਨਗੇ। ਮੇਰਾ ਇੱਕ ਛੋਟਾ ਜਿਹਾ ਕਰਮ ਗਿਣਤੀ ਤੇ ਆਏਗਾ ਕਿ ਮੈਂ ਕੁਝ ਤੇ ਕੀਤਾ। ਤੇ ਬਸ ਇਹੀ ਹੈ ਕਿ ਆਪ ਜੀ ਸਾਰਿਆਂ ਨੂੰ ਬੇਨਤੀ ਹੈ ਕਿ ਆਪ ਜੀ ਇਹਨਾਂ ਵੀਡੀਓਜ਼ ਨੂੰ ਸ਼ੇਅਰ ਕਰੋ। ਛੋਟੇ ਤੋਂ ਛੋਟਾ ਕਰਮ ਵੀ ਸਾਡੇ ਲਈ ਬਹੁਤ ਵੱਡਾ ਕਰਮ ਹੈ ਅੱਜ ਦੇ ਜ਼ਮਾਨੇ 'ਚ। ਬਾਪੂ ਜੀ ਮੈਂ ਤੇ ਇਹ ਕਹਾਂਗਾ ਕਿ ਸਾਰੇ ਜਗਤ ਦੇ ਭਲੇ ਲਈ ਸੰਕਲਪ ਜਾਂ ਸੋਚ ਕਰਨ। ਘੱਟ ਤੋਂ ਘੱਟ ਇਹ ਸੋਚਣ ਕਿ ਬੇਅੰਤ ਤਰ੍ਹਾਂ ਦੇ ਬ੍ਰਹਮੰਡਾਂ ਤੇ परम शांति हो रही है। हमेशा यही सोचो, जो सोचोगे वही बनोगे। आनंद ते बापू जी 2-4 टिप्स या नुकते होर भी दियो ताकि जो लोग घर ते बैठ के मतलब सारे चक्करां तो दूर रह के असलीयत ते संसार नूं बदलना चाहुंदे हन ते ओ की करन। बापू जी वेखो, जगत या संसार नूं बदलण लई सब तो पहला तुसी स्व परिवर्तन यानी अपने आप दा बदलाव करो। खुद नूं बदलो ते खुद नूं उदों बदल सकोगे जदों खुदा नूं जानोगे, सारे जहां दे नूर नूं जानोगे, पर ब्रह्म परमेश्वर नूं जानोगे। पर ब्रह्म परमेश्वर मतलब ऑल माइटी अथॉरिटी।
ਬੇਹੱਦ ਦੇ ਅਨੰਤ ਕੋਟੀ यानी बेअंत तरह के ब्रह्मांडा के मालिकां दा मालिक क्रिएटर सिरजणहार मालिक ਉਹ ਉੱਚੇ ਤੋਂ ਉੱਚੇ ਪਰਮ ਧਾਮ ਤੇ ਨਿਰਾਕਾਰ ਰੂਪ ਤੇ ਰਹਿੰਦਾ ਹੈ। ਉਸ ਦਾ ਪਰਮ ਪ੍ਰਕਾਸ਼ ਹੈ ਅਤੇ ਉਸ ਪਰਮ ਪ੍ਰਕਾਸ਼ ਨੂੰ ਯਾਦ ਕਰੋ ਅਤੇ ਇਹ ਭਾਵਨਾ ਰੱਖੋ ਕਿ ਉਹ ਸਾਡਾ ਗ੍ਰੇਟ 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 ਗ੍ਰੈਂਡਫਾਦਰ ਹੈ। क्योंकि वो डायरैक्ट फादर नहीं है, क्योंकि उसने बेअंत रचना की है, वो बेहद की सृष्टि का मालक है ते वो थोड़ा ग्रेट 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 ग्रैंडफादर है। ये भावना लियाओ। भावनावां दे बिना पावर नहीं आएगी। डायरैक्ट निराकार परमात्मा नू याद करन नाल पावर नहीं आएगी। तुसी ऑलमाइटी नाल कनैक्शन जोड़ो प्यार नाल ते केड़ी भावना आएगी? भावनावां दा हमेशा भाड़ा या किराया मिलता है ना। हमेशा ऑलमाइटी अथॉरिटी नू सोचो कि तुहाडे तुसी साडे ग्रेट 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 दादा जी हो अते असी तुहाडे ग्रेट 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 ग्रैंड चिल्ड्रन हाँ ते परम प्रकाश नू याद करदे करदे ऐसी भावना लियाओ अते उस दी निरंतर योग यानी खांदे पींदे तुरदे फिरदे कर्म योगी बनो ते तुहाडी स्टेज या अवस्था बनती जाएगी ते तुहाडे विकर्मा या बुरे कर्म खत्म होंदे जाणगे। हमेशा ये सोचते रहो कि बेहद दे बेअंत तरह दे ब्रह्मंडां ते बेहद दी परम 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 महाशांति हो रही है। हमेशा बेहद दी सोच रखो ते बेहद दी प्राप्ति होएगी। ऐसी सोच होएगी उसी तरह दी प्राप्ति होएगी। बेहद दे बेअंत तरह दे ब्रह्मंडां ते बेहद दी परम 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 शांति हो रही है ते ए जो धरती ते नेगेटिव आत्मावां ने या जो विनाशकारी ग्रुप दी आत्मावां ने जो विनाश हो जाएगा दे वाइब्रेशंस पाए हुए हन वो हौली हौली परम शांति दे वाइब्रेशंस तो परम शांति दी उपरों उच्चे तो उच्चे परम धाम तो पावर आएगी ते पहला थोड़ी आत्मा दा थोड़े बुरा कर्मां दी समाप्ति होएगी। थोड़ा स्व परिवर्तन हो जाएगा। थोड़ा मन अते घर मंदिर की तरह पवित्र हो जाएगा, मंदिर बन जाएगा। थोड़े भी कर्म या बुरे कर्म भस्म होंदे ही थोड़े अंदर इन्नी पावर आ जाएगी जो थानू याद करेगा उसनू भी पावर मिलेगी, शांति मिलेगी। ते लोकी कहणगे कि सिर्फ तैनू याद करदे हाँ ते मैनू शांति मिलती है ते तुहाडे सारे विकार विषय सब खत्म हो जाणगे अते जो थानू याद करेगा उसते भी विकर्म खत्म हो जाणगे क्योंकि उसते कोल तुहाडी पावर जाएगी ना ते तुहाडे कोल ऑलमाइटी दी पावर आ रही है क्योंकि थोड़ा पावर हाउस नाल कनैक्शन है ते डायरैक्ट पावर हाउस तो पावर आ रही है ते थोड़े कोल पावर है ते जो थानू याद करेगा उसनू पावर मिलेगी ना ते उसकी आत्मा ते एक बूंद पावर मिलेगी ते उसनू परम शांति दा एहसास होएगा ते सब नू परम शांति दा एहसास कराओ। सारे संसार ते शांति कराओ। ये सब तो वड्डा पुण्य दा कर्म है। बहुत वड्डा भाग बनेगा। उच्चे तो उच्चा भाग बनेगा अते थोड़े बुरे कर्मां दा हिसाब किताब भी खत्म होएगा। घर ते सुख शांति आएगी। जेकर थोड़े घर ते भूत प्रेत हन ते ओ भी भज जाणगे। थोड़ी नैगेटिविटी या थोड़े चारों पासे नैगेटिव या बुरा ओरा है ते ओ भी खत्म हो जाएगा। पॉजिटिव ओरा होएगा। सब कुछ बदल जाएगा क्योंकि अपने आप दा बदलाव ही विश्व दा बदलाव है। अनंत। चलो बापू जी आप जी दा बहुत बहुत धन्यवाद। बेहद दी परम शांति। बेहद की परम शांति सोचो बोलो परम शांति। Join us daily for live meditation, 10 p.m. to 11 p.m. on YouTube Live.
Subscribe now. Website www.paramshanti.org. Email us anant@paramshanti.org. Like, share, subscribe. Join today. बेहद की